KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:22 ਹੋਏ ਨੇ ਤੇ 22 ਜਨਵਰੀ ਹੈ, ਵਰਾ 2021 ਦਾ ਸ਼ੁੱਕਰਵਾਰ ਹੈ। 9 ਮਾਘ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ 10-12 ਮਿੰਟ ਪਰਮਿੰਦਰ ਥਿੰਦ ਹੋਣੀ ਗੱਲਬਾਤ ਕਰਨਗੇ ਇੰਸ਼ੋਰੈਂਸ ਇੰਡਸਟਰੀ ਦੇ ਬਾਰੇ, ਤੇ ਉਸ ਤੋਂ ਬਾਅਦ ਆਮ ਗੱਲਬਾਤ ਭਾਈਚਾਰੇ ਦੇ ਵਿੱਚ ਕੀ ਹੋ ਰਿਹਾ ਹੈ। ਭਾਈਚਾਰੇ ਨੂੰ ਖਾਸ ਤੌਰ ਤੇ ਸਰੀਦਿਆਂ ਨੂੰ, ਲੋਕਾਂ ਨੂੰ, ਆਪਣੀ ਕੌਮ ਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ, ਕਿਉਂਕਿ ਸਰੀ ਦੀ ਰਾਜਨੀਤੀ ਕੈਨੇਡਾ ਨੂੰ ਪ੍ਰਭਾਵਿਤ ਕਰਦੀ ਹੈ। ਤੇ ਇੱਥੇ ਕਿਹੜੀਆਂ ਚੀਜ਼ਾਂ ਦਾ ਸਾਨੂੰ ਜਿਹੜਾ ਸਾਡਾ ਤਜਰਬਾ ਹੋਇਆ, ਉਹ ਤਜਰਬੇ ਦੇ ਵਿੱਚੋਂ ਕੀ ਹੈ ਤੇ ਕਿਵੇਂ ਆਪਾਂ ਖਿਆਲ ਰੱਖ ਸਕਦੇ ਹਾਂ। ਤੁਸੀਂ ਮੰਨ ਲਿਓ ਗੱਲ ਕਿ ਤੁਹਾਡੀ ਸਰੀ ਦੇ ਵਿੱਚ ਸਮਾਜਿਕ, ਧਾਰਮਿਕ, ਰਾਜਨੀਤਿਕ ਕੀ ਗੱਲ ਹੁੰਦੀ ਹੈ, ਇਹਦੇ ਤੇ ਸਾਰੀਆਂ ਸਰਕਾਰਾਂ ਦੀ ਨਿਗਾਹ, ਵਿੱਚੇ ਸੂਬਾ, ਵਿੱਚੇ ਆਪਣੀ ਸਰਕਾਰ, ਵਿੱਚੇ ਪਿਛਲੇ ਦੇਸ਼ ਦੀ ਸਰਕਾਰ। ਉਹ ਸਰੀ ਦੇ ਵਿੱਚ ਇੱਕ ਕਿਸਮ ਦਾ ਜਾਲ ਵਿਸ਼ਾ ਹੈ ਜਿਹੜਾ ਪਲ ਪਲ ਦੀ ਖਬਰ ਕਰਦਾ ਵੀ ਕੌਣ ਕਿੱਥੇ ਕੀ ਕਰ ਰਿਹਾ। ਇਸ ਦੇ ਬਾਰੇ ਗੱਲਬਾਤ ਹੋਏਗੀ। ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਗੱਲਬਾਤ ਮੈਂ ਕਰਨੀ ਹੈ ਸੰਘਰਸ਼ ਦੀ। ਸਾਡੇ ਜਿਹੜਾ ਕੁੰਡਲੀ ਬਾਰਡਰ ਤੇ, ਸਿੰਘੂ ਬਾਰਡਰ ਤੇ, ਸ਼ਾਹਜਹਾਂਪੁਰ ਵਾਲੇ ਬਾਰਡਰ ਤੇ, ਟਿਕਰੀ ਬਾਰਡਰ ਤੇ, ਉੱਥੇ ਹੋ ਕੀ ਰਿਹਾ ਅਸਲ? ਇੱਕ ਤਾਂ ਹੈ ਨਾ ਰੋਟੀ ਪਾਣੀ, ਤੰਬੂ ਲਾਗੇ, ਉੱਥੇ ਮਨੁੱਖਤਾ ਦੇ ਭਲੇ ਲਈ ਕੀ ਕੁਝ ਹੋ ਰਿਹਾ। ਕਿਵੇਂ ਅਸੀਂ ਇੱਕ ਨਵੀਂ ਰੂਹ ਫੂਕੀ ਹੈ ਸਾਡੀ ਕੌਮ ਦੇ ਬਾਰੇ ਦੱਸਣ ਦੇ ਲਈ ਆਲੇ ਦੁਆਲੇ ਲੋਕਾਂ ਨੂੰ। ਹੋ ਸਕਦਾ ਹੈ 40 ਸਾਲ ਦੇ, ਹੁਣ ਜਿਹੜੇ 50 ਸਾਲ ਦੇ ਬਜ਼ੁਰਗ ਨੇ, 40 ਵਰੇ 35 ਵਰੇ ਹੋ ਗਏ, ਜਿਹੜੇ 55 ਵਰੇ 60 ਵਰਿਆਂ ਦੇ, ਹੋ ਸਕਦਾ ਇਹਨਾਂ ਵਿੱਚੋਂ ਕੋਈ ਲੱਠ ਮਾਰ ਵੀ ਹੋਵੇ ਜਿਹਨੂੰ ਭਜਨ ਨਾਲ ਇਕੱਠੇ ਕਰਕੇ ਲੈ ਗਿਆ ਹੋਵੇ ਨਵੰਬਰ 84 ਚ। ਪਰ ਅੱਜ ਜੋ ਵੇਖਦੇ ਹੋਣਗੇ, ਯਾਰ ਆਹ ਕੌਮ ਦਾ ਤੇ ਅਸੀਂ ਕਤਲ ਕੀਤਾ 3000 ਦੇ ਕਰੀਬ, ਨਾ ਗਏ ਹੁਣ ਵੇਖਿਆ ਹੋਣਾ, ਬਰੂਹਾਂ ਤੇ ਤਾਂ ਬੈਠਿਆ, ਦਿੱਲੀ ਸਰਦੀ ਤਾਂ ਉਹਨਾਂ ਨੇ ਵੇਖੀ ਆ, ਮੁਸ਼ਕ ਦਾ ਧੂੰਆਂ ਜਿਸਮਾਨੀ ਦਾ ਉਹਨਾਂ ਤੱਕ ਪਹੁੰਚਦਾ ਹੋ। ਇਸ ਤੇ ਅੱਜ ਗੱਲਬਾਤ ਕਰਨੀ ਹੈ ਬਈ ਕੀ ਪੰਜਾਬ ਦੇ ਵਿੱਚੋਂ ਕਿਹੜਾ ਹੁਨਰ ਜਿਹੜਾ ਉੱਥੇ ਜਾ ਕੇ ਬੈਠਾ, ਕਿਵੇਂ ਲੋਕਾਂ ਦੇ ਗੋਡਿਆਂ ਦੀਆਂ, ਗਿੱਟਿਆਂ ਦੀ, ਸਿਰ ਦੀ, ਕਿਵੇਂ ਕੋਈ ਦੇਸੀ ਦਵਾਈਆਂ ਦੇਈ ਜਾਂਦਾ, ਕਿਵੇਂ ਕੋਈ ਸ਼ੂਗਰ ਚੈੱਕ ਕਰੀ ਜਾਂਦਾ, ਕਿਵੇਂ ਕੋਈ ਬਲੱਡ ਪ੍ਰੈਸ਼ਰ ਲੋਕਾਂ ਦੇ ਸਹੀ ਕਰੀ ਜਾਂਦਾ। ਇਸ ਦੀ ਗੱਲਬਾਤ ਹੋਈ। 1844 247 1550 1844 247 1550 ਤੇ ਤੁਸੀਂ ਆਉਣੇ ਗੱਲ ਕਰ ਸਕਦੇ। radio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ। krpradio.com ਤੇ ਰਹਿ ਜਾ ਪ੍ਰੋਗਰਾਮ ਤਾਂ ਲੋਕ ਸੱਥ ਦੇ ਵਿੱਚ ਸਾਰਾ ਪ੍ਰੋਗਰਾਮ ਜਿਵੇਂ ਦਾ ਇਸੇ ਤਰ੍ਹਾਂ ਹੀ ਪਾਇਆ ਹੁੰਦਾ ਹੈ। 604 729 1224 604 729 1224 ਔਨ 에ਅਰ ਨੰਬਰ ਹੈ। ਜਿਹੜੇ ਚੰਨ ਨੂੰ ਮੈਂ ਰੋਜ਼ ਆਪਣੇ ਕਮਰੇ ਦੀ ਛੱਤ ਤੇ ਬੈਠ ਕੇ ਦੇਖਦਾ ਹਾਂ, ਉਸੇ ਚੰਨ ਦਾ ਚਾਨਣ ਹੀ ਪਹਾੜੀ ਓਹਲਿਆਂ 'ਚ ਡਿੱਗਦੇ ਝਰਨਿਆਂ 'ਚ ਨਹਾਉਂਦਾ ਏ। ਬਾਗਾਂ ਦੇ ਨਿੱਕੇ ਫੁੱਲਾਂ ਤੇ ਡੱਕੇ ਡੌਲਿਆਂ ਤੇ ਵੀ ਉਸੇ ਚੰਨ ਦਾ ਚਾਨਣ ਪੈਂਦਾ ਹੈ, ਜਿਸ ਦਾ ਕਲਰਾਂ ਦੀਆਂ ਰੌੜੀਆਂ ਤੇ ਵੀ ਪੈਂਦਾ ਹੈ। ਉਹ ਚਾਨਣ ਦੁੱਧ ਚਿੱਟੀਆਂ ਖੁੰਬਾਂ ਤੋਂ ਤਿਲਕਦਾ ਹੈ ਤੇ ਉਹੀ ਪਿੱਪਲ ਹੇਠਾਂ ਠੁਮਕ ਕੇ ਤੁਰਦਾ ਹੈ। ਉਸੇ ਚੰਨ ਥੱਲੇ ਸਾਡੇ ਪਿੰਡ ਦੇ ਜਨੌਰ ਖੇਡਦੇ ਨੇ, ਜਿਹੜੇ ਚੰਨ ਨੂੰ ਬਾਬਾ ਨਾਨਕ ਤਲਵੰਡੀ ਦੇ ਦਰਖਤਾਂ ਵਿੱਚੋਂ ਦੀ ਦੇਖਦਾ ਹੁੰਦਾ ਸੀ। ਮੈਂ ਉਹੀ ਚੰਨ ਦੀ ਗੱਲ ਕਰਦਾ। ਜੋੜ ਮੇਲਾ ਕਿਵੇਂ ਲਿਖੀਦਾ ਹੈ? ਰਾਣੀ ਤੱਤ 'ਚ ਹਰਮਨਜੀਤ ਲਿਖਦਾ ਹੈ। ਸਾਰਿਆਂ ਦਾ ਧੰਨਵਾਦ ਜੀ, ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਸੁਣ ਰਹੇ ਹੋ। ਤੇ ਪਹਿਲੇ ਹਿੱਸੇ ਦੇ ਵਿੱਚ ਪਰਮਿੰਦਰ ਸਿੰਘ ਥਿੰਦ ਉਹਨਾਂ ਨਾਲ ਗੱਲਬਾਤ ਹੋਏਗੀ, ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ। ਨਾਲ ਹੀ ਫਿਰ ਪੰਜਾਬ ਦੇ ਸੰਘਰਸ਼ ਦੀ ਗਾਥਾ, ਕਿਉਂਕਿ ਪੰਜਾਬ ਤੋਂ ਟਰੈਕਟਰ ਤੁਰੇ ਜਾਂਦੇ ਨੇ। ਹੁਣ ਸਵੇਰ ਦੇ 2 ਵਜੇ ਨੇ, ਠੰਡ ਯੱਖ ਠੰਡ ਹੈ, ਕੰਬਲਾਂ ਦੀਆਂ ਬੁੱਕਲਾਂ, ਲੋਹੀਆਂ ਦੀਆਂ ਬੁੱਕਲਾਂ, ਬੈਠੇ ਲੋਹੇ ਤੇ ਬੈਠੇ ਨੇ। ਉਹ ਕਿੰਨਾ ਕੁ ਠੰਡ ਰੋਕਦੀਆਂ ਹੋਣਗੀਆਂ। ਗਾਂ ਕਿਹੜਾ ਮੇਲੇ ਚੱਲੇ ਨੇ, ਗਾਹਾਂ ਸਰਕਾਰਾਂ ਦਾ ਪਤਾ ਨਹੀਂ ਕਿੱਥੋਂ ਘੇਰ ਕੇ ਕਿੱਥੇ ਫੜ ਕੇ ਕਿਵੇਂ ਅੰਦਰ ਦੇ ਦੇਣ। ਪਰ ਇਹ ਆਉਣ ਵਾਲੇ 3-4 ਦਿਨ ਬੜੇ ਅਲੱਗ ਦਿਨ ਨੇ। ਇਹਨਾਂ ਦੀ ਗੱਲਬਾਤ ਹੋਈ। ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਨੇ, ਗੱਲਬਾਤ ਹੋਏਗੀ। ਭਾਈ ਜੀ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਤੁਹਾਨੂੰ ਸਤਿ ਸ੍ਰੀ ਅਕਾਲ ਸਾਹਿਬ, ਤੁਹਾਨੂੰ ਵੀ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਪਹਿਲੀ ਜਿਹੜਾ ਸਵਾਲ ਹੁੰਦਾ ਵੀ ਨਵਾਂ ਕੀ ਹੈ ਇੰਡਸਟਰੀ 'ਚ ਜੀ ਪਿਛਲੇ 10 ਦਿਨਾਂ 'ਚ 15 ਦਿਨਾਂ 'ਚ ਹੋਇਆ? ਹਾਂਜੀ, ਨਵਾਂ ਜੀ ਇੱਕ ਤਾਂ RBC ਕੰਪਨੀ ਹੈ ਜੀ, ਉਹਨਾਂ ਨੇ ਨਵਾਂ ਆਪਦਾ ਪ੍ਰੋਡਕਟ ਲਾਂਚ ਕੀਤਾ ਜੀ। ਬੜੀਆਂ ਪਾਲਿਸੀਆਂ, ਪਰਮਾਨੈਂਟ ਪਾਲਿਸੀਆਂ, ਆਪਾਂ ਮਨੀ ਬੈਕ ਵਾਲੀਆਂ ਪਾਲਿਸੀਆਂ ਜਿਹੜੀਆਂ ਆਪਾਂ ਕਹਿੰਦੇ ਹੁੰਦੇ ਆ ਜੀ, ਉਹਨਾਂ ਨੇ ਵੀ ਆਪਦੀ ਹੁਣ ਡਿਵੀਡੈਂਡ ਪੇਇੰਗ ਪਾਲਿਸੀ ਉਹਨਾਂ ਨੇ ਆਪਦੀ ਲਾਂਚ ਕੀਤੀ ਹੈ ਜੀ। ਇੱਕ ਤਾਂ ਇਹ ਨਵਾਂ ਚੱਲ ਰਿਹਾ ਜੀ। ਆਪਾਂ ਹਮੇਸ਼ਾ ਹੀ ਡਾਟਾ ਬ੍ਰੀਚ ਦੀ ਗੱਲ ਕਰਦੇ ਹਾਂ। ਆਪਾਂ ਇੱਕ ਡੇਜ਼ਰਟਨ ਗਰੁੱਪ ਹੈਗਾ ਜੀ, ਉਹਨਾਂ ਡਾਟਾ ਬ੍ਰੀਚ ਦੀ ਗੱਲ ਹੋਈ ਸੀਗੀ 2019 ਬਹੁਤ ਵੱਡਾ ਹੋਇਆ ਸੀ ਡਾਟਾ ਬ੍ਰੀਚ। ਉਹਨਾਂ ਦੇ 3 ਬ੍ਰਾਂਚਿਸ ਹਨ, ਇੰਸ਼ੋਰੈਂਸ ਡਿਵੀਜ਼ਨ ਹੈ ਜੀ, ਇੱਕ ਮਿਊਚੁਅਲ ਫੰਡ ਦਾ, ਇੱਕ ਬੈਂਕਿੰਗ ਸਾਈਡ ਹੈ। ਤੇ ਬੈਂਕਿੰਗ ਸਾਈਡ ਦਾ ਹੋਇਆ ਸੀਗਾ ਜੀ। ਉਦੋਂ ਬਾਅਦ ਨਾਲ ਹੀ ਜੀ ਹੁਣ ਇੱਕ ਹੋਰ ਜਿਹੜੀ ਚੀਜ਼ ਵੱਡੀ ਹੋਈ ਸੀਗੀ, ਜਿਹੜਾ ਉਹਨਾਂ ਮਿਊਚੁਅਲ ਫੰਡ ਸਾਈਡ ਹੈਗੀ ਡੇਜ਼ਰਟਨ ਦੀ, ਉਹਨਾਂ ਨੂੰ ਵੀ ਫਾਈਨ ਹੋਇਆ ਜੀ $1 ਮਿਲੀਅਨ ਦਾ ਜੀ। ਇੱਕ ਜਿਹੜੇ ਨਵਾਂ ਇਹ ਚੱਲ ਰਿਹਾ ਉਹ ਇਸ ਕਰਕੇ ਹੋਇਆ ਜੀ, ਜਿਹੜੇ ਵੀ ਆਪ ਦਾ ਪ੍ਰੋਡਕਟ ਪ੍ਰਮੋਟ ਕਰਦੇ, ਜਿਹੜੇ ਏਜੰਟ ਇਹਨਾਂ ਜ਼ਿਆਦਾ ਕਮਿਸ਼ਨ ਦਿੰਦੇ, ਉਹ ਕਹਿੰਦੇ ਵੀ ਸਾਡਾ ਹੀ ਸੌਦਾ ਵੇਚੋ, ਦੂਜਾ ਸੌਦਾ ਨਾ ਵੇਚੋ। ਇਸ ਕਰਕੇ ਉਹਨਾਂ ਨੂੰ $1 ਮਿਲੀਅਨ ਦਾ ਜਿਹੜਾ ਕਿ ਫਾਈਨ ਹੋਇਆ ਜੀ। ਕਿਉਂਕਿ ਹਮੇਸ਼ਾ ਹੀ ਆਪਾਂ ਗੱਲ ਕਰਦੇ ਰਹਿੰਦੇ ਵੀ ਤਰਕ ਦੇ ਨਾਲ ਵੀ ਜਿਹੜੀ ਚੀਜ਼ ਹੈਗੀ ਹੈ ਉਹ ਕਲਾਇੰਟ ਦੇ ਹਿੱਤਾਂ ਦੀ ਹੋਣੀ ਚਾਹੀਦੀ ਹੈ, ਨਾ ਕਿ ਤੁਸੀਂ ਆਪ ਦਾ ਕਮਿਸ਼ਨ ਦੇਖੋ ਜਾਂ ਕੰਪਨੀ ਆਪ। ਤੇ ਇਸ ਕਰਕੇ ਜਿਹੜਾ ਆਹ ਨਵਾਂ ਚੱਲ ਰਿਹਾ ਜੀ। ਤੇ ਸੁਪਰ ਵੀਜ਼ਾ ਦਾ ਇੰਸ਼ੋਰੈਂਸ ਹੋਣਾ ਸ਼ੁਰੂ 'ਚ ਬੜਾ ਘੱਟ ਸੀ, ਹੁਣ ਸੁਪਰ ਵੀਜ਼ਾ ਦਾ ਇੰਸ਼ੋਰੈਂਸ ਕਿਵੇਂ ਹੈ ਜੀ? ਹਾਂਜੀ ਬਿਲਕੁਲ ਜੀ। ਸੁਪਰ ਵੀਜ਼ਾ ਪਹਿਲਾਂ ਤਾਂ ਜੀ, ਜਦੋਂ ਵੀ ਕਿਸੇ ਨੇ ਸੁਪਰ ਵੀਜ਼ਾ ਬਾਰੇ ਲੈਣਾ ਜੀ, ਪਹਿਲਾਂ ਤਾਂ ਪ੍ਰਾਈਸ ਨਾ ਪੁੱਛੋ ਜੀ, ਪਹਿਲਾਂ ਉਹਨਾਂ ਦੀ ਸਿਹਤ ਦੱਸੋ ਜੀ। ਫਿਰ ਉਦੋਂ ਬਾਅਦ ਹੈ ਵੀ ਉਹਨਾਂ ਦੀ ਉਸ ਹਿਸਾਬ ਨਾਲ ਕਵਰੇਜ ਹੋਊਗੀ। ਕਈ ਵਾਰੀ ਜੇ ਸਿਹਤ ਵਧੀਆ ਤਾਂ ਰੇਟ ਵਧੀਆ ਹੁੰਦਾ। ਇਹ ਵੀ ਇਹਦੇ 'ਚ ਆਪਸ਼ਨ ਹੈਗੀ ਹੈ ਜੀ, ਜੇ ਸਿਹਤ ਢਿੱਲ ਮੱਠ ਹੈ ਤਾਂ ਆਪਾਂ ਉਹਨੂੰ ਪ੍ਰੀ ਐਗਜ਼ਿਸਟਿੰਗ ਕਵਰੇਜ ਵੀ ਨਾਲ ਕਰ ਸਕਦੇ ਹਾਂ। $1,00,000 ਦੀ ਮਿਨੀਮਮ ਰਿਕੁਆਇਰਮੈਂਟ ਹੈ। ਕਿਸੇ ਨੇ ਵੱਧ ਕਵਰੇਜ ਲੈਣੀ ਵੱਧ ਲੈ ਸਕਦੇ ਨੇ, ਕਿਸੇ ਨੇ ਹੋਰ। ਇਹ ਵੀ ਸਾਲ ਦੀ ਹੈ। ਇਹ ਹੈ ਵੀ ਜਦੋਂ ਚੀਜ਼ ਲੈਣੀ ਹੈ ਉਦੋਂ ਪਹਿਲਾਂ ਪੁੱਛ ਪੜਤਾਲ ਕਰਕੇ ਫਿਰ ਉਹਦੇ ਤੇ ਇਹ ਵੀ ਹੈਗਾ ਜੇ ਆਪਾਂ ਡਿਡਕਟੇਬਲ ਰੱਖ ਸਕਦੇ ਹਾਂ। ਡਿਡਕਟੇਬਲ ਨਾਲ ਰੇਟ ਵੀ ਘੱਟ ਸਕਦਾ, ਉਹ ਵੀ ਆਪਸ਼ਨ। ਪਰ ਉਹਦਾ ਇਹ ਨੁਕਸਾਨ ਹੈ, ਜਦੋਂ ਵੀ ਤੁਸੀਂ ਕਲੇਮ ਲੈਣਾ, ਜਦੋਂ ਵੀ ਜਾਣਾ ਕਿਤੇ, ਡਿਡਕਟੇਬਲ ਆਪਦੀ ਜੇਬ ਚੋਂ ਦੇਣਾ ਪੈਣਾ ਜੀ। ਇੱਦਾਂ ਦੀ ਪਾਲਿਸੀ ਵੀ ਹੈਗੀ। ਜਦੋਂ ਉਹਨਾਂ ਨੇ ਜਹਾਜ਼ 'ਚ ਬਹਿਣਾ ਜੀ, ਉੱਥੋਂ ਕਵਰੇਜ ਉਹਨਾਂ ਦੀ ਸ਼ੁਰੂ ਹੋ ਜਾਣੀ ਹੈ। ਇੱਥੇ ਤੱਕ ਕਵਰੇਜ ਹੋਊਗੀ। ਜਦੋਂ ਵਾਪਸ ਵੀ ਜਾਣਾ ਹੈ ਜੀ, ਜਦੋਂ ਜਾਣਗੇ ਇੱਥੋਂ ਆਪਦਾ ਕੈਨੇਡਾ 'ਚ ਇੱਥੋਂ ਛੱਡ ਕੇ ਜਾਣਗੇ, ਉਦੋਂ ਵੀ ਜਦ ਤੱਕ ਵਾਪਸ ਨਹੀਂ ਪਹੁੰਚਦੇ ਉਦੋਂ ਤੱਕ ਕਵਰੇਜ ਹੈਗੀ ਹੈ ਜੀ। ਇਹ ਹੈ ਵੀ ਉਹਦੇ ਵਿੱਚ ਕਈ ਚੀਜ਼ਾਂ ਦੇਖਣ ਵਾਲੀਆਂ ਜੀ। ਜਦੋਂ ਇਹ ਨਾ ਹੋਵੇ ਵੀ ਆਪਾਂ ਕਈ ਵਾਰੀ ਆਉਣ ਤੋਂ ਆਪਾਂ ਢਿੱਲ ਮੱਠ ਕਰ ਦਿੰਦੇ ਹਾਂ, ਬਾਅਦ 'ਚ ਕਵਰੇਜ ਕਰਾਵਾਂਗੇ, ਉਹਦੇ 'ਚ ਹੀ ਵੇਟਿੰਗ ਪੀਰੀਅਡ ਹੋ ਜਾਂਦਾ। ਵੇਟਿੰਗ ਪੀਰੀਅਡ ਦੇ ਵਿੱਚ ਹੈ ਜੀ, ਕਈ ਵਾਰੀ ਰਾਈਟ ਵੇ ਕੋਈ ਸਿਕਨੈਸ ਹੋ ਜਾਂਦੀ ਹੈ, ਉਹਦੇ 'ਚ ਕਵਰ ਨਹੀਂ ਕਰਦੇ। 48 ਘੰਟੇ ਦਾ ਟਾਈਮ ਵੀ ਹੁੰਦਾ, 72 ਘੰਟੇ ਡਿਪੈਂਡ ਕਰਦਾ ਜੀ ਕਿੰਨਾ ਟਾਈਮ ਆ। ਕਈ ਚੀਜ਼ਾਂ ਨੇ ਉਹਦੇ ਵਿੱਚ ਵੀ ਜਿਹੜੀਆਂ ਕਵਰ ਹੁੰਦੀਆਂ ਨੇ। ਮੇਨ ਤਾਂ ਜਿਹੜੀ ਹੁੰਦੀ ਹੈ ਫੋਲੋ ਅਪ ਜੀ। ਕਈ ਵਾਰੀ ਇੱਕ ਕਲੇਮ ਹੋ ਗਿਆ, ਉਸ ਤੋਂ ਬਾਅਦ ਕਈ ਕੰਪਨੀਆਂ ਫੋਲੋ ਅਪ ਨੂੰ ਉਹਨਾਂ ਦੇ ਕੈਪ ਲਾ ਦਿੰਦੀਆਂ ਵੀ ਇਸ ਤੋਂ ਬਾਅਦ ਵੀ ਆਹ ਕਲੇਮ ਦੇ ਦੁਬਾਰਾ ਆਉਂਗੇ, ਇਸੇ ਵਾਸਤੇ ਨਹੀਂ 3000 ਹੀ ਦੇਵਾਂਗੇ। ਕਈ ਹੈ ਵੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਜਿੰਨਾ ਕਲੇਮ ਜਦ ਤੱਕ ਓਪਨ ਰਹੂਗਾ ਤੁਹਾਨੂੰ ਫੁੱਲ ਪੈਸੇ ਮਿਲ ਜਾਣਗੇ। ਇਸ ਕਰਕੇ ਵੀ ਜਦੋਂ ਵੀ ਸੁਪਰ ਵੀਜ਼ਾ ਲੈਣਾ, ਨਾਲੇ ਆਪਣਾ ਇੱਕ ਵਾਅਦਾ ਤੇ ਦਾਅਵਾ ਵੀ ਆਪਾਂ ਉਹੀ ਚੀਜ਼ ਕਲਾਇੰਟ ਵਾਸਤੇ ਦੇਣੀ। ਇੱਕ ਤਾਂ ਰੇਟ ਵਧੀਆ ਹੋਵੇ, ਇਦੋਂ ਸਸਤਾ ਵਧੀਆ ਚੀਜ਼ ਕਿਤੇ ਨਹੀਂ ਮਿਲਣੀ। ਇਸ ਚੀਜ਼ ਦਾ ਆਪਾਂ ਵਾਅਦਾ ਤੇ ਦਾਅਵਾ ਕਰਦੇ ਹਾਂ ਜੀ ਸੁਪਰ ਵੀਜ਼ੇ ਦੇ ਰੇਟ ਵਾਸਤੇ ਜੀ। ਤੇ ਨਾਲ ਜਿਹੜਾ ਇੱਕ ਕਹਿੰਦੇ ਹੋਵੇ 3 ਮਹੀਨੇ ਕਿਸ਼ਤ ਨਹੀਂ ਦੇਣੀ, ਕੋਈ ਪ੍ਰੀਮੀਅਮ ਨਹੀਂ ਦੇਣਾ, ਉਹ ਕੀ ਹੈ ਜੀ? ਹਾਂਜੀ, ਆਪਾਂ ਹਮੇਸ਼ਾ ਹੀ ਕਹਿੰਦੇ ਵੀ ਜਿਹੜੀਆਂ ਸੇਲਸ ਵਾਲੀਆਂ ਟੈਕਟਿਸ ਨੇ, ਕਿਵੇਂ ਆਪਾਂ ਵੀ ਜਿੱਦਾਂ ਵੀ ਕੋਈ ਨਾ ਕੋਈ ਗਾਹਕ ਫੜਨਾ ਕਹਦੇ ਵੀ ਆਹ ਚੀਜ਼ਾਂ ਏਦਾਂ ਨੇ 3 ਮਹੀਨੇ ਜਿੱਦਾਂ, ਪਰ ਉਹ ਸਾਰਿਆਂ ਵਾਸਤੇ ਢੁੱਕਦੀ ਨਹੀਂ ਜੀ ਉਹ ਚੀਜ਼। ਇਸ ਕਰਕੇ ਇਹ ਚੀਜ਼ ਆਪਾਂ ਇਸ ਚੀਜ਼ ਦੀ ਅਵੇਅਰਨੈਸ ਕਰਨਾ ਚਾਹੁੰਦੇ ਹਾਂ 3 ਮਹੀਨੇ ਵਾਲੀ। ਕਿਉਂਕਿ ਜਦੋਂ ਵੀ ਕੋਈ ਆਪਾਂ ਪਹਿਲ ਕਰਦੇ ਹਾਂ, ਚੀਜ਼ ਲੈ ਕੇ ਆਉਂਦੇ ਹਾਂ, ਫਿਰ ਆਪਾਂ ਉਸ ਤੇ ਪੁੱਛ ਪੜਤਾਲ ਕਰਦੇ ਹਾਂ ਵਾਕਿਆ ਹੀ। ਕਿਉਂਕਿ ਕੰਪਨੀ ਦਾ ਸੌਦਾ ਵੇਚਣਾ, ਉਹਨਾਂ ਨੇ ਤਾਂ ਉਸੇ ਹਿਸਾਬ ਨਾਲ ਐਡਵਾਈਜ਼ਰ ਨੂੰ ਦੱਸਣਾ ਵੀ ਆਹ ਚੀਜ਼ ਇੱਦਾਂ ਕਰੋ, ਵੀ ਤੁਸੀਂ ਆਹ ਸਾਡੀ ਚੀਜ਼ ਵਧੀਆ। ਪਰ ਸਾਡਾ ਕੰਮ ਹੈ ਆਪਦੇ ਉਸ ਚੀਜ਼ ਬਾਰੇ ਪੁੱਛ ਪੜਤਾਲ ਕਰੀਏ। ਵੀ ਕਲਾਇੰਟ ਕੋਲ ਇੰਨਾ ਟਾਈਮ ਨਹੀਂ ਹੈਗਾ ਉਸ ਚੀਜ਼ ਬਾਰੇ ਉਹਨੂੰ ਦੇਖਣ ਬਾਰੇ ਵਾਕਿਆ ਮੈਨੂੰ ਫਾਇਦਾ ਨੁਕਸਾਨ ਕੀ ਹੈਗਾ। ਕਿਉਂਕਿ ਜਿਹੜੀ ਆਹ ਆਪਸ਼ਨ ਹੈ ਜਿਹੜੀ ਆਈ ਹੈ, ਪਹਿਲਾਂ ਕੋਈ ਵੀ 10% ਦੀ ਸੇਲ ਆਉਂਦੀ ਜੀ, ਕੋਈ ਵੀ ਆਪਾਂ ਆਉਂਦੇ ਆਪਾਂ ਪਹਿਲਾਂ ਲੈ ਕੇ ਆਉਂਦੇ, ਕੋਈ ਆਨਲਾਈਨ ਪਲੇਟਫਾਰਮ ਆਪਾਂ ਪਹਿਲਾਂ, ਉਦੋਂ ਬਾਅਦ ਲੋਕੀ ਆਪਣੇ ਨੂੰ ਫੋਲੋ ਕਰਨ ਲੱਗ ਗਏ ਵੀ ਜਦੋਂ ਵੀ ਕੋਈ ਚੀਜ਼ ਆਉਂਦੀ। ਪਰ ਆਹ ਜਿਹੜੀ ਚੀਜ਼ ਹੈ ਇਸ ਬਾਰੇ, ਕਿਉਂਕਿ ਹਰੇਕ ਵਾਸਤੇ ਢੁੱਕਦੀ ਨਹੀਂ ਆਹ ਚੀਜ਼। ਕਿਉਂਕਿ ਇਹ ਜਿਹੜੀ ਟਰਮ ਹੈ 20 ਤੇ 65 ਸਾਲ ਦੀ ਟਰਮ ਲਾਉਂਗੇ। ਕਿਉਂਕਿ ਜੇ ਤੁਸੀਂ ਜੀ 1 ਮਹੀਨਾ ਪੈਸੇ ਦੇ ਤੇ ਉਸ ਤੋਂ ਬਾਅਦ BC 'ਚ 3 ਮਹੀਨੇ ਤੁਸੀਂ ਪੈਸੇ ਨਹੀਂ ਦੇਣੇ, ਅਲਬਰਟਾ 'ਚ 4 ਮਹੀਨੇ ਜੀ। ਪਰ ਉਹਦੇ 'ਚ ਇਹ ਨੁਕਸਾਨ ਹੈ, ਕਲਾਇੰਟ ਨੂੰ ਪਤਾ ਹੋਣਾ ਚਾਹੀਦਾ। ਐਗਜ਼ਾਮਪਲ ਮੈਂ ਦਿੰਦਾ ਜੀ, ਕਈ ਵਾਰੀ ਆਹੀ ਚੀਜ਼ $15 ਮਹੀਨੇ ਦੇ ਸਾਨੂੰ ਕਿਤੋਂ ਹੋਰ ਸਸਤੀ ਮਿਲਦੀ ਹੈ ਕੰਪਨੀ ਤੋਂ। ਇਸੇ ਕੰਪਨੀ ਤੋਂ 3 ਮਹੀਨੇ ਦੀ ਕਿਸ਼ਤਾਂ ਫ੍ਰੀ ਨੇ, ਪਰ ਆਪਾਂ ਨੂੰ 3 ਮਹੀਨੇ ਆਪਾਂ ਦੇਖਦੇ ਹਾਂ, ਪਰ ਇਹ ਨਹੀਂ ਦੇਖਦੇ ਅਸੀਂ 15
ਡਾਲਰ ਪਰ ਮੰਥ ਸੇਵ ਕਰਦੇ ਹਾਂ ਤੇ ਨੈਕਸਟ 20 ਸਾਲ ਅਸੀਂ $15 ਸੇਵ ਕੀਤੇ ਤੇ ਹਜ਼ਾਰਾਂ ਹੀ ਡਾਲਰ ਬਣ ਜਾਣੇ ਨੇ। ਇਸ ਕਰਕੇ ਵੀ ਇਹ ਜੇ 2 ਜਾਣੇ ਨੇ ਹਸਬੈਂਡ ਵਾਈਫ ਦੋਵਾਂ ਨੇ $15 ਸੇਵ ਕੀਤੇ $30 ਮਹੀਨੇ ਦੇ ਹੋ ਗਏ ਤੇ ਹਿਸਾਬ ਲਾ ਲਓ 20 ਸਾਲਾਂ 'ਚ ਕਿੰਨੇ ਪੈਸੇ ਹੋ ਗਏ, ਹਜ਼ਾਰਾਂ ਹੀ ਡਾਲਰ ਹੋ ਗਏ ਜੀ। ਇਸ ਕਰਕੇ ਵੀ ਜਿਹੜੀ ਵੀ ਕੋਈ ਆਪਸ਼ਨ ਆਉਂਦੀ ਹੈ ਇੱਕ ਤਾਂ ਉਹ ਦੇਖੋ ਵੀ ਸਾਡੇ ਵਾਸਤੇ ਹੋਰ ਆਪਸ਼ਨ ਕੀ ਹੈਗੀ ਆ। ਇਹ ਨਾ ਹੋਵੇ ਵੀ ਆਪਾਂ ਉਹੀ ਵੀ ਸੇਲ ਆ, ਸੇਲ ਤੋਂ ਬਾਅਦ ਤਾਂ ਪਤਾ ਵੀ ਜਦੋਂ ਆਪਾਂ ਗੁਬਾਰੇ ਫੜਾ ਕੇ ਜਿਹੜੇ ਡਰਾਵਾਂ 'ਚ ਨਾ ਪਾ ਕੇ ਉਸ ਤੋਂ ਬਾਅਦ ਫੋਨ ਤੇ ਫੋਨ ਹੀ ਆਉਣੇ ਨੇ, ਉਹ ਚੀਜ਼ਾਂ ਤਾਂ ਆਪਾਂ ਬਚ ਸਕਦੇ ਕਿਉਂਕਿ ਇਹ ਚੀਜ਼ਾਂ ਤੋਂ ਫਿਰ ਸ਼ੁਰੂ ਹੁੰਦਾ ਆਪਾਂ ਡਰਾਵਾਂ 'ਚ ਨਾ ਪਾਉਂਦੇ ਆ, ਫਿਰ ਡਾਟਾ ਬ੍ਰੀਚ ਹੁੰਦੀ ਹੈ, ਫਿਰ ਇਨਫੋਰਮੇਸ਼ਨ ਕਿਤੇ ਦੀ ਕਿਤੇ ਜਾਂਦੀ ਹੈ। ਇਹ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਜੀ। ਅੱਛਾ, ਇਹ ਦੱਸਿਓ ਕਿ ਬਹੁਤਿਆਂ ਦਾ ਕਈ ਵਾਰ ਮੈਡੀਕਲ 'ਚ ਉਹ ਫਿੱਟ ਨਹੀਂ ਆਉਂਦੇ, ਉਹਨਾਂ ਲਈ ਵੀ ਇੰਸ਼ੋਰੈਂਸ ਹੁੰਦਾ ਹੀ ਨਹੀਂ ਜੀ ਫਿਰ? ਹਾਂਜੀ, ਇੱਕ ਹੁਣ ਨਵਾਂ ਕੰਮ ਚੱਲ ਪਿਆ, ਇਹ ਵੀ ਨਵੀਂ ਹੈ ਜੀ। ਕਾਫੀ ਕੰਪਨੀਆਂ ਨੇ $1 ਮਿਲੀਅਨ ਤੱਕ ਉਹ ਕਹਿੰਦੇ ਵੀ ਅਸੀਂ ਡਾਕਟਰੀ ਨਹੀਂ ਕਰਾਉਣੀ, ਅਸੀਂ ਬਗੈਰ ਡਾਕਟਰੀ ਤੋਂ ਕਵਰੇਜ ਦੇ ਦਿਆਂਗੇ ਜੀ। ਹੁਣ ਉਹਦੇ 'ਚ ਇਹ ਹੋ ਗਿਆ ਗਿੱਲ ਸਾਹਿਬ, ਜਿਨ੍ਹਾਂ ਦੀ ਸਿਹਤ ਵਧੀਆ ਹੈ ਠੀਕ ਹੈ ਜੀ, ਉਹਨਾਂ ਨੂੰ ਕਈ ਕੰਪਨੀ ਜਦੋਂ ਬਲੱਡ ਵਰਕ ਕਰਾਉਂਦੀਆਂ ਸੀਗੀਆਂ ਫਿਰ ਉਹਨਾਂ 'ਚ ਰੇਟ ਕਲਾਸ ਹੁੰਦੇ ਜੀ। ਜੇ ਤੁਹਾਡੀ ਹੈਲਥ ਵਧੀਆ ਤਾਂ ਤੁਹਾਨੂੰ ਰੇਟ ਹੋਰ ਵਧੀਆ ਮਿਲੂਗਾ। ਹੁਣ ਇਹ ਵੀ ਜੇ ਫੋਨ ਤੇ ਹੀ ਇੰਟਰਵਿਊ ਹੈ ਜੀ, ਉਹਦੇ 'ਚ ਫਿਰ ਉਹ ਜਿਹੜੀ ਪ੍ਰਾਈਸ ਹੈ ਘਟਾਉਂਦੇ ਨੇ ਜੀ, ਉਹ ਜਿੰਨੀ ਹੈਗੀ ਪ੍ਰਾਈਸ ਉਨੀ ਰਹੇਗੀ। ਐਗਜ਼ਾਮਪਲ ਜੇ ਐਵਰੇਜ ਪ੍ਰਾਈਸ ਹੈ ਕਿਸੇ ਦੀ $100 ਆ ਤੇ ਸਿਹਤ ਵਧੀਆ ਉਹ ਘਟ ਕੇ $80 ਵੀ ਰਹਿ ਸਕਦੀ ਹੈ। ਹੁਣ ਇਹ ਵੀ ਜੇ ਬਲੱਡ ਵਰਕ ਨਹੀਂ ਹੋਇਆ, ਸਿਰਫ ਫੋਨ ਇੰਟਰਵਿਊ ਹੋਇਆ, ਉਹ 100 ਦੀ 100 ਹੀ ਰਹਿਣੀ ਹੈ ਭਾਵੇਂ ਉਹ ਬੰਦਾ 80 ਵਾਸਤੇ ਕੁਆਲੀਫਾਈ ਕਰਦਾ ਸੀਗਾ। ਇੱਕ ਤਾਂ ਆਹ ਚੀਜ਼ ਹੈ ਜ਼ਰੂਰ, ਜਦੋਂ ਤੁਸੀਂ ਐਡਵਾਈਸ ਕਿਸੇ ਨਾਲ ਵੀ ਤੁਸੀਂ ਬਹਿਣਾ ਹੈ, ਕਿਸੇ ਨਾਲ ਗੱਲਬਾਤ ਕਰਨੀ ਹੈ, ਵੀ ਮੇਕ ਸ਼ੋਰ ਆਈ ਥਿੰਕ ਇੰਸ਼ੋਰੈਂਸ। ਤਾਂ ਹੀ ਅਸੀਂ ਇਹ ਵੀ ਕਲਾਇੰਟ ਦਾ ਪੱਖ ਦੇਖਣਾ ਵੀ ਕਲਾਇੰਟ ਨੂੰ $20 ਬਚ ਜਾਂਦੇ ਨੇ, ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ, ਨਾ ਕਿ ਸਾਨੂੰ ਆਪਦਾ ਕਮਿਸ਼ਨ ਦੇਖੀਏ ਵੀ ਸਾਨੂੰ $50 ਵੱਧ ਬਣ ਜਾਣਗੇ। ਪਰ ਇਹ ਹੈ ਵੀ ਇਸੇ ਕਰਕੇ ਜਿਹੜੀਆਂ ਕਈ ਕੰਪਨੀਆਂ ਹੈਗੀਆਂ ਜੀ ਹਾਲੇ ਵੀ ਉਹ ਡਾਕਟਰੀ ਕਰਾਉਂਦੀਆਂ ਨੇ, ਕਈਆਂ ਨੇ ਬੰਦ ਕਰਤੀ ਵੀ ਇਹ ਹਰੇਕ ਨੂੰ ਸੌਖਾ ਹੈ ਵੀ ਜੇ ਚਲੋ ਠੀਕ ਹੈ ਛੇਤੀ ਕੁਇਕਲੀ ਐਪਲੀਕੇਸ਼ਨ ਭਰੀ, ਹੁਣ ਆਪਣੇ ਆਪ ਬਾਅਦ 'ਚ ਫੋਨ ਇੰਟਰਵਿਊ ਹੁੰਦਾ ਰਹੂਗਾ। ਉਹਦੇ 'ਚ ਇਹ ਵੀ ਨਾ ਬਲੱਡ ਵਰਕ ਹੋਇਆ ਨਾ ਯੂਰਿਨ ਹੋਇਆ, ਉਹਦੇ 'ਚ ਕਈਆਂ ਨੂੰ ਫਾਇਦਾ ਕਈਆਂ ਨੂੰ ਨੁਕਸਾਨ ਹੈ। ਇਸ ਕਰਕੇ ਵੀ ਹਰੇਕ ਵਾਸਤੇ ਜਦੋਂ ਚੀਜ਼ ਟੁੱਕਦੀ ਹੈ ਵੀ ਆਪਾਂ ਦੇਖਣੀ ਹੈ ਆਪਣੇ ਵਾਸਤੇ ਫਾਇਦੇਮੰਦ ਹੈਗੀ ਕਿ ਨਹੀਂ ਹੈਗੀ। ਜੇ ਸਿਹਤ ਵਧੀਆ ਤਾਂ ਆਪਾਂ ਰੇਟ ਵਧੀਆ ਮਿਲ ਸਕਦਾ। ਨਾਲ ਦੇ ਨਾਲ ਹੀ ਜਿਨ੍ਹਾਂ ਦੀ ਹੁਣ ਸਰੀਰ ਹੈਗੀ ਸਿਹਤ ਢਿੱਲ ਮੱਠ ਆ, ਉਹਨਾਂ ਵਾਸਤੇ ਕਈ ਕੰਪਨੀਆਂ ਹੈਗੀਆਂ ਜੀ ਉਹ ਬਗੈਰ ਮੈਡੀਕਲ ਤੋਂ ਪਾਲਿਸੀਆਂ ਦਿੰਦੀਆਂ ਨੇ ਜੀ, ਬਿਲਕੁਲ ਉਹ ਰੇਟ ਵੱਧ ਲੈਂਦੀਆਂ ਨੇ। ਹੁਣ ਐਗਜ਼ਾਮਪਲ ਜੇ ਕਿਸੇ ਦਾ ਰੇਟ $50 ਹੋਣਾ ਸੀਗਾ, ਉਹ ਕਹਿਣਗੇ ਵੀ ਨਹੀਂ ਜੀ ਅਸੀਂ $70 ਲਵਾਂਗੇ ਵੀ ਤੁਹਾਡੀ ਕਵਰੇਜ ਕਰ ਦਾਂਗੇ ਜੇ ਹੈਲਥ ਇਸ਼ੂ ਹੈਗਾ ਵੀ ਹੈ ਤਾਂ। ਇਸ ਕਰਕੇ ਹਰੇਕ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੈ, ਹਰੇਕ ਤਰ੍ਹਾਂ ਦੀਆਂ ਕੰਪਨੀਆਂ ਇਸੇ ਕਰਕੇ ਹਰੇਕ ਕੰਪਨੀ ਦਾ ਆਪਦਾ ਸਟਰੈਂਥ ਹੈਗੀ। ਇਸੇ ਕਰਕੇ ਡਿਫਰੈਂਟ ਕੰਪਨੀਆਂ ਜੇ ਬ੍ਰੋਕਰ ਹੋ ਗਏ, ਕਿਉਂਕਿ ਸਾਡੇ ਕੋਲ ਸਾਰਿਆਂ ਦਾ ਐਕਸੈਸ ਹੈ, ਉਹਦੇ ਨਾਲ ਐਕਸੈਸ ਇਹ ਹੈ ਵੀ ਕਲਾਇੰਟ ਵਾਸਤੇ ਜਿਹੜੀ ਚੀਜ਼ ਇੱਥੋਂ ਮਿਲਦੀ ਹੈ ਵਧੀਆ ਢੁਕਵੀਂ, ਉੱਥੋਂ ਆਪਾਂ ਚੀਜ਼ ਪਿਕ ਕਰ ਲੈਣੀ। ਰਹਿ ਦੇਨ ਇੱਕੋ ਨਾਲ ਹੀ ਉਹੀ ਵੇਚੀ ਜਾਈਏ, ਉਹ ਹਰੇਕ ਵਾਸਤੇ ਫਿੱਟ ਨਹੀਂ ਆਉਂਦੇ ਜੀ ਹਰੇਕ ਚੀਜ਼। ਅੱਛਾ, ਇਸ ਦੇ ਨਾਲ ਇਹ ਦੱਸਿਓ ਕਿ ਟਰਮ ਦੀ ਜਿਹੜੀ ਇੰਸ਼ੋਰੈਂਸ ਦੀ ਲਿਮਿਟ ਹੈ ਉਹ ਕਿੰਨੀ ਹੈ? ਹਾਂਜੀ ਭਾਈ ਜੀ, ਇਹ ਤੁਸੀਂ ਹੈਰਾਨ ਹੋ, ਹਮੇਸ਼ਾ ਹੀ ਆਪਾਂ ਸੁਣਦੇ ਹਾਂ ਜੀ ਆਪਾਂ 20 ਸਾਲ 30 ਸਾਲ 40 ਸਾਲ ਤੱਕ ਜਾਂ ਏਜ 65 ਤੱਕ, ਪਰ ਆਪਣੇ ਕੋਲ ਏਦਾਂ ਦਾ ਪ੍ਰੋਡਕਟ ਹੈਗਾ ਜੀ ਜਿਹੜੀ ਟਰਮ 80 ਸਾਲ ਦੀ ਏਜ ਤੱਕ ਹੋ ਸਕਦੀ ਹੈ ਜੀ। ਸਰ ਨਾ ਉਦਾਂ 100 ਸਾਲ ਤੱਕ ਵੀ ਹੋ ਸਕਦੀ ਹੈ, ਪਰ ਮੋਸਟਲੀ ਇਹ ਵੀ ਜੇ 80 ਸਾਲ ਤੱਕ ਕਈ ਵਾਰੀ ਹੁੰਦੀ ਚੋਇਸ ਹੁੰਦੀ, ਬੰਦਾ ਕਹਿੰਦਾ 80 ਸਾਲ ਤੱਕ ਟਰਮ ਕਰਾ ਲਈਏ। 80 ਸਾਲ ਤੱਕ ਤਾਂ ਵੀ ਟਰਮ ਹੋ ਸਕਦੀ ਹੈ। ਆਪਣੇ ਕੋਲੇ ਆਪਸ਼ਨ ਹੈ, ਸਿਰਫ ਇੱਕੋ ਹੀ ਕੰਪਨੀ ਆਪਸ਼ਨ ਦਿੰਦੀ 80 ਸਾਲ ਤੱਕ ਟਰਮ ਤੱਕ, ਜੋ ਆਪਣੇ ਕੋਲ ਇਹ ਕੰਪਨੀ ਅਵੇਲੇਬਲ ਹੈਗੀ ਹੈ। ਕੋਈ ਇਸ ਚੀਜ਼ ਬਾਰੇ ਕੋਈ ਪੁੱਛ ਪੜਤਾਲ ਕਰਨਾ ਚਾਹੁੰਦੇ ਹੋ ਆਪਸ਼ਨ ਹੈਗੀ, ਕਿਉਂਕਿ ਨਾਰਮਲੀ ਇਹ ਹੁੰਦਾ ਵੀ ਜੇ ਆਪਾਂ ਕਹਿ ਦਿੰਦੇ ਚਲੋ 65 ਤੱਕ ਹੋਵੇ ਕਵਰੇਜ, ਜੇ ਕਿਸੇ 40 ਸਾਲ ਉਮਰ ਹੈ ਕਹਿੰਦਾ 25 ਸਾਲ ਕਵਰੇਜ ਹੋ ਜਾਊਗੀ। ਇਸੇ ਕਰਕੇ ਕੋਈ 20 ਸਾਲਾਂ ਦਾ ਮੈਕਸਿਮਮ ਜੇ 40 ਸਾਲ ਤੱਕ ਜਾਂ 65 ਸਾਲ ਤੱਕ। ਪਰ ਇਹ ਹੈ ਵੀ ਜੇ ਕਿਸੇ ਨੇ 80 ਸਾਲ ਦੀ ਏਜ ਤੱਕ ਕਰਾਉਣੀ ਹੈ ਆਪਦੀ ਕਵਰੇਜ, 80 ਸਾਲ ਦੀ ਏਜ ਤੱਕ ਉਹਨਾਂ ਦੀ ਕਵਰੇਜ ਹੋ ਸਕਦੀ ਟਰਮ ਜੀ। ਪਰ ਉਹਦੇ ਬਾਅਦ ਇਹ ਵੀ ਜਦੋਂ ਚੀਜ਼ ਲੈ ਲਈ ਉਦੋਂ ਬਾਅਦ ਹੈ ਵੀ 80 ਸਾਲ ਦੀ ਏਜ ਤੋਂ ਪਹੁੰਚਣ ਤੱਕ ਉਹਨੂੰ ਪਰਮਾਨੈਂਟ 'ਚ ਚੇਂਜ ਕਰ ਸਕਦੇ, ਜਿੰਨੀ ਵੀ ਅਮਾਊਂਟ ਦੀ ਉਹਨਾਂ ਨੇ ਰੱਖਣੀ ਹੈ ਬਗੈਰ ਡਾਕਟਰੀ ਤੋਂ। ਇਹ ਵੀ ਉਹਨਾਂ ਕੋਲ ਆਪਸ਼ਨ ਅਵੇਲੇਬਲ ਹੈਗੀ ਹੈ। ਅੱਛਾ, ਜਦ ਤੁਸੀਂ ਉਹਨਾਂ ਨੂੰ ਦੱਸਦੇ ਹੋ ਵੀ ਜਿਹੜਾ ਡਿਸਕਲੋਜ਼ਰ ਕਰਨਾ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਜੇ ਉਹਦੇ 'ਚ ਕੋਈ ਗਲਤ ਇਨਫੋਰਮੇਸ਼ਨ ਦਿੰਦੇ ਹੋ ਜੀ, ਫਿਰ ਉਹਦੇ 'ਚ ਕੀ ਪ੍ਰੋਬਲਮ ਹੋ ਸਕਦੀ? ਹਾਂਜੀ ਦੇਖੋ ਜੀ, ਜਦੋਂ ਵੀ ਮੈਂ ਜੇ ਤੁਹਾਡੇ ਕੋਲ ਆਇਆ, ਤੁਹਾਨੂੰ ਮਿਲਿਆ, ਮੈਂ ਤੁਹਾਡੇ ਬਾਰੇ ਸਾਰਾ ਕੁਝ ਪੁੱਛ ਲਿਆ। ਜਿਹੜਾ ਡਿਸਕਲੋਜ਼ਰ ਹੈ ਇੱਕ ਬਹੁਤ ਵੱਡਾ ਡਾਕੂਮੈਂਟ ਹੈ ਜੀ ਆਪਦੇ ਕਲਾਇੰਟ ਵਾਸਤੇ। ਤੁਸੀਂ ਉਹਨੂੰ ਕਲਾਇੰਟ ਨੂੰ ਦੱਸਣਾ ਤੁਸੀਂ ਕੀ ਕਰਦੇ ਹੋ, ਹੋਰ ਕੀ ਕੰਮ ਕਰਦੇ ਹੋ, ਨਾਲ ਕਿਹੜੀ ਕੰਪਨੀ ਕੋਲ ਤੁਹਾਡੇ ਵਾਕਿਆ ਹੀ ਕੰਟਰੈਕਟ ਹੈਗਾ ਆ, ਤੁਸੀਂ
ਕਿਹੜੀ ਕੰਪਨੀ ਨੂੰ ਰੀਪ੍ਰੈਜ਼ੈਂਟ ਕਰਦੇ ਹੋ, ਉਹ ਸਾਰਾ ਕੁਝ ਡਿਸਕਲੋਜ਼ਰ 'ਚ ਲਿਖਿਆ ਹੁੰਦਾ। ਆਪਣਾ ਪੰਜਾਬੀ ਸਟਾਈਲ ਜਿੱਦਾਂ ਵੀ ਹਰੇਕ ਆਪਾਂ ਕਹਿੰਦੇ ਵੀ ਸਾਰੀਆਂ ਕੰਪਨੀਆਂ ਜੀ ਆਹੀ ਕੰਪਨੀ ਵਧੀਆ, ਪਰ ਐਕਚੁਅਲੀ ਕੰਟਰੈਕਟ ਤਾਂ ਸਿਰਫ 1 ਜਾਂ 2 ਕੰਪਨੀਆਂ ਨਾਲ ਹੈ। ਕਈ ਕੰਪਨੀਆਂ ਨੇ ਜੇ ਤੁਸੀਂ ਫੁੱਲ ਟਾਈਮ ਕੰਮ ਨਹੀਂ ਕਰਦੇ ਉਹ ਤੁਹਾਨੂੰ ਕੰਟਰੈਕਟ ਨਹੀਂ ਦਿੰਦੇ। ਫਿਰ ਇਹ ਹੈ ਵੀ ਜੇ ਆਪਾਂ ਝੂਠ ਬੋਲ ਕੇ ਟਰਾਈ ਵੀ ਕਰਦੇ ਹਾਂ ਕੰਟਰੈਕਟ, ਕੰਪਨੀਆਂ ਨੂੰ ਪਤਾ ਲੱਗਾ ਕੰਟਰੈਕਟ ਤੁਹਾਡਾ ਕੈਂਸਲ ਵੀ ਕਰ ਸਕਦੇ। ਪਰ ਉੱਦਾਂ ਇਹ ਵੀ ਜੇ ਮੇਨ ਕਲਾਇੰਟ ਵਾਸਤੇ ਇਹ ਫਾਇਦਾ ਡਿਸਕਲੋਜ਼ਰ ਜੀ, ਤੁਸੀਂ ਐਡਵਾਈਜ਼ਰ ਆਪਦੇ ਬਾਰੇ ਦੱਸ ਰਿਹਾ, ਮੈਂ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਜੀ, ਮੈਂ ਕਿੰਨੀਆਂ ਕੰਪਨੀਆਂ ਨਾਲ ਕੰਮ ਕਰਦਾ, ਮੈਂ ਹੋਰ ਵੀ ਕੋਈ ਕੰਮ ਕਰਦਾ ਕਿ ਨਹੀਂ ਕਰਦਾ, ਉਹ ਕਲਾਇੰਟ ਨੂੰ ਪਤਾ ਹੋਣਾ ਚਾਹੀਦਾ ਵੀ ਵਾਕਿਆ ਵੀ ਮੈਨੂੰ ਸਹੀ ਚੀਜ਼ ਮਿਲ ਰਹੀ ਹੈ, ਵੀ ਕਿੰਨੇ ਸਾਲਾਂ ਤੋਂ ਕੰਮ। ਕਈ ਵਾਰੀ ਆਪਾਂ ਉੱਦਾਂ ਕਹਿੰਦੇ ਬਹੁਤ ਸਾਲਾਂ ਤੋਂ ਕੰਮ ਕਰਦੇ ਜੀ, ਬਹੁਤ ਸਾਲ ਤਾਂ ਹੁਣ ਨਾ ਕੋਈ ਸਾਲ ਦੱਸਿਆ ਨਾ ਕੋਈ ਦੱਸਿਆ ਕਿੰਨੇ ਚਿਰ ਤੋਂ। ਇਸ ਕਰਕੇ ਡਿਸਕਲੋਜ਼ਰ 'ਚ ਸਾਰਾ ਕੁਝ ਉਹ ਲਿਖਿਆ ਹੁੰਦਾ, ਇਸ ਕਰਕੇ ਕਲਾਇੰਟ ਨੂੰ ਪਤਾ ਹੋਵੇ ਜਿਹੜੀ ਕੰਪਨੀ ਨਾਲ ਡੀਲ ਕਰ ਰਿਹਾ ਵੀ ਵਾਕਿਆ ਹੀ ਮੈਨੂੰ ਇਸ ਬੰਦੇ ਕੋਲੇ ਜਾਂ ਇਸ ਐਡਵਾਈਜ਼ਰ ਕੋਲੇ ਜਾਂ ਐਡਵਾਈਜ਼ਰ ਹੈ ਜਾਂ ਬਰੋਕਰ ਹੈ ਕੋਲ ਸਾਰੀਆਂ ਆਪਸ਼ਨ ਸੀਗੀਆਂ, ਜੇ ਮੇਰੇ ਵਾਸਤੇ ਢੁਕਵੀਂ ਸਲਾਹ ਹੈਗੀ ਕਿ ਨਹੀਂ ਹੈਗੀ, ਜਾਂ ਤੁਸੀਂ ਉਦੋਂ ਪਤਾ ਵੀ ਸੈਕੰਡ ਓਪੀਨੀਅਨ ਤੁਸੀਂ ਲੈ ਸਕਦੇ ਹੋ। ਇਸ ਕਰਕੇ ਡਿਸਕਲੋਜ਼ਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਪਣੀ ਇੰਡਸਟਰੀ 'ਚ ਕਈ ਵਾਰੀ ਕਿਸੇ ਕੋਲ ਲਾਇਸੈਂਸ ਵੀ ਨਹੀਂ ਹੁੰਦਾ, ਉੱਦਾਂ ਹੀ ਅਗਲੇ ਕਿਸੇ ਨੂੰ ਰੈਫਰ ਕਰੀ ਜਾਂਦਾ ਜੀ, ਉਹ ਕਹਿੰਦਾ ਵੀ ਮੇਰੇ ਕੋਲ ਲਾਇਸੈਂਸ ਹੈਗਾ, ਜਾਂ ਉਹ ਕਿਸੇ ਨੂੰ ਨਾਲ ਲੈ ਕੇ ਆਉਂਦਾ ਜੀ, ਇਹ ਪ੍ਰਟੈਂਡ ਕਰਦਾ ਵੀ ਮੇਰੇ ਕੋਲ ਲਾਇਸੈਂਸ ਹੈਗਾ। ਇਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇੰਡਸਟਰੀ ਦੇ ਵਿੱਚ ਤੁਹਾਨੂੰ ਡਿਸਕਲੋਜ਼ਰ ਜਿਹੜਾ ਵੀ ਜਿਨ੍ਹਾਂ ਨੇ ਵੀ ਹੁਣ ਤੱਕ ਪਾਲਿਸੀ ਲਈ ਹੈ ਉਹਨਾਂ ਨੂੰ ਪਤਾ ਹੋਣਾ ਵੀ ਵਾਕਿਆ ਹੀ ਉਹਨਾਂ ਐਡਵਾਈਜ਼ਰ ਨੇ ਇਹ ਚੀਜ਼ਾਂ ਉਹਨਾਂ ਨੂੰ ਦੱਸੀਆਂ ਸੀਗੀਆਂ, ਕਿਉਂਕਿ ਪੇਪਰ ਇੱਕ ਸਪੈਸ਼ਲ ਹੈ ਜੀ, ਉਸ ਤੇ ਸਾਈਨ ਹੁੰਦੇ ਨੇ। ਜੇ ਉਹ ਪੇਪਰ ਨਹੀਂ ਐਡਵਾਈਜ਼ਰ ਤੁਹਾਨੂੰ ਦਿੰਦਾ, ਉਹ ਤੁਸੀਂ ਉਹਨੂੰ ਮੰਗ ਕਰ ਸਕਦੇ ਹੋ ਵੀ ਤੇਰਾ ਡਿਸਕਲੋਜ਼ਰ ਕਿੱਥੇ, ਵੀ 10 ਸਾਲ ਦੇ ਬਾਰੇ ਮੈਨੂੰ ਇਹ ਚੀਜ਼ਾਂ ਲਿਖੀਆਂ ਹੋਣੀ ਚਾਹੀਦੀਆਂ, ਉਹ ਕਾਪੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ। ਫਿਰ ਹੈ ਵੀ ਜੇ ਉਹਦੇ 'ਚ ਕੁਛ ਗਲਤ ਹੁੰਦਾ ਤੁਸੀਂ ਉਸ ਚੀਜ਼ ਨੂੰ ਉਸ ਤੇ ਤੁਸੀਂ ਉਸ ਐਡਵਾਈਜ਼ਰ ਨੂੰ ਉਸ ਚੀਜ਼ ਦਾ ਹਰਜਾਨਾ ਭਰਨਾ ਪੈ ਸਕਦਾ। ਇਸ ਕਰਕੇ ਡਿਸਕਲੋਜ਼ਰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਤੇ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੀ ਫਰਕ ਹੈ? ਹਾਂਜੀ ਬਾਈ ਜੀ, ਡਿਸੇਬਿਲਿਟੀ ਹੈ ਵੀ ਆਪਣੇ ਹੁਣ ਇਹ ਵੀ 24 ਘੰਟੇ ਕਵਰੇਜ ਹੈ ਜੀ, ਤੁਹਾਡਾ ਪੇਚੈਕ ਪ੍ਰੋਟੈਕਟ ਹੈ ਜੀ। ਡਿਸੇਬਿਲਿਟੀ ਇਹ ਹੈ ਜੀ, ਹੁਣ ਆਪਾਂ ਨੂੰ ਪਤਾ ਵੀ ਜੇ ਆਪਾਂ ਸੈਲਫ ਇੰਪਲੋਇਡ ਆ, ਪੇਚੈਕ ਨਹੀਂ ਆਉਂਦਾ ਘਰੇ, ਤੇ ਆਪਣੀਆਂ ਕਿਸ਼ਤਾਂ ਕਿੱਦਾਂ ਚੱਲਣੀਆਂ, ਸਾਰਾ ਕੁਛ ਆਪਣਾ ਕਿਸ਼ਤਾਂ ਤੇ, ਫੋਨ ਤੋਂ ਲੈ ਕੇ ਟਰੱਕ ਤੋਂ ਲੈ ਕੇ ਟੈਕਸੀ ਤੋਂ ਲੈ ਕੇ ਹਰੇਕ ਚੀਜ਼, ਕਾਰ, ਹਰੇਕ ਚੀਜ਼ ਦੀ ਕਿਸ਼ਤ ਹੈ। ਡਿਸੇਬਿਲਿਟੀ ਤੁਸੀਂ ਇਕੱਲੀ ਸੱਟ ਕਵਰੇਜ ਕਰਾ ਸਕਦੇ ਹੋ, ਨਾਲ ਸਿਕਨੈਸ ਵੀ ਕਰਾ ਸਕਦੇ ਹੋ। ਸਿਕਨੈਸ 'ਚ ਇਹ ਹੈ ਜੀ ਕੋਈ ਵੀ ਸਿਕਨੈਸ ਹੋ ਜਾਵੇ, ਇਹ ਨਹੀਂ ਵੀ ਕੋਈ ਸਿਕਨੈਸ ਅਨੇਬਲ ਟੂ ਤੁਸੀਂ ਵਰਕ ਹੋ, ਉਹ ਸਿਕਨੈਸ ਕਰਕੇ ਜੇ ਤੁਸੀਂ ਜਿੰਨੇ ਵੀ ਅਮਾਊਂਟ ਦੀ ਤੁਸੀਂ ਡਿਸੇਬਿਲਿਟੀ ਕਰਾਈ ਹੋ ਤੁਹਾਨੂੰ ਪੈਸੇ ਮਿਲਦੇ ਰਹਿੰਦੇ ਨੇ ਹਰੇਕ ਮਹੀਨੇ। ਡਿਪੈਂਡ ਕਰਦਾ ਤੁਸੀਂ ਕਿੰਨਾ ਚਿਰ ਪੈਸੇ ਮਿਲਣ, 2 ਸਾਲ 5 ਸਾਲ 65 ਸਾਲ ਤੱਕ 70 ਸਾਲ ਤੱਕ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ। ਇਹ ਤੁਹਾਡੀ ਡਿਸੇਬਿਲਿਟੀ ਦੀ ਆਪਸ਼ਨ ਹੈ, ਹਰੇਕ ਮਹੀਨੇ ਤੁਹਾਨੂੰ ਪੈਸੇ ਮਿਲਣਗੇ। ਹੁਣ ਜਿਹੜਾ ਕ੍ਰਿਟੀਕਲ ਹੈ ਜੀ, ਉਹਦੇ 'ਚ ਤੁਹਾਨੂੰ ਲਮਸਮ ਪੈਸੇ ਮਿਲਦੇ ਨੇ। ਜੇ 25 ਬਿਮਾਰੀਆਂ 29 ਬਿਮਾਰੀਆਂ ਕੋਈ ਕੰਪਨੀ 4 ਕਰਦੀ 8 ਕਰਦੀ ਹੈ, ਡਿਪੈਂਡ ਕਰਦਾ ਤੁਸੀਂ ਕਿਹੜੀ ਪਾਲਿਸੀ ਲਈ ਹੈ, ਜਿਸ ਬਾਰੇ ਸੋਚ ਰਹੇ ਹੋ। ਉਹਨਾਂ 'ਚੋਂ ਕੋਈ ਬਿਮਾਰੀ ਹੋਊਗੀ ਤਾਂ ਹੀ ਪੈਸੇ ਮਿਲਣੇ ਨੇ, ਨਹੀਂ ਤਾਂ ਨਹੀਂ ਪੈਸੇ। ਉਹਦੇ 'ਚ ਵੀ ਵੇਟਿੰਗ ਪੀਰੀਅਡ ਹੁੰਦਾ ਜੀ, ਜੇ ਉਹ ਬਿਮਾਰੀ ਕਰਕੇ ਇਨਸਾਨ ਨਹੀਂ ਰਹਿੰਦਾ ਤੇ 30 ਦਿਨ ਸਰਵਾਈਵ ਨਹੀਂ ਕਰਦਾ, ਕਈਆਂ 'ਚ 90 ਦਿਨ ਦਾ ਵੇਟਿੰਗ ਪੀਰੀਅਡ ਹੈ ਤੇ ਉਹ ਪੈਸੇ ਨਹੀਂ ਮਿਲਦੇ। ਪਰ ਇਹਨਾਂ 'ਚ ਇਹ ਵੀ ਆਪਸ਼ਨ ਹੈਗੀ ਹੈ ਜੀ, ਤੁਸੀਂ ਉਹ ਆਪਸ਼ਨ ਐਡ ਕਰ ਸਕਦੇ ਹੋ, ਪੈਸੇ ਵਾਪਸ ਵਾਲੀ ਵੀ। ਜੇ ਇਨ ਕੇਸ 'ਚ ਬਚਾਅ ਨਹੀਂ ਹੁੰਦਾ ਬੰਦੇ ਦਾ, ਤੇ ਉਹ ਜਿੰਨੇ ਪੈਸੇ ਦਿੱਤੇ ਹੋਏ ਨੇ ਉਹ ਵੀ ਪੈਸੇ ਐਜ਼ ਅ ਲਾਈਫ ਇੰਸ਼ੋਰੈਂਸ ਵਾਪਸ ਮੁੜ ਕੇ ਆ ਸਕਦੇ ਨੇ। ਇਹ ਦੋਵਾਂ 'ਚ ਅੰਤਰ ਹੈਗਾ। ਅੱਛਾ, ਅਖੀਰ ਦੇ ਵਿੱਚ ਇਹ ਦੱਸੋ ਵੀ ਕਿਸਾਨ ਜਿਹੜੇ ਸੰਘਰਸ਼ ਦੀ ਗੱਲ ਹੈ ਉੱਥੇ ਚੱਲ ਰਹੀ ਹੈ, ਉਹਦੇ ਲਈ ਥਿੰਕ ਇੰਸ਼ੋਰੈਂਸ ਵੱਲੋਂ ਕੀ ਕੀਤਾ ਗਿਆ? ਹਾਂਜੀ ਬਾਈ ਜੀ, ਆਪਾਂ ਵੀ ਜਿਹੜਾ ਵੀ ਕੰਮ ਕਰਦੇ ਆ ਡਟ ਕੇ ਜਿਹੜਾ ਕਰਨਾ, ਹਿੱਕ ਤਾਣ ਕੇ, ਇਹ ਨਹੀਂ ਵੀ ਆਪਾਂ ਮੂਹਰੇ ਹੋ ਰਿਹਾ ਪਿੱਛੇ ਕੋਈ ਹੋ ਰਿਹਾ। ਵੀ ਜਦ ਦਾ ਸੰਘਰਸ਼ ਸ਼ੁਰੂ ਹੋਇਆ ਮਹੀਨਾ ਹੋ ਗਿਆ ਜੀ, ਆਪਾਂ ਨੂੰ ਜਿੰਨੇ ਵੀ ਸਟੇਸ਼ਨ ਤੇ ਜਿਨ੍ਹਾਂ ਦਾ ਆਪਣਾ ਆਪਾਂ ਫਾਈਨੈਂਸ਼ੀਅਲੀ ਆਪਾਂ ਪੈਸੇ ਆਪਣੇ ਵੱਲੋਂ ਪੈਸੇ ਦੇ ਕੇ ਐਡ ਪਾਉਂਦੇ ਸੀਗੇ, ਉਹਨਾਂ ਸਾਰਿਆਂ ਤੇ ਆਪਾਂ ਆਪਦੀ ਐਡ ਬੰਦ ਕਰਕੇ ਇਹ ਮੈਸੇਜ ਕ੍ਰਾਸ ਕੀਤਾ ਵੀ ਆਪਣੀ ਕਮਿਊਨਿਟੀ ਵਾਸਤੇ, ਆਪਣੀ ਉਸੇ ਮਿੱਟੀ ਵਾਸਤੇ ਜਿੱਥੋਂ ਅਸੀਂ ਜੰਮ ਪਲ ਕੇ ਆਏ ਹਾਂ, ਉੱਥੇ ਪੜ੍ਹ ਲਿਖ ਕੇ ਆਏ ਹਾਂ, ਤੇ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਜੀ। ਇਹ ਕੀਤਾ ਜੀ, ਸਾਰਾ ਆਪਣੀ ਜਿਹੜੀ ਐਡ ਸੀ ਉਹ ਬੰਦ ਕਰਕੇ ਸਿਰਫ ਇਹ ਸੰਘਰਸ਼ ਵਾਸਤੇ ਆਪਣੀ ਐਡ ਚੱਲ ਰਹੀ ਹੈ ਜੀ। ਕਿਉਂਕਿ ਉਹਦੇ ਕਰਕੇ ਸਾਨੂੰ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਲੋਕ ਇੱਥੇ ਕਿੱਦਾਂ ਦੇ ਨੇ ਜੀ। ਸਾਨੂੰ ਬਲੌਕ ਕਾਲਾਂ ਤੋਂ ਫੋਨ ਆਉਣ ਲੱਗ ਗਏ ਵੀ ਤੁਸੀਂ ਆਪ ਪੈਸੇ ਲਈ ਜਾਂਦੇ ਹੋ, ਤੁਸੀਂ ਉੱਥੇ ਦੰਗੇ ਕਰਾਉਣਾ ਚਾਹੁੰਦੇ ਹੋ, ਤੁਸੀਂ ਐਡਾਂ ਚਲਾ ਰਹੇ ਹੋ। ਮੈਂ ਹੈਰਾਨ ਹਾਂ ਲੋਕਾਂ ਦੀ ਸੋਚ ਇੱਥੇ ਕਿੱਦਾਂ ਦੀ ਹੈਗੀ। ਤੇ ਜਿਹੜੇ ਇੱਥੇ ਇੱਕ ਸਟੇਸ਼ਨ ਤੇ ਹੋਰ ਨੇ, ਦੂਜੇ ਸਟੇਸ਼ਨ ਤੇ ਜਾ ਕੇ ਹੋਰ ਨੇ, ਉੱਥੇ ਜਾ ਕੇ ਆਪਦਾ ਕਹਿੰਦੇ, ਦੂਜੇ ਸਟੇਸ਼ਨਾਂ ਕਹਿਣਗੇ ਅਸੀਂ ਸਪੋਰਟ ਕਰਦੇ ਹਾਂ ਜੀ, ਤੇ ਦੂਜੇ ਸਟੇਸ਼ਨ ਜਾ ਕੇ ਕਹਿਣਗੇ ਉੱਥੇ ਗੱਲੇ ਨਹੀਂ ਕਰਦੇ ਇਸ ਚੀਜ਼ ਬਾਰੇ। ਤੇ ਮੈਂ ਹੈਰਾਨ ਹੈ, ਇਹੋ ਜਿਹੇ ਲੋਕਾਂ ਨੂੰ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸੌਰੀ ਇਹੋ ਜਿਹੇ ਵਰਡ ਯੂਜ਼ ਕਰਦਾ, ਪਰ ਮੈਨੂੰ ਇਹ ਹੈ ਵੀ ਆਪਾਂ ਆਪਦੇ ਵੱਲੋਂ ਜੋ ਕਰਦੇ ਰਵਾਂਗੇ, ਪਰ ਕੋਈ
ਕਿਸੇ ਕੋਲੇ ਜਿੰਨਾ ਵੀ ਪੈਸਾ ਹੈਗਾ ਆਪਾਂ ਕਿਸੇ ਚੀਜ਼ ਤੋਂ ਡਰਦੇ ਨਹੀਂ ਵੀ ਆਪਾਂ ਨੂੰ ਕੋਈ ਇੱਕ ਚੀਜ਼ ਆ ਇਸ ਚੀਜ਼ ਨੂੰ ਡਟ ਕੇ ਮਦਦ ਕਰਾਂਗੇ। ਐਡ ਚੱਲੂਗੀ ਸਾਡੀ ਜਿੱਦਾਂ ਇਦਾਂ ਹੀ ਚੱਲੂਗੀ ਜਿੰਨਾ ਚਿਰ ਅਸੀਂ ਚਲਾ ਸਕਦੇ ਹਾਂ ਆਪਦੇ ਵੱਲੋਂ, ਤੇ ਇਦਾਂ ਹੀ ਚੱਲੂਗੀ। ਨਾ ਹੀ ਅਸੀਂ ਕਿਸੇ ਤੋਂ ਹੈਲਪ ਮੰਗਦੇ ਹਾਂ, ਨਾ ਹੀ ਸਾਨੂੰ ਚਾਹੀਦੀ ਹੈ। ਗੁਰੂ ਮਹਾਰਾਜ ਸਾਨੂੰ ਦਿੰਦਾ ਉਹੀ ਦੇਖਦਾ। ਸ਼ੁਰੂ ਤੋਂ ਕੰਮ ਕਰਦੇ ਹਾਂ, ਆਪਦੀ ਲੀਗ ਆਪ ਬਣਾਈ ਹੈ। ਜਿੱਥੇ ਤੱਕ ਕੰਮ ਕੀਤਾ ਹਵਾ ਦੇ ਅਗੇਂਸਟ ਚੱਲੇ ਹਾਂ, ਉਦੋਂ ਤੱਕ ਇਹ ਨਹੀਂ ਕਿਸੇ ਨੂੰ ਆਪਾਂ ਠਿੱਬੀ ਲਾਈ ਹੈ ਜੀ। ਇਸੇ ਕਰਕੇ ਆਪਾਂ ਸਪੋਰਟ ਕਰਦੇ ਹਾਂ ਜੀ ਇਸ ਸੰਘਰਸ਼ ਦੀ, ਇਦਾਂ ਹੀ ਕਰਦੇ ਰਹਾਂਗੇ। ਧੰਨਵਾਦ ਜੀ। ਸ਼ੁਭ ਸ਼ਾਮਾਂ। ਇਸ ਤਰ੍ਹਾਂ ਹੀ ਗੱਲਾਂ ਹੁੰਦੀਆਂ ਜਦ ਤੁਸੀਂ ਕੋਈ ਚੀਜ਼ ਤੋੜਦੇ ਆ, ਉਹ ਤੁਰਨ ਤੋਂ ਬਾਅਦ ਬੜੀਆਂ ਸੌਖੀ ਲੱਗਦੀ ਹੈ ਵੀ ਇਹ ਤਾਂ ਹੁਣ ਚੱਲ ਪਈ, ਪਰ ਇਹ ਉਹ ਨਹੀਂ, ਸ਼ੁਰੂ ਕਰਨ ਵੇਲੇ ਬੜਾ ਔਖੀਆਂ ਹੁੰਦੀਆਂ ਚੀਜ਼ਾਂ। ਉਹ ਸ਼ੁਭ ਸ਼ਾਮਾਂ। ਤੁਸੀਂ ਪਹਿਲੇ ਇੱਕ ਸਾਡੇ ਐਡਵਰਟਾਈਜ਼ਰ ਸੀ ਜਿਨ੍ਹਾਂ ਨੇ ਕਿਹਾ ਵੀ ਨਹੀਂ ਮੇਰਾ ਸੁਨੇਹਾ ਘੱਟ ਦਿਓ ਤੇ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰੋ। ਸ਼ੁਭ ਸ਼ਾਮਾਂ। ਧੰਨਵਾਦ। ਧੰਨਵਾਦ ਜੀ। ਬਾਕੀ ਕਿਸੇ ਨੂੰ ਹੋਰ ਵੀ ਕੁਐਸਚਨ ਹੋਵੇ ਮੈਨੂੰ ਫੋਨ ਕਰ ਸਕਦੇ 604 828 7213 604 828 7213 ਜਾਂ ਰਮਨਦੀਪ ਸਿੰਘ ਸੋਤਾ ਆਪਣੇ ਅਲਬਰਟਾ ਜਗੇ 5879697213। ਧੰਨਵਾਦ ਗਿਓ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਵਪਾਰਕ ਸੰਦੇਸ਼ ਮੁੜ ਕੇ ਆਉਣਾ ਜੀ। ਸਾਰਿਆਂ ਦਾ ਧੰਨਵਾਦ ਜੀ। ਪ੍ਰੋਗਰਾਮ ਸੁਣ ਰਹੇ ਹੋ। ਅੱਜ ਮੈਂ ਗੱਲਬਾਤ ਕਰਨੀ ਹੈ ਪੰਜਾਬ ਜਿਹੜਾ ਸੰਘਰਸ਼ ਸ਼ੁਰੂ ਹੋਇਆ ਉੱਥੇ ਦੀ ਸਾਖਰਤਾ, ਉੱਥੇ ਦੀਆਂ ਗੱਲਾਂ ਬਾਤਾਂ ਆਪਾਂ ਅਕਸਰ ਇੱਥੇ ਕਰਦੇ ਸੀ ਕਿ ਯਾਰ ਉੱਥੇ ਆਹ ਹੋ ਗਿਆ, ਉੱਥੇ ਆਹ ਹੋ ਗਿਆ। ਉੱਥੇ ਰਾਜਨੀਤਿਕ ਸੂਝ-ਬੂਝ ਨਹੀਂ ਰਹੀ। ਲੋਕ ਵਿਕ ਜਾਂਦੇ ਆ, ਲੋਕ ਪੈਸਿਆਂ ਨਾਲ ਵੋਟਾਂ ਪਾ ਲੈਂਦੇ ਆ, ਲੋਕ ਸੁਣਦੇ ਨਹੀਂ, ਲੋਕਾਂ ਨੂੰ ਸਮਝਦਾਰ ਹੋ ਗਈ। ਸਾਡਾ ਇਤਿਹਾਸ ਗੁਰੂ ਦਸੇ ਪਾਤਸ਼ਾਹਾਂ ਤੋਂ ਬਾਅਦ 1708 ਤੋਂ ਲੈ ਕੇ ਯਾਰ ਇਹ ਜਿਹਾ ਸਾਡਾ ਇਤਿਹਾਸ ਹੈ। 18ਵੀਂ ਸਦੀ ਸਾਡੇ ਨਾਲ ਕੀ ਹੋਇਆ? ਗੁਰਮਤੇ ਪੈਂਦੇ ਸਾਡੀ ਕੌਮ ਇਕੱਠੇ ਹੁੰਦੀ, ਘਰ ਘਾਟ ਕੋਈ ਨਾ ਚੱਲਦਾ ਹੀ ਵਹੀਰ ਰਹਿੰਦਾ, ਘਰੇ ਕੋਈ ਨਾ ਟਿਕ ਹੁੰਦਾ ਤੇ ਸਿਰਾਂ ਦੇ ਮੁੱਲ ਪੈਂਦੇ। ਅਸੀਂ ਆਪਣੀਆਂ ਕਦਰਾਂ ਕੀਮਤਾਂ ਨਾ ਹਾਰੀਆਂ। ਉਹਦੇ ਬਾਅਦ ਸਾਡਾ ਰਾਜ ਹੋ ਗਿਆ। ਰਾਜ ਹੋਣ ਤੋਂ ਬਾਅਦ 1839 ਦਾ ਰਾਜ ਐਡਾ ਵੱਡਾ 10 ਸਾਲਾਂ 'ਚ ਖਤਮ ਹੋ ਗਿਆ। 1849 ਦੇ ਵਿੱਚ ਉਹੀ ਫੇਰ ਅਸੀਂ ਹਾਲੋਂ ਬੇਹਾਲ ਹੋ ਗਏ। ਜੇ ਤੁਸੀਂ ਕਦੇ ਸਮਾਂ ਮਿਲੇ ਨਾ, ਬਲੈਕ ਪ੍ਰਿੰਸ ਫਿਲਮ ਬਹੁਤ ਵਧੀਆ ਬਣਾਈ ਹੋਈ ਹੈ ਸਿੰਦਰ ਸਰਤਾਜ। ਉਹਨੇ ਜ਼ਿੰਦਗੀ ਵੇਖਿਓ ਮਹਾਰਾਜਾ ਦਲੀਪ ਸਿੰਘ ਨਾਲ ਹੋਇਆ ਕੀ ਹੈ, ਕੀ ਜਿਹੜਾ ਗੋਰਿਆਂ ਨੇ ਉਹਨਾਂ ਨਾਲ ਕੀਤਾ, ਕਿਸ ਤਰ੍ਹਾਂ ਮਹਾਰਾਣੀ ਜਿੰਦਾ ਅੰਨੀ ਹੋ ਗਈ ਰੋ ਰੋ ਕੇ ਪੁੱਤ ਦੇ ਵਿਜੋਗ 'ਚ। ਤੁਸੀਂ ਇੱਕ ਦੇਖੋ ਬਈ ਰੇਸ਼ਮੀ ਭੰਗੂੜਿਆਂ ਦੇ ਵਿੱਚ ਸੌਣ ਵਾਲੇ ਤੇ ਕਿੱਥੋਂ ਜ਼ਿੰਦਗੀ ਕਿੱਥੇ ਚਲੇ ਗਈ। ਕ੍ਰਿਸਚੀਅਨ ਮਤਲਬ ਬਣਾ ਕੇ ਪਾਲਤਾ ਤੇ ਮਾਂ ਨੇ ਸਿਰ ਤੇ ਹੱਥ ਰੱਖਿਆ ਤਾਂ ਪਤਾ ਲੱਗਿਆ ਵੀ ਸਿਰ ਤੇ ਵਾਲ ਹੈ ਨਹੀਂ ਤੇ ਕਿਹੜੇ ਹਾਲ ਹੋ ਗਏ। ਇਹ ਜਿਹੜਾ ਉਹਨੂੰ ਪੈਰਲਲ ਜਿੱਥੇ ਅਸੀਂ ਬੈਠੇ ਹਾਂ, ਜਿਹੜੇ ਵੀ ਦੇਸ਼ 'ਚ, ਖਾਸ ਤੌਰ ਤੇ ਅਸੀਂ ਇੱਥੇ ਸਰੀ ਦੇ ਵਿੱਚ ਜਾਂ ਬਰੈਂਪਟਨ ਦੇ ਵਿੱਚ ਜਿੱਥੇ ਸਾਡੀ ਬਹੁਤਾਤ ਹੈ, ਉੱਥੇ ਜਦ ਆਪਾਂ ਵੇਖਦੇ ਹਾਂ ਕਈ ਵਾਰ ਅਸੀਂ ਧਰਾਤਲ ਤੇ ਨਹੀਂ ਜਾਂਦੇ, ਸਾਨੂੰ ਪਤਾ ਨਹੀਂ ਹੁੰਦਾ ਕੀ ਹੋ ਰਿਹਾ ਉੱਪਰਲੇ ਲੈਵਲ ਤੇ। ਅਸੀਂ ਹੁਣ ਪੰਜਾਬ ਦੇ ਵਿੱਚ ਜਿਹੜੀ ਗਿਰਾਵਟ ਆਈ, ਜੇ ਹੁਣ ਦਾ ਹੀ ਸਮਾਂ ਆਪਾਂ ਵੇਖੀਏ 1993 92 93 ਤੋਂ ਬਾਅਦ ਸਰਕਾਰੀ ਜਿਹੜਾ ਉਹ ਜ਼ੁਲਮ ਤਸ਼ੱਦਦ ਜਿਹੜਾ ਜਿਉਂ ਹੀ ਸੰਘਰਸ਼ ਖਤਮ ਹੋਇਆ ਤੇ ਜਿਹੜਾ ਕੁਛ ਜਦੋਂ ਕਰ ਨਹੀਂ ਸੀ ਸਕਦੇ ਸੰਘਰਸ਼ ਦੇ ਸਮੇਂ ਉਹਨਾਂ ਨੇ ਫਿਰ ਬਾਅਦ ਜੋ ਕੁਛ ਕੀਤਾ ਉਹ ਆਪਾਂ ਨੂੰ ਪਤਾ ਕਿਹੜੇ ਹਾਲ ਦੇ ਵਿੱਚ ਪੰਜਾਬ ਲੈ ਆਂਦਾ। ਅਸਲ ਉਹਦੀ ਸ਼ੁਰੂਆਤ ਜੇ ਦੇਖੀਏ ਆਪਾਂ, ਉਹ ਗ੍ਰੀਨ ਰੈਵੋਲੂਸ਼ਨ ਤੋਂ ਸ਼ੁਰੂ ਹੋਈ। ਨਹੀਂ ਤਾਂ ਪੰਜਾਬ ਦੇ ਵਿੱਚ, ਪੰਜਾਬ ਦੇ ਜਿਹੜਾ ਇਤਿਹਾਸ ਹੈ, ਮੈਂ ਫਿਰ ਤੁਹਾਨੂੰ ਕਹਿਣਾ ਸਰਦਾਰ ਸਤਵੀਰ ਸਿੰਘ ਉਹਨਾਂ ਦੀ ਇੱਕ ਕਿਤਾਬ ਆ ਸਾਡਾ ਇਤਿਹਾਸ, ਉਹ ਮੰਗਵਾਓ ਜਿਹਦੇ ਕੋਲ ਨਹੀਂ ਹੈ। ਸਾਡਾ ਪਤਾ ਲੱਗਦਾ ਵੀ ਉਸ ਪੰਜਾਬ ਦਾ ਵੀ ਕੀ ਬਣਿਆ ਕੀ ਗੁਰੂ ਸਾਹਿਬਾਨ ਤੋਂ ਬਾਅਦ। ਤੇ 18ਵੀਂ ਸਦੀ ਦਾ ਤੁਹਾਨੂੰ ਪਤਾ ਹੈ, ਤੁਹਾਨੂੰ ਪੂਰੀ ਕਿਤਾਬ ਜਿਹੜੀ ਇੱਕ ਵਾਰ ਪੜ੍ਹ ਕੇ ਸੁਣਾਈ ਸੀ ਮੈਂ, ਸਿੱਖ ਰਾਜ ਕਿਵੇਂ ਬਣਿਆ ਸੋਹਣ ਸਿੰਘ ਸੀਤਲ ਹੋਰਾਂ ਦੀ। ਉਹ ਤੋਂ ਬਾਅਦ ਜਿਹੜਾ 47 ਤੋਂ ਬਾਅਦ ਜਦੋਂ ਗੱਲਾਂ ਚੱਲ ਪਈਆਂ ਤੇ ਵੱਖਵਾਦ ਦੀਆਂ ਤੇ ਇਹ ਜਰਾਇਮ ਪੇਸ਼ਾ ਕੌਮ ਹੈ ਜੀ, ਤੇ ਜੇ ਤੇ ਸਰਦਾਰ ਪਟੇਲ ਦੇ ਉਹ ਜਿਹੜਾ ਲੋਕਾਂ ਨੂੰ ਜਾਂ ਜਿਹੜੇ ਅਫੀਸ਼ੀਅਲ ਸੀ ਹਾਈ ਉਹਨਾਂ ਨੂੰ ਪਹੁੰਚਿਆ ਤੇ
ਉਸ ਤੋਂ ਬਾਅਦ ਫੇਰ ਜਿਹੜਾ ਅਗਲਾ ਕਦਮ ਆਇਆ ਜਿਹਦੇ ਵਿੱਚ ਇਹ ਗੱਲ ਖੜਾ ਦਿੱਤੀ ਵੀ ਨਹੀਂ ਤਾਂ ਪੰਜਾਬ ਬੈਠੇ 70-80 ਸਾਲ ਦੇ ਨੇ ਹੁਣ, ਉਹਨਾਂ ਨੂੰ ਜੇ ਇੱਥੇ ਆਏ ਨੇ ਤਾਂ ਹੁਣ ਪੰਜਾਬ 'ਚੋਂ 20-21 ਵਰਿਆਂ ਦੇ ਸੀ 1960 'ਚ, ਜਿਹੜੇ 80 ਸਾਲ ਦੇ ਨੇ 70 ਦੇ ਨੇ, ਉਹਨਾਂ ਨੇ ਵੇਖਿਆ ਪੰਜਾਬ 'ਚ ਸਾਦਗੀ ਜਿਹੜੀ ਸੀ, ਪੰਜਾਬ ਦੇ ਵਿੱਚੋਂ ਅਜਿਹਾ ਕੁਝ ਨਹੀਂ ਸੀ ਜਿਹਦੇ ਨਾਲ ਪੰਜਾਬ ਨੂੰ ਖੋਰਾ ਲੱਗ ਸਕਦਾ। ਲੱਗਿਆ ਕਿੱਥੇ ਖੋਰਾ? ਜਿੱਦਣ ਉਹ ਪੈਸੇ 'ਚ ਮਾਲੋ ਮਾਲ ਹੋ ਗਿਆ। ਪੈਸੇ 'ਚ ਮਾਲੋ ਮਾਲ ਕੀ ਹੋਇਆ? ਮਤਲਬ ਦੇਸ਼ ਜਿਹਦੇ 'ਚ ਕਣਕ ਹੈ ਨਹੀਂ ਸੀ ਖਾਣ ਲਈ, ਉਹ ਦੇਸ਼ ਨੂੰ ਜਦ ਅਮਰੀਕਾ ਵਰਗੇ ਦੇਸ਼ 'ਚੋਂ ਕਣਕਾਂ ਜਾਂਦੀਆਂ, ਉਹ ਕਹਿੰਦੇ ਅਸੀਂ ਤੁਹਾਨੂੰ ਟੈਕਨੋਲੋਜੀ ਦੇ ਦਿੰਦੇ ਹਾਂ, ਪੰਜਾਬ 'ਚ ਦੇ ਦਿਓ। ਪੰਜਾਬ ਜਿਹੜਾ ਉਹਨਾਂ ਨੇ ਟਾਰਗੇਟ ਕੀਤਾ। ਅਮਰੀਕਾ ਨੇ ਕਿਉਂ ਟਾਰਗੇਟ ਕੀਤਾ ਪੰਜਾਬ? ਕਿਉਂਕਿ ਪੰਜਾਬ 60ਵਿਆਂ ਦੇ ਵਿੱਚ ਖੱਬੇ ਪੱਖੀ ਔਲਾਰ ਦੇ ਵਿੱਚ ਸੀ, ਨਕਸਲ ਲਹਿਰ ਦਾ ਜ਼ੋਰ ਸੀ, ਔਰ ਰੂਸ ਦੀ ਜਿਹੜੀ ਤਰਜ਼ ਹੈ ਉਹ ਅਮਰੀਕਾ ਨੂੰ ਪਸੰਦ ਨਹੀਂ ਸੀ। ਉਹ ਕਹਿੰਦੇ ਕਣਕ ਦੇ ਦਿਓ ਤੇ ਇਹਨਾਂ ਨੂੰ ਯੂਰੀਆ ਦਿਓ ਤੇ ਪੈਸਟੀਸਾਈਡ ਦਿਓ। ਧਰਤੀ ਪੰਜਾਬ ਹੀ ਉਹਨਾਂ ਨੇ ਲੱਭੀ, ਭਾਰਤ ਨਹੀਂ ਭਾਰਤ ਦਾ ਕੋਈ ਸੂਬਾ ਨਹੀਂ ਲੱਭਿਆ। ਕੈਰੋਂ ਬਜ਼ਿੱਦ ਸੀ, ਉਹ ਇੱਥੇ ਪੜ੍ਹ ਕੇ ਗਿਆ ਸੀ, ਅਮਰੀਕਾ ਦਾ ਵਕੀਲ ਸੀ, ਤੇ ਉਹਨੂੰ ਇਹ ਸੀ ਮੈਂ ਕੈਲੀਫੋਰਨੀਆ ਬਣਾਉਣਾ, ਯੂਨੀਵਰਸਿਟੀਆਂ ਬਣਾ ਤੇ ਕੰਮ ਵੀ ਕੀਤਾ। ਮਤਲਬ ਜਿਹੜੇ ਟਿਊਬਵੈਲ ਲਾ ਤੇ ਜੇ ਕਰ ਵੋ ਕਰ, ਜ਼ਮੀਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਮਰੱਬੇਬੰਦੀ। ਉਸ ਤੋਂ ਅੱਗੇ ਮਰੱਬੇਬੰਦੀ ਹੋ ਗਈ, ਕਿਸੇ ਦੇ 2 ਬਿਸਵੇ ਕਿੱਥੇ ਸੀ, ਕਿਸੇ ਦੇ 2 ਬਿੱਗੇ ਕਿੱਥੇ ਸੀ, ਉਹ ਇਕੱਠੇ ਕਰਤੇ। ਇਕੱਠੇ ਕਰਨ ਤੋਂ ਬਾਅਦ ਜਦੋਂ ਉਹ ਜ਼ਮੀਨਾਂ ਇਕੱਠੀਆਂ ਹੋ ਗਈਆਂ, ਕਾਸ਼ਤਕਾਰ ਜਿਹੜੇ ਵੱਧ ਕੇ ਪੈਸੇ ਬਣਨ ਲੱਗ ਗਏ। ਜਦ ਪੈਸਾ ਪੰਜਾਬ 'ਚ ਆਇਆ, ਪੰਜਾਬ ਨੂੰ ਐਗਰੋ ਇੰਡਸਟਰੀ ਦੀ ਜਵਾਬ ਦੇਤਾ। ਐਗਰੋ ਇੰਡਸਟਰੀ ਉਹਨੂੰ ਪੰਜਾਬ ਨੂੰ ਦਿੱਤੀ ਨਾ, ਸਾਡੇ ਕੋਲ ਵੱਧ ਹੋ ਗਿਆ, ਆਪਟੀਮਮ ਹੋ ਗਿਆ ਜਾਂ ਸਾਰਾ ਕੁਝ, ਤਾਂ ਉਦੋਂ ਵੱਧ ਜ਼ਮੀਨ ਉਪਜਾਊ ਨਾ ਰਹੀ। ਤੇ ਜਦੋਂ ਸਿਰੇ ਲੱਗੀ ਗੱਲ, ਉਹ ਕਹਿੰਦੇ ਨਹੀਂ ਐਗਰੋ ਇੰਡਸਟਰੀ ਤੁਹਾਨੂੰ ਮਿਲਣੀ। ਮਰਾਜ ਜੀ ਦਸਾਈ ਹੋਣੀ ਕਹਿੰਦੇ ਐਗਰੋ ਇੰਡਸਟਰੀ ਅਸਲ ਤਾਂ ਕਣਕ ਨਹੀਂ ਪੂਰੀ ਹੁੰਦੀ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ, ਤੁਹਾਨੂੰ ਨਹੀਂ ਇਹ ਮਿਲ ਸਕਦੀ। ਤੇ ਗਿਰਾਵਟ ਸ਼ੁਰੂ ਹੋ ਗਈ, ਖਰਚੇ ਵਧੇ ਹੋਏ ਸੀ, ਉਹਦੇ ਚੋਂ ਡੇਰਾਬਾਦ ਆ ਗਿਆ। ਪੈਸੇ ਜਿਹੜੇ ਲੋਕ ਧਰਮ ਤੋਂ ਪਰਾਂ ਹਟ ਗਏ। ਜਦ ਹੀ ਪੈਸਾ ਆਉਂਦਾ ਤੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਪਰਾਂ ਆਪਾਂ ਆਪਣੀਆਂ ਕਦਰਾਂ ਕੀਮਤਾਂ ਤੋਂ ਹਟ ਜਾਂਦੇ। ਗੱਲ ਇੱਥੇ ਆ ਗਈ, ਖਾਤਮਾ ਇਸ ਗੱਲ ਤੇ ਹੋ ਕੇ ਆ ਗਿਆ ਕਿ ਉਧਰੋਂ ਪਾਣੀਆਂ ਦੀ ਲੁੱਟ ਸ਼ੁਰੂ ਹੋ ਗਈ। ਪਾਣੀ ਜਦ ਲੁੱਟ ਲਏ, ਇੱਥੇ ਆ ਕੇ ਗੱਲ ਖੜ ਗਈ ਕਿ ਇਹ ਯੂਨੀਅਨ ਜਿਹੜੀ ਭਾਰਤੀ ਕਿਸਾਨ ਯੂਨੀਅਨ ਬਣੀ, ਇਹ ਜਿਆਦਾ ਸ਼ੁਰੂਆਤ ਇਸ ਦੀ ਹੋਈ ਸਬਸਿਡੀਆਂ ਦੀ ਗੱਲ ਇੱਥੋਂ ਚੱਲੀ। ਸਭ ਤੋਂ ਪਹਿਲਾਂ ਜਿਹੜੀ MSP ਜਦ ਇੱਕ ਵਾਰ ਹਟਾਈ, MSP ਤੋਂ ਗੱਲ ਸ਼ੁਰੂ ਹੋਈ ਮੁੜ ਕੇ ਫਿਰ ਦੇਖ ਲਓ, ਤੁਹਾਨੂੰ ਪਤਾ ਹੀ ਹੈ, ਕਰਜ਼ਾ ਮਾਫੀ ਦੀ, ਫਿਰ ਖੁਦਕਸ਼ੀਆਂ ਦੀ ਗੱਲ ਹੋ ਗਈ। ਅਖੀਰ ਕੌਮ ਇਸ ਗੱਲ ਤੇ ਖੜ ਗਈ ਆ ਕੇ ਕਿ ਹੁਣ ਕੀ ਕੀਤਾ ਜਾਵੇ। ਨਿਰਾਸ਼ਤਾ ਦੇ ਆਲਮ ਦੇ ਵਿੱਚ ਬਹੁਤੇ ਨੇ ਜਿਹੜੇ ਨਸ਼ੇ ਵਾਲੇ ਪਾਸੇ ਨੂੰ ਚੱਲ ਗਏ, ਦੂਸਰੇ ਦੇਸ਼ ਛੱਡਣ ਲਈ ਮਜਬੂਰ ਹੋ ਗਏ, ਪਰਦੇਸੀ ਹੋ ਗਏ। ਪਿਛਲੇ 20 ਸਾਲਾਂ 25 ਸਾਲਾਂ ਜਿੰਨੇ ਆਪਾਂ ਸਾਰੇ ਆਏ ਆ, ਇਹ ਅੱਜ ਉੱਥੇ ਜਾ ਕੇ ਇੱਕ ਗੱਲ ਫੇਰ ਜਦ ਹੁਣ ਹੋਂਦ ਦਾ ਖਤਰਾ ਹੋ ਗਿਆ, ਹੋਂਦ ਦੇ ਖਤਰੇ ਤੇ ਆ ਕੇ ਗੱਲ ਜਿਹੜੀ ਹੈ ਉਹ ਸੰਘਰਸ਼ ਦੇ ਰਾਹ ਪੈ ਗਈ। ਤੇ ਅੱਜ ਉਹਨਾਂ ਨੇ ਦਿਖਾ ਦਿੱਤਾ ਉੱਥੇ ਤੇ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ, ਜਿੱਥੇ ਖਾਲਸਾਈ ਰਾਜ ਰਿਹਾ, ਉਹਨਾਂ ਦੀਆਂ ਨਾੜਾਂ 'ਚ ਖੂਨ ਨਹੀਂ ਗਿਆ ਹਨ। ਕੱਲ ਅੱਜ ਮੈਂ ਪਹਿਲੇ ਪ੍ਰੋਗਰਾਮ 'ਚ ਵੀ ਦੱਸਦਾ, 2 ਇੰਟਰਵਿਊਆਂ ਕੱਲ ਹੋਈਆਂ। ਇੱਕ ਰਾਹ ਦੇ ਚੀਫ ਦੀ ਦੁਲਟ ਦੀ ਹੋਈ ਹੈ, ਇਸ ਦੁਲਟ ਉਹਨਾਂ ਦੀ। ਉਹਨਾਂ ਨੇ ਕਿਹਾ, ਕਹਿੰਦੇ ਹੁਣ ਇਹ ਮਾਰ ਨਹੀਂ ਖਾਂਦੇ। ਵਿਸਾਖੇ ਦੀ ਵੀ ਗੱਲ ਕੀਤੀ, ਇੰਦਰਾ ਗਾਂਧੀ ਦੀ ਬਹੁਤ ਵੱਡੀ ਗਲਤੀ ਸੀ। ਉਹ ਕਹਿੰਦੇ ਫਿਰ ਮਾਫ ਨਹੀਂ ਸਿੱਖਾਂ ਨੇ ਉਹਨੂੰ ਕੀਤਾ, ਮਾਫੀ ਦੇ ਕਾਬਲ ਨਹੀਂ ਸੀ। ਕਰਨ ਸ਼ੋਰੀ ਜਿਹੜਾ 84 ਬਹੁਤ ਖਿਲਾਫ ਲਿਖਦਾ ਰਿਹਾ ਸਿੱਖਾਂ ਦੇ, ਤੇ ਜਿਹੜਾ ਸਾਕੇ ਲਈ ਕਹਿੰਦਾ ਸੀ ਵੀ ਛੇਤੀ ਜਿਹੜੀ ਹੈ ਅਟੈਕ ਕਿਉਂ ਨਹੀਂ ਹੁੰਦਾ। ਚੌਧਰੀ ਚਰਨ ਸਿੰਘ ਕਹਿੰਦਾ ਜੇ ਮੈਂ ਹੋਵਾਂ ਮੈਂ ਤਾਂ ਦਿਹਾੜੀ 'ਚ ਜਾ ਬਣਾਉ। ਤੇ ਹੁਣ ਉਸ ਕੌਮ ਨੇ ਇੱਕ ਦਿਖਾ ਦਿੱਤਾ ਵੀ ਇਹ ਨਹੀਂ ਗੱਲ ਹੈ। ਅੱਛਾ, ਜਿੱਥੇ ਸਾਡੀ ਸਥਾਪਤੀ ਆ, ਹੁਣ ਤੁਸੀਂ ਉਸ ਮਾਡਲ ਨੂੰ ਪੰਜਾਬ ਨੂੰ ਛੱਡ ਦਿਓ, ਆਹ ਸਥਾਪਤੀ ਤੇ ਆ ਜਾਓ ਜਿੱਥੇ ਹੁਣ ਤੁਸੀਂ ਬਸੇ ਹੋਏ ਹੋ। ਫਿਰ ਆਪਾਂ ਸੰਘਰਸ਼ ਚੱਲਦੇ ਹਾਂ। 10 ਮਿੰਟ 'ਚ ਮੈਂ ਗੱਲ ਨਿਬੇੜ ਦੇਣੀ। ਇੱਥੇ ਤੁਸੀਂ ਜਿੱਥੇ ਸਥਾਪਤ ਹੋਏ, ਬਹੁਤਾਤ 'ਚ ਸਿੱਖ,
ਇੰਗਲੈਂਡ ਦੇ ਵਿੱਚ ਹੋਏ, ਅਮਰੀਕਾ ਕੈਨੇਡਾ 'ਚ ਹੋਏ, ਆਸਟ੍ਰੇਲੀਆ 'ਚ ਬਹੁਤ ਘੱਟ ਕੌਮ ਦਾ, ਯੂਰਪ ਦੇ ਦੇਸ਼ਾਂ 'ਚ ਵੀ ਹਲੇ ਘੱਟ ਆਮਦ। ਜੇ ਵੈਨਕੂਵਰ 'ਚ ਦੇਖੀਏ, ਅਸੀਂ ਪਿਛਲੇ 120 ਸਾਲਾਂ ਤੋਂ ਰਹਿ ਰਹੇ ਹਾਂ। 120 ਸਾਲਾਂ ਦੇ ਵਿੱਚੋਂ ਜਿਹੜੇ ਕੋਈ 20 ਸਾਲ ਪਹਿਲਾਂ ਆਏ ਨੇ ਉਹਨਾਂ ਨੂੰ ਨਹੀਂ ਪਤਾ ਕੀ ਇੱਥੇ ਸੀ, 25 ਸਾਲ ਵਾਲਿਆਂ ਨੂੰ ਨਹੀਂ ਪਤਾ ਇੱਥੇ ਕੀ ਸੀ। ਬਹੁਤ ਕੁਝ ਇੱਥੇ ਸਾਡੇ ਲੋਕਾਂ ਨੇ ਬਹੁਤ ਤੰਗੀਆਂ ਜਿਹੜੀਆਂ ਕੱਟੀਆਂ ਨੇ, ਉਹ ਸਾਰੀਆਂ ਨੇ ਬਹੁਤ ਵਾਰ ਆਪਾਂ ਦੱਸਿਆ, ਜਿਸ 'ਚ ਕਾਮਾਗਾਟਾ ਮਾਰੂ ਤੁਹਾਡੇ ਸਾਹਮਣੇ ਆ। ਫਿਰ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਦੇ ਵਿੱਚ ਗੁਰੂ ਘਰ ਨਹੀਂ, ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਸ਼ਰੇਆਮ ਹੋਏ। ਕਤਲ ਹੋਣ ਤੋਂ ਬਾਅਦ ਬੇਲੇ ਉਹਨਾਂ ਨੂੰ ਬਚਾਉਣ ਲਈ ਹਪਕਿੰਸਨ ਹੋਇਆ, ਭਾਈ ਮੇਵਾ ਸਿੰਘ ਲੋਪੋਕੇ ਸ਼ਹੀਦੀ ਹੋਈ, ਗਦਰ ਲਹਿਰ ਹੋਈ, ਸਟਾਕਟਨ ਤੇ ਇਸ ਧਰਤੀ ਤੋਂ ਯੋਧੇ ਤੁਰ ਪਏ। ਕਰਤਾਰ ਸਿੰਘ ਸਰਾਭਾ ਤੇ ਹੋਰ ਬਹੁਤ ਲੰਮਾ ਨਾਂ ਹੈ, ਰਾਮ ਸਿੰਘ ਧਲੇਥੇ ਵਰਗੇ ਸੱਜਣ ਜਿਹੜੇ ਨੇ ਸਾਰਾ ਕੁਝ ਛੱਡ ਕੇ ਉਹ ਤੁਰ ਗਏ। ਤੇ ਉਸ ਤੋਂ ਬਾਅਦ ਆਉਂਦੀਆਂ ਗਈਆਂ ਅਗਲੀਆਂ ਪੀੜ੍ਹੀਆਂ ਚਲੇ ਗਈਆਂ। 50 60ਵਿਆਂ ਦੇ ਵਿੱਚ, 70ਵਿਆਂ ਦੇ ਵਿੱਚ ਬਹੁਤ ਕਮਿਊਨਿਟੀ ਆਈ। ਕਮਿਊਨਿਟੀ ਜਦ ਆ ਗਈ, ਸਥਾਪਿਤ ਹੋਣ ਲੱਗ ਗਈ, ਹੌਲੀ ਹੌਲੀ ਮਿੱਲਾਂ 'ਚ ਕੰਮ ਕਰਦੇ ਆਪਣੇ ਆਪਣੇ ਬਿਜ਼ਨਸ ਵੱਲ ਚਲੇ ਗਏ। ਬਿਜ਼ਨਸ ਤੋਂ ਬਾਅਦ ਸਾਰੇ ਪੱਖਾਂ ਤੋਂ ਅਸੀਂ ਜਿਹੜੀ ਹੈ ਉਹ ਤਿਆਰੀ ਕਰਨ ਲੱਗ ਗਏ। ਰਾਜਨੀਤੀ ਵਾਲੇ ਪਾਸੇ ਵੀ, ਸੱਭਿਆਚਾਰ ਵਾਲੇ ਪਾਸੇ ਵੀ ਜਥੇਬੰਦੀਆਂ ਬਣ ਗਈਆਂ। ਤੁਸੀਂ ਇਹਨੂੰ ਪੈਰਲਲ ਰੱਖਿਓ, ਪੰਜਾਬ 'ਚ ਕੀ ਹੋਇਆ, ਨਾਲ ਹੀ ਤੁਸੀਂ ਇੱਥੇ ਖਿਆਲ ਰੱਖਿਓ ਵੀ ਕਿਵੇਂ ਸਥਾਪਤੀ ਜਦ ਹੁੰਦੀ ਆ ਫਿਰ ਪੈਂਦਾ ਕੀ ਹੈ। ਪੰਜਾਬ 'ਚ 60ਵਿਆਂ 'ਚ ਸਥਾਪਤੀ ਹੋਈ, ਪੈਸਾ ਧੇਲਾ ਬਣਿਆ, ਉਹ 'ਚੋਂ ਡੇਰੇ ਨਿਕਲਿਆ, ਉਹਨਾਂ 'ਚੋਂ ਰਾਜਨੀਤਿਕ ਬੰਦੇ ਆ ਗਏ। ਪੰਜਾਬ ਜਿਹੜਾ ਸੂਬਾ ਅਲੱਗ ਕਰ ਲਿਆ, ਕਿਉਂਕਿ ਬਹੁਤਾਤ ਸਿੱਖ ਪਾਰਟੀ ਚਾਹੁੰਦੀ ਸੀ, ਅਕਾਲੀ ਦਲ ਨੂੰ ਇਹ ਸੀ ਬਈ ਜੇ ਇੱਥੇ ਬਹੁਤਾਤ ਸਾਡੀ ਸਿੱਖਾਂ ਦੀ ਹੋਈ, ਅਸੀਂ ਕਦੇ ਰਾਜਨੀਤੀ 'ਚ ਨਹੀਂ ਆ ਸਕਦੇ। ਨਹੀਂ, ਪੰਜਾਬ ਬਹੁਤ ਵੱਡਾ ਸੀ, ਲਾਹੌਲ ਸਪੀਤੀ ਤੋਂ ਲੈ ਕੇ ਕਿੱਥੇ ਤੁਹਾਡਾ ਹਿਮਾਚਲ ਹੈ, ਕਿੱਥੇ ਤੁਹਾਡਾ ਹਰਿਆਣਾ, ਅੱਜ ਜਿੱਥੇ ਬੈਠਿਆ ਉਹ ਪੰਜਾਬ ਸੀ। ਅੱਛਾ, ਜਦ ਇੱਥੇ ਲੋਕ ਪੈਸੇ ਧੇਲੇ ਵਾਲੀ ਜਿਹੜੀ ਦੌੜ ਤੋਂ ਬਾਹਰ ਹੋ ਜਾਂਦੇ ਨੇ, ਜਦ ਕਮਿਊਨਿਟੀ ਦੇ ਨਾਲ ਨਾਤਾ ਟੁੱਟ ਜਾਂਦਾ, ਉਹ ਆਈਸੋਲੇਸ਼ਨ ਚਲੇ ਜਾਂਦੇ ਨੇ। ਅਗਲਾ ਕਹਿੰਦਾ ਚੱਲ 4 ਪੈਸੇ ਆ ਗਏ, ਹੁਣ ਮੈਂ ਕੀ ਲੈਣਾ। ਨਹੀਂ ਤਾਂ ਤੁਸੀਂ ਸ਼ੁਰੂ 'ਚ ਜਦ ਆਉਨੇ ਹੋ, ਪੰਜਾਬ ਦੇ ਵਿੱਚੋਂ ਆਉਨੇ ਹੋ, ਇੱਥੇ ਘਰ-ਬਾਰ ਬਣਾਉਨੇ ਹੋ, ਪਹਿਲਾ ਡਿਪੋਜ਼ਿਟ ਦੇਣ ਲਈ 5-4 ਬੰਦਿਆਂ ਨਾਲ ਇੱਕ ਦੂਜੇ ਨਾਲ ਦੋਸਤੀ ਗੱਢ ਕੇ 5-5 7-7 ਹਜ਼ਾਰ ਲੈ ਕੇ ਲੈਂਦੇ ਆ ਨਾ, ਆਪਾਂ ਸ਼ੁਰੂ 'ਚ ਲੈਂਦੇ ਸੀ। ਹੁਣ ਤਾਂ ਖੈਰ ਮਹਿੰਗਾ ਹੋ ਗਿਆ ਕੰਮ। ਤੇ ਜਿਉਂ ਹੀ ਸਾਡੇ ਕੋਲ ਪੈਸਾ ਆ ਗਿਆ ਤੇ ਅਸੀਂ ਉਸ ਚੀਜ਼ 'ਚੋਂ ਬਾਹਰ ਚਲੇ ਜਾਂਦੇ। ਹੁਣ ਇੱਥੇ ਕੀ ਹੁੰਦਾ ਫਿਰ ਇਹ 'ਚ ਬੰਦੇ ਜਿਹੜੇ, ਕਿਉਂਕਿ ਸਾਰੀ ਕਮਿਊਨਿਟੀ ਹੈ ਜਿਹੜੀ ਉਹ ਇੱਕ ਜਿਹੀ ਨਹੀਂ ਹੋ ਸਕਦੀ। ਉਹ 'ਚ ਸਾਊ ਵੀ ਨੇ, ਉਹ 'ਚ ਬਖਾਦੀ ਵੀ ਨੇ, ਉਹ 'ਚ ਅਪਰਚੂਨਿਸਟ ਵੀ ਨੇ ਜਿਨ੍ਹਾਂ ਨੇ ਫਾਇਦਾ ਲੈਣਾ। ਤੇ ਉਹ ਜਦ ਸ਼ਾਮਲ ਹੋ ਜਾਂਦੇ ਨੇ ਤੁਹਾਡੇ 'ਚ, ਫਿਰ ਸਾਨੂੰ ਨਹੀਂ ਪਤਾ ਲੱਗਦਾ ਨਾਲ ਕੀ ਹੁੰਦਾ, ਕਿਉਂਕਿ ਅਸੀਂ ਵਾਸਤਾ ਛੱਡ ਦਿੰਦੇ ਹਾਂ। ਪੰਜਾਬ ਨੇ ਵੀ ਵਾਸਤਾ ਛੱਡਿਆ। 60ਵਿਆਂ ਦੇ ਵਿੱਚ ਜਦ ਅਮੀਰ ਜੱਟ ਹੋ ਗਏ, 60 ਕਣਕ ਵੇਚਦੇ ਜਦ ਬਾਹਰਲੀ ਅਮਰੀਕਨ ਵਿਕਣ ਲੱਗੀ, ਪੈਸਾ ਇੰਨਾ ਹੋ ਗਿਆ, ਘਰ-ਬਾਰ, ਕੋਠੀਆਂ, ਬੰਗਲੇ ਬਣ ਗਏ ਤੇ ਪੈਸਾ ਧੇਲਾ ਹੋ ਗਿਆ, ਹਥਿਆਰ ਲੈ ਲਏ ਤੇ ਜੇ ਤੇ ਉਹ ਹਟ ਗਏ। ਉਹ ਕੌਣ ਪਿੰਡ 'ਚੋਂ ਗਰੀਬ ਹੈ, ਕੌਣ ਪਿੰਡ 'ਚੋਂ ਡੇਰੇ ਚਲੇ ਗਿਆ, ਕੌਣ ਪਿੰਡ 'ਚੋਂ ਕਿਹੜੇ ਡੇਰੇ ਜਾ ਵੜਿਆ, ਅਗਲੇ ਗੱਲਾਂ ਛੱਡ ਕੇ ਗਰੀਬੀ 'ਚ ਸੀਰੀ ਹਰ ਵਕਤ ਨਾਲ, ਇਕੱਠੇ ਖਾਣਾ, ਇਕੱਠੇ ਪੀਣਾ, ਇੱਕ ਦੂਜੇ ਨੂੰ ਸਾਂਭਣਾ, ਸੰਗਰਾਂਦ ਨੂੰ ਮੱਥੇ ਟੇਕਣੇ ਤੇ 1-2 ਨੇੜੇ ਦੇ ਮੇਲੇ ਜਾ ਆਉਣਾ, ਕੰਮ ਹੀ ਇੰਨਾ। ਜਦ ਘੇਸਲ ਮਾਰ ਲਈ ਕੌਮ ਨੇ ਤਾਂ ਬਰਬਾਦ ਹੋ। ਫਿਰ ਜਦ ਉਸ ਕੌਮ ਨੂੰ ਜਗਾਉਣ ਵਾਲਾ ਕੋਈ ਜੰਮਦਾ, ਉਹਦਾ ਜਿਹੜੀ ਸਟੇਟ ਆ, ਕਿਉਂਕਿ ਸਟੇਟ ਦਾ ਕੰਮ ਹੋ ਰਿਹਾ ਸੀ ਪੂਰਾ, ਨੇਸ਼ਨ ਸਟੇਟ ਦੇ ਥੱਲੇ ਪੰਜਾਬ ਬਿਲਡ ਹੋ ਰਿਹਾ ਸੀ। ਪੰਜਾਬ ਦੇ ਸੂਬੇਦਾਰ ਨੂੰ ਕਹਿੰਦੇ ਸੀ ਵੀ ਤੂੰ ਆਪਣਾ ਖਾਈ ਚੱਲ, ਜਿਹੜਾ ਕੁਝ ਖਾਣਾ, ਤੂੰ ਇਹਨਾਂ ਨੂੰ ਨਹੀਂ ਸਿਖਾਉਣਾ ਕੀ ਖਾ ਰਿਹਾ। ਸੇਮ ਪੈਰਲਲ ਇੱਥੇ, ਜਦ ਪੈਸੇ ਵਾਲੇ ਬੰਦੇ, ਪੈਸਾ ਕਮਾਉਣਾ ਕੋਈ ਮਾੜਾ ਨਹੀਂ, ਪੈਸਾ ਕਮਾਓ, ਪਰ ਜਦ ਤੁਸੀਂ ਕਮਿਊਨਿਟੀ ਨੂੰ ਤਾਰ ਕਰਨ ਲੱਗ ਜਾਂਦੇ ਹੋ, ਕਮਿਊਨਿਟੀ ਨੂੰ ਹਰ ਪੱਖੋਂ ਤੁਸੀਂ ਹਿੱਬੀ ਲਾਉਣੀ ਸ਼ੁਰੂ ਕਰ ਦਿੰਦੇ ਹੋ, ਉੱਥੇ ਸਿਆਪਾ ਪੈਂਦਾ। ਉਸ ਜਦ ਮਿਲਣ ਆਏ ਤਾਂ ਇੱਥੇ ਲੈ ਕੇ ਆਏ ਸ੍ਰੀ ਗੁਰਦੁਆਰਾ ਸਾਹਿਬ। ਉਹਦੇ ਬਾਅਦ ਫਿਰ ਗੁਰਦੁਆਰਾ ਸਾਹਿਬ ਕਿੰਨੇ ਸਰੀ 'ਚ ਬਣੇ ਹੋਏ ਨੇ ਤੁਸੀਂ ਗਿਣ ਸਕਦੇ ਹੋ। ਕਮਿਊਨਿਟੀ ਵਧਣ ਲੱਗ ਗਈ। ਕਮਿਊਨਿਟੀ ਵਧਣ ਦੇ ਨਾਲ ਨਹੀਂ ਬਣੀ ਗੱਲ, ਕਮਿਊਨਿਟੀ ਕੋਲ ਡਾਲਰ ਆ ਗਏ ਤਾਂ ਬਣੀ ਗੱਲ। ਉਸ ਤੋਂ ਬਾਅਦ ਜਦ ਉਹਦੇ ਬਾਅਦ ਆ ਗਏ, ਲੋਕ ਆਉਣ ਲੱਗ ਗਏ, ਅੱਡ ਗੁਰੂ ਘਰ ਅਸੀਂ ਜਾਣ ਲੱਗੇ, ਜਿਹੜੀ ਨੇਬਰਹੁੱਡ 'ਚ ਅਸੀਂ ਰਹਿੰਦੇ ਉੱਥੇ ਜਾਣ ਲੱਗ ਗਏ। ਅੱਛਾ, ਰਾਜਨੀਤੀ ਵਾਲੇ ਪਾਸੇ ਫਿਰ ਆਪਾਂ
ਜਦ ਪੈਸੇ ਬਣ ਲੱਗੇ, ਪੈਸੇ ਕਦ ਬਣੇ? ਕੀ ਪੈਸੇ ਪਹਿਲਾਂ ਬਣੇ? ਮੈਂ ਪਿਛਲੇ 20 ਵਰਿਆਂ ਦੀ 22 ਵਰਿਆਂ ਦੀ ਗੱਲ ਕਰਾਂ, ਬਿਲਕੁਲ ਨਹੀਂ ਸੀ ਪੈਸੇ। ਜਿਹੜੇ ਅੱਜ ਵੱਡੇ ਬਿਲਡਰ ਨੇ ਸਾਡੇ ਸ਼ਹਿਰ ਦੇ, ਜਿਨ੍ਹਾਂ ਤੇ ਮਾਣ ਹੈ, ਉਹ ਬਣਾਉਂਦੇ ਆ ਘਰ, ਟਾਊਨ ਹਾਊਸ ਕੌਂਡੋ ਬਣਾਉਂਦੇ ਆ ਤੇ ਘਰ ਬਣਾਉਂਦੇ ਆ। ਉਹਨਾਂ ਨੂੰ ਵੇਖਦੇ, ਜਿਹੜੇ ਵੱਡੇ ਬਿਲਡਰ ਨੇ ਸਰੀ ਦੇ 10-12, ਉਹਨੂੰ ਮੈਂ ਵੇਖਦੇ ਹੱਥੀਂ ਕੰਮ ਕਰਦਿਆਂ ਤੋਂ ਅੱਜ ਐਸਟੈਬਲਿਸ਼ ਹੋਏ ਦੇਖਿਆ ਤੇ ਦੇਖਦਾ, ਤੇ ਉਹ ਮੈਂ ਬਹੁਤ ਮਾਣ ਵਾਲੀ ਗੱਲ ਆ ਉਹਦੀ। ਉਹਦੇ 'ਚ ਕੋਈ ਵੀ ਕਰਪਸ਼ਨ, ਕੁਝ ਵੀ ਅਜਿਹਾ ਨਹੀਂ ਸੀ ਲੁਕਿਆ ਹੋਇਆ। ਉਹਨਾਂ ਨੇ ਸ਼ੁਰੂ ਕੀਤਾ, ਲੋਕ ਆਉਣ ਲੱਗ ਗਏ, ਇੱਕ ਟਾਊਨ ਹਾਊਸ ਇੱਕ ਲੈ ਲਿਆ ਰੈਂਚਰ, ਉਹਦਾ ਘਰ ਬਣਾ ਲਿਆ, 2 ਲੱਖ 2.5 ਲੱਖ 3 ਲੱਖ 'ਚ ਘਰ ਬਣ ਗਿਆ ਤੇ 3.5 ਦਾ ਵਿਕ ਗਿਆ, 4 ਦਾ 20-25 ਹਜ਼ਾਰ ਮਾਰਜਨ ਤੇ ਘਰ ਵਿਕਦੇ ਸੀ। ਜੇ ਮੈਂ ਗੱਲ ਕਰਾਂ, ਮੈਂ ਪਹਿਲਾ ਆਪਣਾ ਘਰ 2002 'ਚ 4 ਸਾਲ ਬਾਅਦ ਛੱਤਿਆ ਇੱਥੇ ਆ ਕੇ। ਅੱਜ ਘਰਾਂ ਘੁਰਾਂ ਦੀਆਂ ਪਿਛਲੇ ਦਿਨ ਬੜੀਆਂ ਗੱਲਾਂ ਹੋਈਆਂ ਵੀ ਘਰ ਕਿਵੇਂ ਛੱਤੇ ਗਏ। 6ਵਾਂ ਘਰ ਆ ਜਿਹ 'ਚ ਮੈਂ ਰਹਿਣਾ ਵਾ। ਮੈਂ 97 'ਚ ਆਇਆ, ਟੈਕਸੀ ਲਈ, ਟੈਕਸੀ ਵੇਚ ਕੇ 1.5 ਲੱਖ ਦੀ ਪਹਿਲਾ ਘਰ ਆਪਾਂ ਛੱਤਿਆ। ਉਹਦੇ ਤੇ ਖਰਚਾ ਆਪਣਾ ਹੋਇਆ 1,60,000 ਦੀ ਲੋਟ ਲੈ ਕੇ। ਮੈਂ ਆਪਣੀ ਜ਼ਿੰਦਗੀ ਦੀ ਤੁਹਾਨੂੰ ਗੱਲ ਤਾਂ ਦੱਸਦਾ ਨਾ ਵੀ ਸਮਝ ਪੈ ਜਾਂਦੀ ਹੈ, ਕਿਸੇ ਦੀ ਨਹੀਂ ਕਹਿਣੀ। 3.25 ਲੱਖ 'ਚ ਘਰ ਰੈਡੀ ਹੋਇਆ, 4,20,000 ਦਾ ਵੇਚਿਆ, ਸਿਰਫ $40,000 'ਚ 1 ਸਾਲ ਝਾੜੂ ਫੇਰ ਕੇ। ਇਹੀ ਸੀ ਜਦ ਸਡਨ 2005 ਦੇ ਵਿੱਚ ਬੂਮ ਆ ਗਿਆ। ਬੂਮ ਕਾਹਦਾ ਸੀ? ਲੋਕ ਆਉਣ ਲੱਗ ਗਏ, ਹਾਂਗਕਾਂਗ ਤੋਂ ਆਉਣ ਲੱਗ ਗਏ ਤੇ ਜੇ ਤੇ ਉਹ ਪੈਸੇ ਬਣ ਲੱਗ ਗਏ। 5-5 ਹਜ਼ਾਰ ਤੇ ਲੋਟਾਂ ਫਲਿੱਪ ਹੁੰਦੀਆਂ ਮੈਂ 2000 ਦੇ ਵਿੱਚ ਵੇਖੀਆਂ, ਸਿਰਫ 5-5 ਹਜ਼ਾਰ ਤੇ 5,000 ਵਾਧਾ ਦੇ ਕੇ ਫਲਿੱਪ ਹੁੰਦੀਆਂ ਲੋਟਾਂ ਵੇਖੀਆਂ ਮੈਂ ਸਰੀ 'ਚ। ਅੱਛਾ, ਜਦੋਂ ਇਹ ਸਥਾਪਤੀ ਹੋਈ, ਜਿਵੇਂ ਪੰਜਾਬ ਦੇ ਵਿੱਚ ਧਨਾੜ ਬੰਦੇ ਆਪਣਾ ਏਰੀਆ ਛੱਡ ਕੇ ਦੂਜੇ ਏਰੀਆ 'ਚ ਜਾ ਕੇ ਪੈਸੇ ਦੇ ਜ਼ੋਰ ਤੇ, ਖੰਡ ਲੱਗੇ ਤੇ ਪੈਸੇ ਦੇ ਜ਼ੋਰ ਤੇ ਜਾ ਕੇ ਆਪਣੀ ਹੋਂਦ ਦਿਖਾਉਣ ਲੱਗੇ, ਇੱਥੇ ਵੀ ਹੋ ਗਿਆ ਸਾਡੇ ਵੀ। ਔਰ ਸਰੀ ਨੂੰ ਇਹ ਬਖਸ਼ਿਸ਼ ਹੈ। ਤੁਸੀਂ, ਮੈਂ ਵੈਸੇ ਵੀ ਕਹਿਣਾ, ਸਰੀ ਦੇ ਅਮੀਰ ਬੰਦੇ ਤੁਸੀਂ ਜਿੰਨੇ ਹੋ, 10-15 ਸੁਣਦੇ ਹੋ, ਜਾਓ ਤਾਂ ਕਿਤੇ ਜਾ ਕੇ ਐਬਸਫੋਰਡ 'ਚ ਰਾਜਨੀਤੀ ਕਰਕੇ ਦਿਖਾਓ। ਤਾਂ ਤੁਸੀਂ ਜਾਓ ਕਿਤੇ ਵੈਨਕੂਵਰ ਦੀਆਂ ਸ਼ਹਿਰ ਦੀਆਂ ਇਲੈਕਸ਼ਨਾਂ ਤੇ ਵੈਨਕੂਵਰ ਦੇ MP MLA ਬਣਾ ਕੇ ਦਿਖਾਓ, ਐਬਸਫੋਰਡ 'ਚ ਬਣਾ ਕੇ ਦਿਖਾਓ। ਨਿਕਲਦਾ ਕੋਈ ਸਰੀ 'ਚੋਂ ਨਹੀਂ, ਕਿਉਂਕਿ ਅਸੀਂ ਆਈਸੋਲੇਸ਼ਨ ਚਲੇ ਗਏ। ਅਸੀਂ ਕੀ ਲੈਣਾ, ਜਿਹੜਾ ਮਰਜ਼ੀ ਬਣ ਜੇ, ਜਦ ਪਾਰਟੀ ਦੇ ਫੰਡ ਹੈ, ਇਹਨੂੰ ਵੀ ਦੇ ਦਿਆਂਗੇ, ਉਹਨੂੰ ਵੀ ਦੇ ਦਿਆਂਗੇ, ਦੋਨੇ ਪਾਸੇ ਦੇ ਦਿਆਂਗੇ। ਪਰ ਅਸੀਂ ਵਿਚਾਰਧਾਰਾ ਤੋਂ ਪਰਾਂ ਹੋ ਗਏ। ਪੰਜਾਬ ਦੇ ਵਿੱਚ ਐਗਜ਼ੈਕਟਲੀ ਇਹੀ ਹੋਇਆ। ਕਿਸੇ ਇਲਾਕੇ 'ਚੋਂ ਲਿਆ ਕੇ ਬੰਦਾ ਕਿਸੇ ਪਾਰਟੀ ਨੇ ਖੜਾਤਾ, ਪੈਸਿਆਂ ਦੇ ਜ਼ੋਰ ਤੇ ਬੰਦਾ ਬਣਾਤਾ। ਦੇਖ ਲਓ ਖੜ ਕੇ ਕਿੱਥੇ ਅਬੋਹਰ ਹੈ, ਜਾਖੜ ਹੋਣੀ ਕਿੱਥੇ ਖੜੇ ਗੁਰਦਾਸਪੁਰ ਜਾ ਕੇ, ਬੰਬੇ ਵਾਲੇ ਵਿਨੋਦ ਖੰਨੇ ਹੋਣੀ ਤੇ ਸਨੀ ਦਿਓਲ ਹੋਣੀ ਕਿੱਥੇ ਖੜਦੇ ਆ ਕੇ, ਪੈਸੇ ਦੇ ਜ਼ੋਰ ਤੇ। ਕੁਛ ਜਦ ਕਮਿਊਨਿਟੀ 'ਚ ਗੱਲਾਂ ਹੋਣ ਲੱਗ ਜਾਣ ਵੀ ਉਹ ਫਲਾਣਾ ਆਹ ਕਰ ਦਿੰਦਾ, ਫਲਾਣਾ ਇਹ ਕਰਦਾ, ਲੋਕ ਲਾਈ ਲੱਗ ਹੋ ਜਾਂਦੇ। ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੀ ਚੁਣੀ ਹੋਈ ਮਿਊਨਿਸਪੈਲਿਟੀ ਦੇ ਵਿੱਚ, ਕੱਲ ਵੀ ਮੈਂ ਕਹਿੰਦਾ ਤੁਹਾਡੇ ਕੰਮ ਸਿੱਧੇ ਕਿਉਂ ਨਹੀਂ ਹੋ ਸਕਦੇ ਬਈ? ਹੋ ਸਕਦੇ, ਪਰ ਸਾਨੂੰ ਆਦਤ ਜਿੱਥੋਂ ਅਸੀਂ ਵੱਡੇ ਹੋ ਕੇ ਆਏ ਆ, ਵਿਚਲਾ ਬੰਦਾ ਪਾ ਕੇ ਤੇ ਕੰਮ ਕਰਾਉਣ ਦੀ ਜਿਹੜੀ ਕਹਾਣੀ ਹੈ, ਇਹੀ ਪੰਜਾਬ ਦੇ ਵਿੱਚ ਇਹੀ ਗੱਲ ਹੋਈ। ਤੁਸੀਂ MLAਆਂ ਦੇ, ਲੋਕਲ ਕੌਂਸਲਰਾਂ ਦੇ ਗੁਲਾਮ ਹੋ ਗਏ। ਉੱਥੇ ਬੰਦਾ ਆਪਣੀ ਨਿੱਜੀ ਰਾਏ ਬਣਾਉਣ ਤੋਂ ਪਹਿਲਾਂ ਇਹ ਡਰਦਾ ਸੀ ਵੀ ਫਲਾਣਾ MLA ਤਾਂ ਨਹੀਂ ਗੁੱਸੇ ਹੋ ਜੀ, ਫਲਾਣਾ MP ਤਾਂ ਨਹੀਂ, ਯਾਰ ਇਹਨਾਂ ਤੋਂ ਕੰਮ ਕਰਾਉਣੇ ਨੇ। ਅੱਛਾ, ਉੱਥੇ ਤਾਂ ਪੰਗਾ ਸੀ, ਪੁਲਿਸ ਦਾ ਕਹਿ ਗਿਆ 751 ਪੈ ਗਈ, ਜ਼ਮੀਨ ਦਾ ਜਿਹੜਾ ਬਿਆਨਾ ਕਰਾਉਣਾ, ਜੇ ਕਰਾਉਣਾ। ਇੱਥੇ ਕਿਹੜੀ ਚੀਜ਼ ਕਰਾਉਣੀ ਹੈ? ਕੁਛ ਨਹੀਂ। ਇੱਥੇ ਤਾਂ ਤੁਸੀਂ ਸਾਦਗੀ ਨਾਲ ਸਿੱਧੇ ਹੀ ਬਣਾਈ ਜਾਓ, ਪੈਸੇ ਤੁਹਾਡੇ ਬਣ ਜਾਂਦੇ ਨੇ। 2 ਸਾਲ ਬਾਅਦ ਇੱਕ ਘਰ ਛੱਤ ਕੇ ਬਣਾ ਦਿਓ, ਡਾਲਰ 50,000 ਤੁਹਾਡੇ ਨਾਲ ਜੁੜ ਜਾਂਦਾ, ਨਾਲ ਕੰਮ ਕਰੀ ਚੱਲੋ। ਇੱਥੇ ਠੱਗੀਆਂ ਠੋਰੀਆਂ ਦੀ ਲੋੜ ਨਹੀਂ ਤੁਹਾਨੂੰ। ਅੱਛਾ, ਇਹ ਗੱਲ ਹੋ ਗਈ। ਔਰ ਮੈਂ ਇਹ ਮਾਡਲ ਤਾਂ ਕਰਦਾ, ਤੁਹਾਨੂੰ ਦੱਸਦਾ ਵੀ ਸਰੀ ਦੇ ਸਾਡੇ ਬਿਲਡਰਾਂ ਕੋਲ ਪੈਸਾ ਹੈਗਾ ਹੀ ਹੈ। 20-25 ਮੈਂ ਜਾਣਦਾ ਜਿਨ੍ਹਾਂ ਕੋਲ 20 ਮਿਲੀਅਨ ਤੋਂ ਪਲੱਸ ਹੈ। ਤੁਸੀਂ ਜਾ ਕੇ ਐਬਸਫੋਰਡ ਦੇ ਵਿੱਚ ਆਪਣਾ ਕੌਂਸਲਰ ਬਣਾ ਕੇ ਦਿਖਾਓ, ਤਾਂ ਜਾ ਕੇ ਉੱਥੇ ਕਰੋ ਤਾਂ ਸਰਦਾਰੀ, ਚੱਕੋ ਗੱਡੀ ਸਵੇਰੇ ਜਾ ਕੇ ਦਿਖਾਓ, ਨਹੀਂ ਬਣ ਦੇਣਗੇ। ਸਰੀ ਦੇ ਵਿੱਚ, ਸਰੀ ਤੇ ਨਾਲ ਹੀ ਬਰੈਂਪਟਨ 'ਚ ਪਿਛਲੇ ਦਿਨੀ ਬਰੈਂਪਟਨ ਦੀ ਇੱਕ ਰਾਜਨੀਤੀ ਵੱਡੀ ਹੋਈ, ਜਦ ਬੈਂਸ ਉਹਨਾਂ ਨੇ ਰਿਜ਼ਾਈਨ ਕੀਤਾ, ਪੇਪਰਾਂ ਨੇ ਲਿਖਿਆ, ਹੋ ਗਈ ਨਾ ਅੰਤ। ਜਿੱਥੇ ਐਉਂ ਸੀ ਵੀ ਮੇਰੇ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਇਵੈਂਚੁਅਲੀ ਰਾਜਨੀਤੀ ਤੋਂ ਬਾਹਰ ਹੋ ਜਾਣਾ, ਤੇ ਹੋ ਗਏ। ਸਰੀ ਦੇ ਵਿੱਚ ਕੀ ਪ੍ਰੋਬਲਮ ਹੋਈ? ਅਸੀਂ ਆਪਣਾ ਭਵਿੱਖ ਕੁਝ ਬੰਦਿਆਂ ਦੇ ਹੱਥੀਂ ਦੇਤਾ ਔਰ ਬਦਕਿਸਮਤੀ ਹੋ ਗਈ। ਇਉਂ ਹੀ ਪੰਜਾਬ 'ਚ ਆਈਸੋਲੇਸ਼ਨ ਹੋਈ, ਸਰੀ 'ਚ ਆਈਸੋਲੇਸ਼ਨ ਹੋਈ, ਸੇਮ ਆਈਸੋਲੇਸ਼ਨ ਜਿਹੜੀ ਆ ਪੰਜਾਬ 'ਚ ਹੋਈ ਹੈ। ਤੁਹਾਡਾ ਹੱਕ ਲੋਕਾਂ ਦਾ, ਜਿਨ੍ਹਾਂ ਨੇ ਪੈਸੇ ਕਮਾਉਣੇ ਨੇ, ਜਿਨ੍ਹਾਂ ਦੀ ਪ੍ਰਾਪਰਟੀ ਆ, ਜਿਨ੍ਹਾਂ ਨੇ ਡਿਵੈਲਪ ਕਰਨੀ ਆ, ਤੁਸੀਂ ਹੱਥੋਂ ਛੱਡਤੀ। ਉਹ
ਤੁਸੀਂ ਮਲਾਈ ਲਹੀ ਹੋਈ ਚੀਜ਼ਾਂ ਲੈ ਕੇ ਉਹ ਚੋਂ ਪੈਸੇ ਬਣਾਉਂਦੇ ਹੋ। ਉਹਦੇ 'ਚ ਜਾਂ ਪੈਸੇ ਬਣਾਉਂਦੇ ਹੋ, ਇਹਨਾਂ ਦਾ ਸੰਗ ਘੁੱਟਦੇ ਹੋ ਤੁਸੀਂ ਆਪਣੇ ਬੰਦੇ ਦਾ। ਇੱਕ ਸਿਟੀ ਇੰਸਪੈਕਟਰ ਤੁਹਾਡਾ, ਜਿਹਨੂੰ ਕਹਿੰਦੇ ਸੀ ਬਈ ਇਹ ਸਾਡੇ ਕੰਮ ਨਹੀਂ ਕਰਦਾ, ਰੌਨ ਹੈ ਉਹਦਾ ਨਾਮ, YMCA ਅਸੀਂ ਇਕੱਠੇ ਐਕਸਰਸਾਈਜ਼ ਕਰਦੇ। ਮੈਂ ਕਿਹਾ ਯਾਰ ਤੂੰ ਰੇਸਿਸਟ ਆ, ਤੂੰ ਸਾਡੇ ਬੰਦੇ ਤਾਂ ਨੋ, ਮੈਨੂੰ ਤੁਹਾਡੇ ਬੰਦੇ ਰੇਸਿਸਟ ਕਹਿੰਦਾ। ਮੈਂ ਰੇਸਿਸਟ ਨਹੀਂ, ਮੈਂ ਤੁਹਾਡੇ ਬਿਲਡਰਾਂ ਨੂੰ ਕਹਿੰਦਾ ਫਾਈਨੈਸਟ ਪ੍ਰੋਡਕਟ ਆਪਣੇ ਬੰਦਿਆਂ ਨੂੰ ਬਣਾ ਕੇ ਦਿਓ ਜੇ ਕੌਮ ਦਾ ਪਿਆਰ ਕਰਦੇ ਹੋ। ਕਹਿੰਦਾ ਮੈਂ ਤਾਂ ਤੇਰੀ ਕਮਿਊਨਿਟੀ ਦਾ ਸਭ ਤੋਂ ਵੱਧ ਪਿਆਰ ਕਰਦਾ, ਮੈਂ ਤਾਂ ਸਟ੍ਰਿਕਟ ਸੀ। ਹੁਣ ਜਦ ਮਲਾਈਆਂ ਲੈ ਕੇ ਸਾਡੇ ਬਿਲਡਰਾਂ ਨੇ ਉਹ ਚੀਜ਼ਾਂ ਲੈਣੀਆਂ ਨੇ, ਉਹਨਾਂ ਨੇ ਕੀਮਤਾਂ ਕਿੱਥੋਂ ਕੱਢਣੀਆਂ ਨੇ? ਆਪਣੀ ਕੌਮ ਤੋਂ। ਆਪਣੀ ਕੌਮ ਤੋਂ ਜਦ ਉਹਨਾਂ ਨੇ ਕੀਮਤਾਂ ਕੱਢਣੀਆਂ ਨੇ ਤਾਂ ਅਸੀਂ ਦਿਨ ਰਾਤ ਕੰਮ ਕਰਨਾ, ਦਿਨ ਰਾਤ ਕੰਮ ਕਰਨਾ। ਸਾਡੇ ਕੋਲ ਸੋਚਣ ਦਾ ਸਮਾਂ ਹੀ ਨਹੀਂ ਹੋਣਾ ਵੀ ਕਿਹੜੀ ਪਾਰਟੀ ਨੂੰ, ਕਿਹੜੇ ਬੰਦੇ ਨੂੰ, ਕਿਹਨੂੰ ਪਰਾਂ ਕਰੀਏ, ਕਿਹਨੂੰ ਲੈ ਕੇ ਆਈਏ, ਕੌਣ ਚੰਗਾ ਹੈ, ਕੌਣ ਮਾੜਾ ਹੈ। ਉਹਦੇ 'ਚ ਸਮਾਂ ਤੇ ਗੁਲਾਮੀ ਦੇ ਰਾਹ ਪੈ ਗਏ। ਆਹੀ ਪੰਜਾਬ 'ਚ ਹੋਇਆ, 100% ਇਹ ਹੋਇਆ। ਮੀਡੀਆ ਆਪਣਾ ਕੰਮ ਕਰਦਾ ਰਿਹਾ, ਠੀਕ ਆ, ਉਹ ਆਪਣੇ ਖਰਚੇ ਲੈਂਦਾ ਕਿਸੇ ਤੋਂ, ਉਹ ਲਵੇ। ਪਰ ਜਦ ਮੀਡੀਆ ਦੇ ਵਿੱਚੋਂ ਫ੍ਰੀ ਲਈ ਹੋਈ ਇੱਕ ਹੈਲਪ ਨੂੰ ਬਾਹਰ ਲੋਕ ਇਹ ਦੱਸਣ ਲੱਗ ਗਏ ਵੀ ਮੈਂ ਫਲਾਣਾ ਹੋਸਟ ਕਰੁੱਕ ਕਰਤਾ, ਫਲਾਣਾ ਹੋਸਟ ਮੈਂ ਦਾਗੀ ਕਰਤਾ, ਤੇ ਉਹਦੇ 'ਚ ਬਦਨਾਮੀ ਕਿਹਦੀ ਹੋਈ? ਉਹ ਬੰਦੇ ਦੀ ਜਿਹਨੇ ਮਾਣ ਦੇ ਨਾਲ ਕੰਮ ਕੀਤਾ। ਦੋ ਬੰਦਿਆਂ ਦੇ ਅੰਦਰ ਬੈਠ ਕੇ ਡੀਲ ਹੋ ਗਈ, ਇੱਕ ਬੰਦਾ ਕੋਈ ਕੰਮ ਲੈ ਕੇ ਆਇਆ, ਅੰਦਰ ਮੀਡੀਆ ਵਾਲੇ ਨਾਲ ਗੱਲ ਕੋਈ ਹੋ ਗਈ ਵੀ ਚੱਲ ਯਾਰ ਮੈਂ ਕਰ ਦੂੰਗਾ ਤੇਰਾ, ਤੇ ਜੇ ਬਾਹਰ ਉਹ ਪਤਾ ਲੱਗ ਗਿਆ ਤਾਂ ਫਿਰ ਕਿਹਨੇ ਦੱਸਿਆ? ਉਹ ਜਿਹੜਾ ਦੂਜਾ ਬੰਦਾ। ਆਪ ਮੀਡੀਆ ਵਾਲਿਆਂ ਨੇ ਤਾਂ ਦੱਸਿਆ ਨਹੀਂ ਵੀ ਮੈਨੂੰ ਇਹਨੇ ਚਾਹ ਪਿਲਾਈ ਹੈ, ਕਿਹਨੇ ਦੱਸਿਆ? ਬਾਹਰ ਦੱਸਿਆ ਕਦ? ਜਦ ਸੁਨੇਹਾ ਉਹਨੇ ਆਪਣੇ ਬੰਦਿਆਂ ਨੂੰ ਸਾਜਰੇ ਦੇਣਾ ਵੀ ਆ ਸੁਣਿਓ ਅੱਜ ਕੀ ਕਹਾਣੀ ਬਣਦੀ। ਇਹਦਾ ਮਤਲਬ ਤੇ ਸੇਮ ਟੋਕਨ ਤੇ ਨਾਲੇ ਤਾਂ ਜਿਹੜਾ ਬੰਦਾ ਮਾਰਨਾ ਸੀ ਉਹ ਮਰਵਾਤਾ, ਨਾਲੇ ਉਹ ਕਰੈਕਟਰ ਮਾਰਤਾ ਜਿਹਨੂੰ ਉਹ ਦੱਸਿਆ ਮੈਂ ਇਹਨੂੰ ਕਰਪਟ ਕਰਤਾ, ਮੈਂ ਖਾਕੀ ਲਿਫਾਫਾ ਲੈ ਕੇ ਸਵੇਰੇ ਦਿਨਾਂ 'ਚ ਖੜੂ, ਜਿਹੜਾ ਮਰਜ਼ੀ ਮੈਂ ਤਵਾ ਲਵਾਂ। ਔਰ ਇਹ ਅਸੀਂ ਆਪਣੇ ਹੱਥੀਂ ਗਵਾ ਲਿਆ ਸਾਰਾ ਕੁਝ। ਔਖਾ ਹੋ ਕੇ, ਲੋਕਾਂ ਤੋਂ ਐਡਾ ਮੰਗ ਕੇ, ਸਥਾਪਤੀ ਹੋ ਕੇ, ਘੰਟਿਆਂ ਬੱਧੀ ਬੋਲ ਕੇ, ਤੇ ਤੁਸੀਂ ਜਿਹੜੇ ਸਥਾਪਤ ਬੰਦੇ, ਸਥਾਪਤ ਹੁਨਰਾਂ ਨੇ ਇਹ ਚੀਜ਼ ਬਰਬਾਦੀ ਕਰਤੀ। ਮੈਂ ਕੰਨੀ ਗੱਲਾਂ ਸੁਣੀਆਂ ਹੋਈਆਂ ਨੇ, ਇਹ ਫਲਾਣਾ ਬੰਦਾ ਇਹ ਕਰ ਲਊਗਾ, ਕੋਈ ਨਾ ਫਿਰ ਤੈਨੂੰ ਉੱਥੇ ਬਾੜ ਦਿੰਦੇ ਆ, ਹੌਲੀ ਹੌਲੀ ਉਹਨਾਂ ਨੂੰ ਕੱਢ ਦਾਂਗੇ, ਤੈਨੂੰ ਲੈ ਦਾਂਗੇ ਰੇਡੀਓ। ਮੈਨੂੰ ਵੀ ਇਹ ਆਫਰ ਹੈ, ਜਾਂ ਮੈਂ ਹਾਰਿਆ ਵੋਟਾਂ, ਮੇਰੇ ਦੂਜੇ ਦਿਨ ਹਮਦਰਦੀ ਦੇ 1 ਮਹੀਨਾ ਬੜੇ ਫੋਨ ਆਏ, ਆ ਜਾ ਤੈਨੂੰ ਉੱਥੇ ਲਵਾ ਦਿੰਦੇ 50,000 ਦੇ ਦਿਆ ਕਰੀ, ਤੈਨੂੰ 3 ਘੰਟੇ ਦੇ ਦਾਂਗੇ। ਹੌਲੀ ਹੌਲੀ ਉਹਨਾਂ ਨੂੰ ਕੱਢ ਕੇ ਬਾਹਰ ਮਾਰੀ, ਤੂੰ ਤੈਨੂੰ ਮਾਲਕ ਬਣਾ ਦਾਂਗੇ। ਆਹ ਗੱਲਾਂ ਮੇਰੇ ਨਾਲ ਹੋਈਆਂ ਹੋਈਆਂ ਨੇ। ਮੈਂ ਤੁਹਾਨੂੰ ਦੱਸਦਾ ਬਈ ਤੁਹਾਨੂੰ ਵਰਤਣ ਵਾਲੇ ਬੰਦੇ ਕਿਵੇਂ ਵਰਤਣ, ਔਰ ਜਿੱਥੇ ਵੀ ਵਰਤੇ ਜਾ ਰਹੇ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕੀ ਹੋ ਰਿਹਾ। ਸੋ ਇਹਨੂੰ ਅੱਜ ਉੱਥੇ ਨੂੰ ਅਸੀਂ ਰੋ ਰਹੇ ਹਾਂ, ਹਾਏ ਉਹ ਪੰਜਾਬ, ਦਿਨੋ ਰਾਤ ਹੋ ਇੱਥੇ। ਪਰ ਸਾਡੇ ਸ਼ਹਿਰ 'ਚ ਕੀ ਹੋ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ ਸ਼ਹਿਰ ਦਾ ਭਵਿੱਖ ਅਸੀਂ ਕਿਉਂ ਨਹੀਂ ਸੰਵਰਦੇ? ਸਾਡੇ ਜਿਹੜੇ ਆਪਣੇ ਡਿਫਰੈਂਸਿਸ ਨੇ ਕਿਸੇ ਦੇ, ਉਹ ਬੈਠ ਕੇ ਅਸੀਂ ਕਿਉਂ ਨਹੀਂ ਹੱਲ ਕਰ ਸਕਦੇ? ਕਿਉਂ ਬਾਹਰਲਾ ਬੰਦਾ ਆ ਕੇ ਸਾਡੇ ਤੇ ਰੂਲ ਕਰੇ ਨਹੀਂ? ਕਿਉਂ ਸਾਡੀ ਰਾਜਨੀਤੀ ਅਸੀਂ ਕਿਸੇ ਦੇ ਹੱਥ ਦੇ? ਸੇਮ ਹੀ ਜਿੰਨੇ ਪੋਲੀਟੀਕਲ ਬੰਦੇ ਨੇ ਜਿਨ੍ਹਾਂ ਦੀ ਕਿਸ ਨਾਲ ਯਾਰੀ ਹੈ, ਉਹ ਪੋਲੀਟੀਕਲ ਬੰਦਿਆਂ ਨੂੰ ਨਹੀਂ ਪਤਾ ਥਲੜਾ ਬੰਦਾ ਸਾਨੂੰ ਕਿੱਥੇ ਕਿੱਥੇ ਵੇਚ ਰਿਹਾ, ਕਿੱਥੇ ਕਿੱਥੇ ਸੈੱਲ ਕਰ ਰਿਹਾ। ਖਾਸ ਤੌਰ ਤੇ ਮੇਨ ਸਟ੍ਰੀਮ ਸੁਸਾਇਟੀ ਦੇ ਲੋਕਾਂ ਨੂੰ ਨਹੀਂ ਪਤਾ ਵੀ ਇਵੈਂਚੁਅਲੀ ਹੋ ਕੀ ਰਿਹਾ, ਕਿਉਂਕਿ ਉਹ ਜਿਹੜੇ ਕੰਮ ਨੂੰ ਮਿਲਿਆ ਉਹ ਕੰਮ ਨੂੰ ਬੰਨੇ ਹੁੰਦੇ ਆ, ਉਹ ਕੰਮ ਉਹ ਕਰਨਾ ਚਾਹੁੰਦੇ। ਇਸ ਤਰ੍ਹਾਂ ਹੀ ਜਦ ਗੱਲਾਂ ਹੁੰਦੀਆਂ ਸੀ ਵੀ ਅਮਰਿੰਦਰ ਹੋਣੀ ਡਰੱਗ ਪਕਾਉਂਦੇ ਆ ਜੀ, ਬਾਦਲ ਦੇ ਬੰਦੇ ਡਰੱਗ ਵੇਚਦਾ, ਕੀ ਬਾਦਲ ਹੋਣੀ ਜਾਂ ਅਮਰਿੰਦਰ ਹੋਣੀ ਆਪਣੇ ਸਰਕਲ ਦੇ ਏਰੀਆ ਦੇ ਬੰਦੇ ਨੂੰ ਕਹਿੰਦੇ ਤੂੰ ਡਰੱਗ ਵੇਚਦੇ? ਕਹਿ ਸਕਦਾ ਬੰਦਾ? ਕਿੱਥੇ CM ਆ, ਕਿੱਥੇ ਇੱਕ ਸਰਕਲ ਦਾ ਜਥੇਦਾਰ ਆ ਜਾਂ ਇਲਾਕਾ ਜਿਹੜਾ ਇੰਚਾਰਜ? ਇਸੇ ਤਰ੍ਹਾਂ ਹੀ ਇਹ ਇੱਥੇ ਹੋ ਰਿਹਾ। ਜਿਹੜੇ ਥਲੜੇ ਬੰਦਿਆਂ ਨੂੰ ਦੇ ਵਿੱਚ ਅਸੀਂ ਪਾਤੇ, ਕਿਉਂਕਿ ਸਾਡੀ ਪਹੁੰਚ ਅਸੀਂ ਰਾਜਨੀਤਿਕ ਬੰਦੇ ਤੱਕ ਸਿੱਧੀ ਨਹੀਂ ਕੀਤੀ। ਅਸੀਂ ਪੈਸੇ ਦੇਤੇ, ਅਜੇ ਚੱਲ ਤੂੰ ਹੀ ਚੱਲੀ ਯਾਰ, ਤੇ ਤੂੰ ਹੀ ਕਰਾ ਲਾਂਗੇ। ਇਹ ਗੱਲ ਸਭ ਤੋਂ ਬਿਮਾਰੀ ਆ ਜਦ ਆਪਾਂ ਆਪ ਨਹੀਂ ਚਾਹੁੰਦੇ ਬਈ ਨਾ ਚੱਲ ਤੂੰ ਹੀ ਕਰਦੀ। ਇਹ ਗੱਲਾਂ ਸਰੀ ਦੇ ਲੋਕਾਂ ਨੂੰ, ਜੇ ਪੰਜਾਬ ਦੀ ਗੱਲ ਕਰਦੇ ਹੋ, ਤੁਹਾਨੂੰ ਵੀ ਇੱਥੇ ਸਹੀ ਕਰਨੀਆਂ ਪੈਣੀਆਂ। ਮੁਹਿੰਮਾਂ ਛਿੜਦੀਆਂ ਨੇ, ਮੁਹਿੰਮਾਂ ਲੋਕਾਂ ਲਈ ਹੁੰਦੀਆਂ ਨੇ, ਮੁਹਿੰਮਾਂ ਦਾ ਰਾਜਨੀਤਿਕ ਫਾਇਦਾ ਕਿਵੇਂ ਲੋਕ ਲੈ ਜਾਂਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ। ਇੱਕ ਮੈਂ ਉਦਾਹਰਨ ਦਿੰਦਾ, ਜੂਨ 2018 ਚ 2 ਸਾਡੇ ਜਵਾਕ ਚੱਕ ਕੇ ਮਾਰਤੇ, ਜਵਾਕ ਨਾਲ ਲੱਭੇ, ਵੇਕ ਅਫਸਰੀ ਉਹਦੇ ਚੋਂ ਆ ਗਈ। ਵੇਕ ਅਫਸਰੀ ਦੇ ਲਈ ਉਹ ਪਹਿਲਾ ਇਕੱਠ ਕਰਨ ਲਈ ਅਸੀਂ ਮੋਸਟਲੀ ਪੱਤਰਕਾਰ ਸੀ, ਪਹਿਲੀ ਮੀਟਿੰਗ ਦੇ ਵਿੱਚ ਮੈਨੂੰ ਯਾਦ ਹੈ ਅਸੀਂ ਰੌਲਾ ਪਾ ਕੇ, ਤੁਸੀਂ ਸਾਰੇ 10,000 ਦਾ ਇਕੱਠ ਹੋ ਗਿਆ, 10,000 ਦੇ ਇਕੱਠ ਦੇ ਵਿੱਚੋਂ ਪੁਲਿਸ ਦਾ 9 ਹੋ ਗਿਆ, 10,000 ਦੇ ਨਾਲ 5-5 ਵੋਟਾਂ, 50,000 ਵੋਟ ਉੱਥੇ ਖੜੀ ਸੀ। ਉੱਥੇ ਅਪਰਚੂਨਿਸਟ ਲੋਕ ਆ ਗਏ,
ਉਹ ਵੇਕਅਪ ਸਰੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੱਕ 'ਚ ਨਹੀਂ ਸੀ ਗਈ ਉਦਣ ਉੱਥੇ ਵੀ ਅਸੀਂ ਕਿਹਨੂੰ ਬਣਾਉਣਾ ਕਿਹਨੂੰ ਲਾਉਣਾ, ਬਿਲਕੁਲ ਨਹੀਂ ਸੀ। ਉਹ ਸ਼ਹਿਰ ਦੀ ਜਿਹੜੀ ਹੈ ਸੇਫਟੀ ਦੇ ਕੰਸਰਨ ਨਾਲ ਗਈ ਸੀ। ਉਹਦੇ ਚੋਂ ਇੱਕ ਰਾਜਨੀਤਿਕ ਮੁਹਿੰਮ ਬਣ ਗਈ। ਰਾਜਨੀਤਿਕ ਮੁਹਿੰਮ ਦੇ ਵਿੱਚੋਂ ਲੋਕਲ ਆਪਣੇ ਸਰਕਾਰ ਦੇ ਵਿੱਚ ਬਦਲਾਅ ਆ ਗਿਆ। ਉਹਦੇ 'ਚ ਜੇ ਤੁਸੀਂ ਕਹੋਗੇ ਪੋਲੀਟੀਕਲ ਪਾਰਟੀ ਦੇ ਤੌਰ ਤੇ ਵੇਕਅਪ ਸਰੀ ਨੇ ਕੰਮ ਕੀਤਾ, ਬਿਲਕੁਲ ਨਹੀਂ ਕੀਤਾ। ਮਤਲਬ ਪਤਾ ਹੀ ਨਹੀਂ ਤੁਹਾਨੂੰ, ਨਹੀਂ ਕਹਾਣੀ ਉਹ ਨਹੀਂ ਸੀ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਇੱਥੇ ਬਹੁਤ ਸਿਆਣੇ ਬਹੁਤ ਇਹ ਇੱਥੇ ਤੁਰੇ ਫਿਰਦੇ 15-15 ਸਾਲਾਂ ਦੇ ਸ਼ਹਿਰ ਦੇ ਵਿੱਚ ਬਣ ਨਹੀਂ ਸੀ ਦਿੰਦਾ ਕੋਈ। ਉਹਦੇ ਵਿੱਚੋਂ ਬਣ ਗਏ ਕਹਾਣੀ। ਔਰ ਜਿੱਦਣ ਅਸੀਂ ਆਪਾਂ ਇਕੱਠ ਕੀਤਾ 10,000 ਬੰਦੇ ਨੇ, ਕੀ ਸਾਨੂੰ ਪਤਾ ਸੀ ਅਸੀਂ ਕੱਲ੍ਹ ਨਹੀਂ ਗਏ, ਤਾਂ ਆਪਣੇ ਜਵਾਕਾਂ ਲਈ ਗਏ ਸੀ। ਉਹ 'ਚੋਂ ਸਰੀ ਪੁਲਿਸ ਦੀ ਗੱਲ ਹੋ ਗਈ। ਚਲੋ ਪੁਲਿਸ ਦੇ ਗਾਂ ਮੇਅਰ ਉਹਨਾਂ ਨੇ ਮੁਕੱਲਮ ਉਹਨਾਂ ਨੇ ਬਾਤ ਦਾਅਵੇ ਕਰਤੇ, ਉਹਨਾਂ ਨੇ ਪੂਰੇ ਕਰਤੇ, ਉਸ ਪਲੇਟਫਾਰਮ ਤੋਂ ਜਿੱਤ ਗਏ। ਉਹਨਾਂ ਨੇ ਪਹਿਲਾਂ ਕੌਮ ਨੂੰ ਕਮਿਊਨਿਟੀ ਨੂੰ ਸਰਵ ਕੀਤਾ ਹੋਇਆ। ਉਹ ਹਰਮਨ ਪਿਆਰੇ ਬੰਦੇ ਨੇ, ਇੱਥੇ ਦੇ ਮੇਅਰ ਨੂੰ ਲੋਕ ਪਿਆਰ ਕਰਦੇ ਆ। ਤਾਂ ਮੇਅਰ ਮੁਕੱਲਮ ਦੀ ਗੱਲ ਹੁੰਦੀ ਆ, ਲੋਕ ਪਿਆਰ ਕਰਦੇ। ਅੱਛਾ ਡਾਇਨ ਵਾਟਸ ਨੇ 14 ਸਾਲ ਲਾਇਆ, ਉਹਨਾਂ ਨੂੰ ਵੀ ਲੋਕ ਪਿਆਰ ਕਰਦੇ, ਉਹ ਕੰਮ ਕਰਨ ਲੱਗ ਗਈ। ਸਟਿਲ ਉਹ ਐਗਜ਼ਿਸਟ ਕਰਦੀ ਆ। ਉਹਦੇ ਤੋਂ MP ਬਣੀ, ਹੁਣ ਉਹ ਉੱਪਰਲਿਆਂ ਸਫਾ 'ਚ ਕੈਵਨ ਫਾਲਕ ਉਹਨਾਂ ਦੀ ਐਕਲੇਮੇਸ਼ਨ ਹੋਣੀ ਆ, ਤੁਹਾਡੇ ਸਾਹਮਣੇ ਦੇਖਿਓ ਕੀ ਹੋ ਰਿਹਾ। ਉਹਦੇ ਬਾਅਦ ਜਦ ਐਸਟੈਬਲਿਸ਼ਮੈਂਟ ਹੋ ਗਈ, ਮੇਨ ਕੀਤੇ ਜਿਹੜੇ ਮੇਨ ਬੰਦੇ ਸੀ ਆਰਗੇਨਾਈਜ਼ਰ, ਉਹ ਕੱਲਾ ਕਰਕੇ ਟਾਰਗੇਟ ਕਰ। ਇਸੇ ਤਰ੍ਹਾਂ ਹੀ ਪੰਜਾਬ 'ਚ ਹੁੰਦਾ, ਉੱਥੇ ਸਿੱਧੇ ਮਰਡਰ ਹੁੰਦੇ ਨੇ। ਇੱਥੇ ਬੰਦਿਆਂ ਦਾ ਜਿਹੜਾ ਜੀਵਨ ਜਿਹੜਾ ਉਹ ਤੁਹਾਨੂੰ ਚੰਬੜ ਜਾਂਦੇ ਨੇ। ਅੱਛਾ ਜਿਹੜਾ ਬੰਦਾ ਨਾਰਮਲ ਹੁੰਦਾ ਹੋਗਾ, ਯਾਰ ਮੈਂ ਸਿਆਪੇ ਤੋਂ ਕੀ ਲੈਣਾ, ਉਹ ਮੋਢੇ ਥੱਲੇ ਨੂੰ ਸਿੱਟ ਕੇ ਤੁਰ ਜਾਂਦਾ, ਸ਼ਰੋਕ ਕਰ ਜਾਂਦਾ। ਕੌਮ ਦੀ ਤੁਸੀਂ ਕਮਿਊਨਿਟੀ ਲਈ ਗੱਲ ਕਰੋ ਤਾਂ ਤੁਹਾਡੇ ਮਸਲਨ ਸ਼ਹਿਰ ਦੇ ਵਿੱਚ ਮੀਟਿੰਗ ਹੋਈ, ਸਾਡਾ ਮੇਨ ਆਰਗੇਨਾਈਜ਼ਰ ਸੁੱਖੀ ਸੰਧੂ ਉੱਥੇ ਗਿਆ, ਉਹਨੇ ਕਿਹਾ ਵੀ 300,000 ਸਾਨੂੰ ਪੁਲਿਸ ਵਾਲੇ ਹੋਰ ਚਾਹੀਦੇ ਨੇ। ਦੂਜੇ ਦਿਨ ਸੁੱਖੀ ਸੰਧੂ ਤਾਰੋ ਤਾਰ। ਫਿਰ ਦੂਜਾ ਬੰਦਾ ਸੀ ਗੁਰਪ੍ਰੀਤ ਸੋਹਤਾ ਤਾਰੋ ਤਾਰ। ਜਿਹੜੇ ਬੰਦੇ ਨੇ ਕੀਤਾ ਅੱਜ ਮੰਨ ਰਿਹਾ ਵੀ ਉਹ ਤੋਂ ਮੇਰੇ ਤੋਂ ਕਿਹਨੇ ਕਰਾਇਆ, ਮੂੰਹ ਤੇ ਬਹਿਣ ਨੂੰ ਤਿਆਰ ਆ। ਰਹਿ ਗਿਆ ਸੀ ਮੈਨੂੰ ਕਰ ਲਿਆ। ਹੁਣ ਇਹਦੇ 'ਚ ਜਿਹਨਾਂ ਨੇ ਕੀਤਾ ਉਹ ਦੋਸ਼ ਆ ਉਹਨਾਂ ਦਾ? ਬਿਲਕੁਲ ਨਹੀਂ ਦੋਸ਼। ਉਹਨਾਂ ਨੂੰ ਕੋਈ ਜਚਾਇਆ ਇਹ ਜਾਂਦਾ, ਦੱਸਿਆ ਇਹ ਜਾਂਦਾ, ਜਿਹੜਾ ਹੁੰਦਾ ਨਹੀਂ ਬਿਲਕੁਲ। ਮੀਡੀਆ ਨੂੰ ਤੁਸੀਂ ਕਰਪਟ ਕਹਿੰਦੇ ਹੋ, ਮੀਡੀਆ ਨੂੰ ਕਰਪਟ ਕਰਨ ਵਾਲੇ ਬੰਦੇ ਕੌਣ ਨੇ? ਔਰ ਕਰਪਸ਼ਨ ਕਿਸ ਨੇ ਵੇਖੀ ਹੈ? ਨਹੀਂ, ਉਹ ਦੱਸਿਆ ਜਾਂਦਾ ਬਾਹਰ। ਸੁਣਿਓ ਫਿਰ ਅੱਜ ਕੀ ਹੋ ਰਿਹਾ। ਇਹੀ ਕੰਮ ਆਪ ਹੁਣ ਤੁਹਾਡੇ ਸਾਹਮਣੇ ਲਿਬਰਲ ਦੀ ਲੀਡਰਸ਼ਿਪ ਹੋਣੀ ਹੈ, ਐਕਲੇਮੇਸ਼ਨ ਹੋਣੀ ਹੈ, ਕੈਵਨ ਫਾਲਕ ਹੋਣੀ, ਮੇਬੀ ਬਣਨ। ਲੋਕ ਜਿਹੜੇ ਸਰੀ ਦੇ ਨੇ, ਸਰੀ ਦੇ ਜਿੰਨੇ ਡਿਵੈਲਪਰ ਬਿਲਡਰ ਨੇ ਜਿਨ੍ਹਾਂ ਦੀ ਕੈਵਨ ਫਾਲਕਨ ਨਾਲ ਗੱਲ ਆ, ਸਿੱਧੇ ਨਾਲ ਲੱਗੋ। ਐਰਨ ਟੂਲ ਹੈ, ਐਰਨ ਟੂਲ ਨਾਲ ਸਿੱਧੇ ਲੱਗੋ। ਜਸਟਨ ਟੂਲ ਨਾਲ ਸਿੱਧੇ ਲੱਗੋ। ਔਰਗਨ ਨਾਲ ਸਿੱਧੇ ਲੱਗੋ। ਇਹ ਨਾ ਹੋਵੇ ਤੁਹਾਡੇ ਵਿੱਚ ਬੰਦਾ ਪਵੇ, ਤੁਹਾਨੂੰ ਰੋਲ ਦੇਣਗੇ ਲੋਕ। ਅੱਜ ਜਿਹੜੀ ਸ਼ਹਿਰ ਦੇ ਵਿੱਚ 8 ਲੱਖ ਵਾਲੀ ਚੀਜ਼ 11 ਲੱਖ ਦੀ ਮਿਲ ਰਹੀ ਹੈ, ਉਹਦਾ ਕਾਰਨ ਕੀ ਹੈ? ਕਿਉਂਕਿ ਉਹਦੇ ਕਰੀਮ ਕੱਢ ਕੇ ਜਦ ਬਿਲਕੁਲ ਉੱਪਰੋਂ ਲਾ ਕੇ ਗਾਂਹ ਦੇਣੀ ਆ, ਜਿਹਨੂੰ ਮਿਲੀ ਆ ਉਹਨੇ ਤਾਂ ਪੈਸੇ ਬਣਾਉਣੇ ਨੇ। ਇੱਕ ਕੋਈ ਜ਼ਮੀਨ ਲੈ ਲਈ, ਉਹਦੇ 'ਚ ਲੋਟਾਂ ਬਣਦੀਆਂ ਨੇ 25-28 ਲੱਖ ਦੀਆਂ, ਉਹ ਲੈ ਕੇ ਲੋਟਾਂ ਦੇ ਦਿਨਾਂ ਦੇ ਵਿੱਚ ਉਹਦੀਆਂ ਟਾਊਨ ਹਾਊਸ ਦੀ ਜ਼ੋਨਿੰਗ ਕਰਕੇ ਤੇ 40-42 ਮਿਲੀਅਨ ਦੀ ਉਹਨਾਂ ਨੂੰ ਵੇਚ ਜਾਂਦਾ। 2.5 ਲੱਖ ਦਾ ਟਾਊਨ ਹਾਊਸ ਵਿਕ ਰਿਹਾ। ਉਹ ਬਿਲਡ ਕਰਕੇ ਜਦ ਰੈਡੀ 7.5 ਦਾ ਹੋਣਾ ਬੰਦੇ ਨੇ ਤੁਹਾਨੂੰ 8.5 ਦਾ ਵੇਚਣਾ ਹੀ ਹੈ। ਤੁਸੀਂ ਕਿੱਥੋਂ ਲਾਓਗੇ? ਸੇਮ ਟੋਕਨ ਗਰੀਬੀ ਤੇ ਅਮੀਰੀ ਦਾ ਫਰਕ ਪੰਜਾਬ 'ਚ ਪਿਆ। ਆਈਸੋਲੇਸ਼ਨ 'ਚ ਕਮਿਊਨਿਟੀ ਨੂੰ ਲੈ ਕੇ ਕੁਝ ਬੰਦੇ ਮੂਹਰੇ ਆ ਗਏ, ਅਪਰਚੂਨਿਸਟ ਲੋਕ ਆ ਗਏ, ਲੋਕ ਰੁਲ ਗਏ। ਉਹਦੇ ਵਿੱਚੋਂ ਸੰਘਰਸ਼ ਦੇ ਰਾਹ ਪੈ ਗਿਆ, ਅੱਜ ਬਾਰਡਰ ਤੇ ਬੈਠੇ। ਇਸੇ ਤਰ੍ਹਾਂ ਹੀ ਇੱਥੇ ਹੋਇਆ। ਮੀਡੀਆ ਨੂੰ ਜਿੰਨੇ ਬੰਦਿਆਂ ਨੂੰ ਸਮਝ ਲੈਣਾ ਚਾਹੀਦਾ, ਤੁਹਾਨੂੰ ਕੋਈ ਵੇਚ ਰਿਹਾ ਬਾਹਰ, ਤੁਹਾਨੂੰ ਵਰਤ ਰਿਹਾ ਕੋਈ, ਆਪਣਾ ਘੇਰਾ ਕੈੜਾ ਕਰੋ। ਡੋਂਟ ਲੈਟ ਐਨੀਵਨ ਕ੍ਰਾਸ ਯੂਅਰ ਲਾਈਨਸ। ਬਿਲਕੁਲ ਨਹੀਂ। ਫਿਰ ਤੁਹਾਨੂੰ ਤੁਹਾਡੇ ਦੋਸਤਾਂ ਰਾਹੀਂ ਮਿੰਨਤਾਂ ਲੋਕ ਕਰਦੇ ਆ, ਪੈਰਾਂ 'ਚ ਲਿਟਣ ਜਾਂਦੇ, ਯਾਰ ਸਾਡੇ ਨਾਲ ਚਾਹ ਪਿਲਾ ਦੇ, ਇੱਕ ਵਾਰ ਮਿਲਾ ਦੇ। ਪਰ ਤੁਸੀਂ ਮਿਲ ਲਓ, ਪਰ ਸੱਚੇ ਰਹੋ, ਤਾਂ ਯੁਰਤ ਨਾਲ ਗੱਲ ਕਰੋਗੇ, ਨਹੀਂ ਰੁਲ ਜਾਓਗੇ। ਚੰਗਾ ਭਲਾ ਕੋਈ ਬਿਜ਼ਨਸ ਚੱਲਦਾ, 2 ਪਾਰਟਨਰ 3 ਰਹਿੰਦੇ ਆ, ਬਾਹਰਲਾ ਤੁਸੀਂ ਬਿਠਾ ਕੇ ਬੰਦਾ ਆਪਣੇ ਬਿਜ਼ਨਸ ਦੀਆਂ ਘੁੰਡੀਆਂ ਸਾਹਮਣੇ ਕਰ ਦੋਗੇ, ਤੁਸੀਂ ਸਾਲ ਦੇ ਵਿੱਚ ਗਏ ਪਾਰਟਨਰ, ਤੁਹਾਡਾ ਬਿਜ਼ਨਸ ਡੁੱਬ ਜੂ। ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਟੇਕ ਓਵਰ ਕਰਨਾ, ਜਦ ਤੁਸੀਂ ਉਜੜੋਗੇ, ਸਰੈਂਡਰ ਕਰੋਗੇ, ਤੁਹਾਡੀ ਪ੍ਰਾਪਰਟੀ ਹੈ, ਤੁਸੀਂ 10 ਸਾਲ ਨਹੀਂ ਤੁਹਾਡੀ ਹੋਣ ਦਿੱਤੀ, ਤੁਸੀਂ ਥੰਮ ਗਏ।
ਹੰਬਣ ਤੋਂ ਬਾਅਦ ਤੁਸੀਂ ਕਹਣਾ ਯਾਰ ਲੈ ਲਾ ਜਿੰਨੇ ਦੀ ਲੈਣੀ ਆ, ਸਾਡੇ ਤਾਂ ਰੋਟੀ ਵੇਗੀ ਬੈਂਕ ਵਾਲੇ ਸੱਦਦੇ ਆ, ਤੇ ਤੁਹਾਡੇ ਤੋਂ ਲੈ ਕੇ ਸਾਲ ਬਾਅਦ ਉਹ ਉੱਥੇ ਹੀ ਲੋਕ ਬਦਲ ਦਿੰਦੇ ਆ ਜ਼ੋਨ। ਇਹਦੇ ਚ ਜੇ ਤੁਸੀਂ ਕਹੋ ਬਈ ਸਿਟੀ ਹਾਲ ਚ ਕੁਛ ਹੈ, ਤੁਹਾਡੇ MLA ਆਫਿਸ ਚ ਕੁਛ ਹੈ, MP ਆਫਿਸ ਚ ਕੁਛ ਹੈ, ਨਹੀਂ ਇਹ ਕਹਾਣੀ ਘੱਟ ਹੈ। ਗੱਲ ਇਹ ਆ ਵੀ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਨੇ ਤਾਂ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਕਰਨੀਆਂ ਨੇ, ਉਹਨਾਂ ਨੇ ਉਹ ਬਣਾਉਣੀਆਂ ਨੇ, ਉਹ ਪ੍ਰੋਸੈਸ ਚੀਜ਼ ਆਈ ਬਣ ਕੇ ਗਾਹਾਂ ਹੋਗੀ। ਪੰਜਾਬ ਦੇ ਪਿੰਡ ਦੀ ਸੜਕ ਟੁੱਟੀ ਹੋਈ ਹੈ, ਸੜਕ ਜਿਹੜੀ ਹੈ ਲੋਕਲ ਜਿਹੜਾ ਲਾਣੇਦਾਰ ਤੁਹਾਡਾ ਤੁਰਿਆ ਫਿਰਦਾ, ਜਿਹੜਾ ਤੁਹਾਨੂੰ ਕਮਾਈ ਤੁਹਾਡੇ ਤੋਂ ਕਰਦਾ, ਉਹਨੇ ਬਣਾਤੀ? ਨਹੀਂ, ਉਹਨੇ ਨਹੀਂ ਬਣਾਈ। ਤੁਹਾਡਾ ਫੰਡ ਹੈ, PWD ਵਾਲੇ ਆਏ ਨੇ, ਉਹਨਾਂ ਨੇ ਬਣਾਈ ਆ, ਤੇ ਨੌ ਕਿਹਦਾ ਹੋ ਜਾਣਾ? ਨਹੀਂ ਪੱਥਰ ਤੇ ਉਹਨੇ ਖੜ ਜਾਣਾ ਮੂਹਰੇ ਆ ਕੇ। ਤੇ ਮਿਹਨਤੀ ਨੂੰ, ਸਾਰਿਆਂ ਨੂੰ, ਬਿਲਡਰਾਂ ਨੂੰ, ਵਰਕਰਾਂ ਨੂੰ, ਮੀਡੀਆ ਵਾਲਿਆਂ ਨੂੰ ਬੈਠ ਕੇ ਸੋਚਣਾ ਚਾਹੀਦਾ ਤੁਹਾਡੇ ਸ਼ਹਿਰ 'ਚ ਹੋ ਕੀ ਰਿਹਾ, ਕੌਣ ਕਰ ਰਿਹਾ ਬੰਦਾ, ਕਿਉਂ ਤੁਸੀਂ ਅਸੀਂ ਕਿਉਂ ਵਿਕਣਾ? ਹਰ ਜਗ੍ਹਾ ਵਿਕਦੇ ਨਹੀਂ, ਸਾਨੂੰ ਵਿਕਿਆ ਹੋਇਆ ਦਿਖਾਇਆ ਜਾ ਰਿਹਾ ਬਾਹਰ, ਬਈ ਫਲਾਣਾ ਸੇਲ ਤੇ ਆ, ਫਲਾਣਾ ਸੇਲ ਤੇ ਆ, ਫਲਾਣੇ ਦੇ ਮੈਂ ਦਰਾਂ 'ਚ ਖੜੂ ਖਾਕੀ ਲਿਫਾਫਾ ਦੇ ਕੇ ਉਹ ਤਾਂ ਮੈਂ ਜਿਹੜਾ ਮਰਜ਼ੀ ਸ਼ੋਅ ਕਰਾਊਂ। ਇਹ 'ਚ ਰਹਿੰਦੀ ਆ ਕੁਛ ਗੱਲ, ਕਿਉਂਕਿ ਦੱਸਿਆ ਬਾਹਰ ਕੀ ਨੇ? ਮੀਡੀਆ ਵਾਲੇ ਨਹੀਂ, ਜਿਹਦੀ ਉਹਨੇ ਮਦਦ ਕੀਤੀ। ਪੈਸੇ ਲਏ ਆ ਜਾਂ ਨਹੀਂ ਇਹ ਨਹੀਂ ਪਤਾ, ਉਈਓ ਤੁਸੀਂ ਦੋਸਤੀ ਦਾ ਮੈਨੂੰ ਹੁਣ ਕੋਈ ਫੋਨ ਕਰ ਦੇਵੇ, ਬਾਈ ਜੀ ਆ ਪਿੰਡ ਦੀ ਖਬਰ ਮੇਰੇ ਲਾ ਦਿਓ, ਮੇਰੇ ਇਹਦੀ ਗੱਲ ਕਰ ਦਿਓ, ਤੇ ਉਹ ਤੁਸੀਂ ਕਰਤੀ। ਤੇ ਉਹਦੀ ਜਗ੍ਹਾ ਜੇ ਤੁਹਾਡੇ ਤੋਂ ਕੋਈ ਪੈਸੇ ਲੈ ਲਵੇ ਬੰਦਾ, ਫਿਰ ਤੁਹਾਡਾ ਤਾਂ ਕਸੂਰ ਨਹੀਂ, ਪਰ ਜੀ ਤੋਂ ਪੈਸੇ ਲੈ ਲੈ, ਜਿਹਦੀ ਗੱਲ ਕਰਾਈ ਉਹਨੂੰ ਪਤਾ ਲੱਗ ਗਿਆ ਉਹ ਤਾਂ ਕਰਪਟ ਹੋ ਗਿਆ, ਮੇਰੇ ਆਹ ਗੱਲ ਕਰਦੇ ਉਹਨੇ ਪੈਸੇ ਲੈ। ਇਹਨੂੰ ਮੈਂ ਪੈਰਲਲ ਤਾਂ ਤੁਹਾਡੇ ਰੱਖਦਾ, ਜਦ ਤੁਸੀਂ ਬਿਲਕੁਲ ਟੌਪ ਤੇ ਚਲੇ ਜਾਂਦੇ ਹੋ, ਫਿਰ ਸੰਘਰਸ਼ ਦੇ ਰਾਹ ਪੈਂਦੇ ਹੋ। ਸੰਘਰਸ਼ ਦੇ ਰਾਹ ਪੈਣ ਤੋਂ ਪਹਿਲਾਂ ਸਿਆਣੇ ਬਣਨ ਦੀ ਲੋੜ ਹੈ। ਤੁਹਾਡੇ ਨਾਲ ਹੋ ਕੀ ਰਿਹਾ? ਕਿਉਂਕਿ ਜੇ ਕਮਿਊਨਿਟੀ ਲੜੂਗੀ ਤਾਂ ਅਪਰਚੂਨਿਸਟ ਜਿਹੜੇ ਬੰਦੇ ਨੇ ਫਾਇਦਾ ਲੈਣਗੇ। ਜੇ ਤੁਸੀਂ ਲੜਨੋਂ ਹਟ ਗਏ, ਤੁਸੀਂ ਕਹਣਾ ਵੀ ਨੋ ਇੰਟਰੂਡਰ ਨੇ ਜਿਹੜੇ ਉਹ ਅਲਾਉ ਨਹੀਂ, ਅਸੀਂ ਆਪ ਕਰਾਂਗੇ ਆਪਣੇ ਸ਼ਹਿਰ ਦਾ ਫੈਸਲਾ, ਅਸੀਂ ਕੀ ਕਰਨਾ, ਜਾਂ ਮੈਨੂੰ ਕਰਕੇ ਦਿਖਾ ਦਿਓ। ਤੁਸੀਂ ਜਿਹੜੇ ਪੈਸੇ ਵਾਲੇ ਬੰਦੇ ਨੇ ਸਰੀ ਦੇ ਵਿੱਚ, ਤੁਸੀਂ ਜਾ ਕੇ ਐਬਸਫੋਰਡ ਦੇ ਵਿੱਚ ਕਾਉਂਸਲਰ ਤੇ ਆਪਣੀ ਮੇਅਰ ਬਣਾ ਕੇ ਦਿਖਾਓ ਮੈਨੂੰ, ਮੈਂ ਸਾਰੀ ਜ਼ਿੰਦਗੀ ਪਾਣੀ ਭਰੂ ਤੁਹਾਡਾ। ਜਾਓ ਪੈਸੇ ਲੈ ਕੇ ਤੇ ਦਿਖਾਓ ਉੱਥੇ ਵੀ ਅਸੀਂ ਬਣਾਉਣੇ, ਜਾਂ ਐਬਸਫੋਰਡ ਵਾਲੇ ਆ ਕੇ ਸਾਡੇ ਬਣਾ ਕੇ ਦਿਖਾਓ। ਜਿਹੜੀ ਇਹ ਪਿਰਤ ਪੈ ਗਈ ਨਾ, ਬਈ ਫਲਾਣੇ ਬੰਦੇ ਦੇ ਕਹੇ ਔਟਵਾ 'ਚ ਕੰਮ ਹੋਊ, ਫਲਾਣੇ ਦੇ ਕਹੇ ਹੋਊਗਾ ਵਿਕਟੋਰੀਆ 'ਚ, ਫਲਾਣੇ ਦੇ ਕਹੇ ਸ਼ਹਿਰ 'ਚ, ਇਹ ਤੁਸੀਂ ਬਰਬਾਦੀ ਦੇ ਰਾਹ, ਅਸੀਂ ਉਹਨਾਂ ਨੂੰ ਰੋਂਦੇ ਆ। ਜਿੱਡੀ ਗੁਲਾਮੀ ਵੱਲ ਨੂੰ ਅਸੀਂ ਤੁਰਿਆ, ਅਸੀਂ ਤਾਂ ਇਸ ਰਸਾਤ 'ਚੋਂ ਨਿਕਲ ਹੀ ਨਹੀਂ ਸਕਦੇ। ਵੱਡਾ ਕਾਰਨ ਕੀ ਹੈ? ਕਮਿਊਨਿਟੀ ਦੇ ਮਸਲਿਆਂ ਤੇ ਅਸੀਂ ਬੋਲਣੋਂ ਹਟ ਗਏ। ਅਗਲਾ ਕਹਿੰਦਾ ਮੇਰਾ ਘਰ ਚੱਲਦਾ, ਮੇਰਾ ਘਰ ਚੱਲਣ ਦੇ ਲਈ ਉਹ ਬੰਦਾ 7 ਦਿਨ ਕੰਮ ਕਰਦਾ, 15-15 ਘੰਟੇ, ਉਹਨੂੰ ਸੁਰਤੇ ਹੈ ਨਹੀਂ ਆਲੇ ਦੁਆਲੇ ਕੀ ਹੋ ਰਿਹਾ। ਇਹੀ ਸ਼ਹਿਰ ਦੇ ਵਿੱਚ ਤੁਹਾਨੂੰ 2-2, 2.5 ਲੱਖ ਦੇ ਘਰ ਮਿਲਦੇ ਸੀ, ਉਹੀ ਸ਼ਹਿਰ ਤੁਹਾਨੂੰ 14 ਲੱਖ ਦਾ ਘਰ ਨਹੀਂ ਮਿਲ ਰਿਹਾ। ਠੀਕ ਹੈ, ਕੁਝ ਕੀਮਤਾਂ ਵਧਣੀਆਂ ਨੇ, ਪਰ ਜਿਹੜਾ ਕੁਝ ਸਾਡੇ ਇੱਥੇ ਹੋਇਆ ਉਹਦੇ ਪਿੱਛੇ ਬਹੁਤ ਵੱਡੀ ਗੇਮ ਹੈ। ਪਹਿਲਾਂ ਅਗਲੇ ਸੈੱਟ ਕਰ ਲੈਂਦੇ। ਮੇਅਰ ਦੇ ਵੇਲੇ ਉਹਨਾਂ ਨੇ ਕਹਿਤਾ ਮੈਂ ਲਾਈਟ ਰੇਲ ਰੋਡ ਬਣਾਉਣੀ ਹੈ, ਮੈਂ ਪੁਲਿਸ ਬਣਾਉਣੀ ਹੈ, ਤੇ ਜਿੱਦਣ ਮੇਅਰ ਨੇ ਜਿੱਤਣਾ ਸੀ, ਲੋਕ ਸਾਰੇ ਏਕੜ ਲਈ ਬੈਠੇ ਸੀ ਫਰੇਜ਼ਰ ਤੇ। ਉਹ ਕਹਿੰਦੇ ਜੇ ਜਿੱਤ ਗਿਆ ਸਬਜੈਕਟ ਰਿਮੂਵ ਕਰ ਦਾਂਗੇ, ਹਾਰ ਗਿਆ ਲੈ ਕੇ 4-4 ਲੱਖ ਦੇ, ਰਾਤ ਨੂੰ 4-4 ਮਿਲੀਅਨ ਦੇ ਦੂਜੇ ਦਿਨ ਹੋ ਗਏ। ਸਰੀ ਪੁਲਿਸ ਦੇ ਵਿੱਚ ਸਾਨੂੰ ਪੰਜਾਬੀ ਇੱਕ ਜਿਹੜਾ ਜਿਹਦਾ ਨਾਂ ਹੈ ਪੁਲਿਸਿੰਗ ਦੇ ਵਿੱਚੋਂ ਮਿਲ ਰਿਹਾ ਸੀ ਚੀਫ, ਗੱਲ ਖਟਾਈ 'ਚ ਪੈ ਗਈ। ਕਿਉਂਕਿ ਜਦ ਤੁਸੀਂ ਕਿਸੇ ਦਾ ਕੰਧਾ ਪਾੜਦੇ ਹੋ, ਉਹਦਾ ਪਤਾ ਨਹੀਂ ਉਹਨੇ ਤੁਹਾਨੂੰ ਕਿੱਥੇ ਡੁਬੋ ਦੇਣਾ। ਔਰ ਪੈਸੇ ਦੇ ਨਾਲ ਜਦ ਅਸੀਂ ਦਬਣ ਲੱਗੇ ਕਿਸੇ ਪੈਸੇ ਵਾਲੇ ਤੋਂ, ਕੋਈ ਦੇ ਜੂ ਤੁਹਾਨੂੰ, ਮੇਰੇ ਕੋਲ $100 ਮਿਲੀਅਨ ਆ, ਮੈਂ ਤੁਹਾਡੇ ਘਰ 'ਚ ਆ ਕੇ $1 ਲੱਖ ਦੇ ਜੂ, ਚਾਹ ਦਾ ਕੱਪ ਨਹੀਂ ਕੋਈ ਪਿਲਾਉਂਦਾ, ਕਾਹਦੇ ਲਈ ਗੁਲਾਮੀ ਕਰਨੀ ਹੈ? ਫਿਰ ਅਸੀਂ ਆਪਣੇ ਹੱਕਾਂ ਲਈ ਰਾਜੀ ਹੋਵੋ। ਆਪਸ ਵਿੱਚ ਜਿਹੜੇ ਗਿਲੇ ਸ਼ਿਕਵੇ ਨੇ ਉਹ ਆਪ ਮਿਟਾ ਲਓ। ਬਿਲਡਰ ਆਪ ਬਹਿ ਜਾਓ, ਕਹੇ ਯਾਰ ਤੂੰ ਇੱਥੇ ਕਰ ਲੈ ਪ੍ਰੋਜੈਕਟ, ਮੈਂ ਗਾਹਾਂ ਹੋ ਜਾਣਾ, ਮੈਂ ਕਾਹਨੂੰ ਬਾਹਰ ਇੱਥੇ ਹੋਣਾ ਜਿਹੜਾ ਆਪਸ ਲੜਾਈ ਪੈਣੀ ਹੈ। ਮੀਡੀਆ ਆਪਣੇ ਡਿਫਰੈਂਸਿਸ ਕੱਢ ਲਵੇ। ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਪਤਾ ਨਹੀਂ ਹੁੰਦਾ, ਆਪਸ ਵਿੱਚ ਤੁਸੀਂ ਲੜ ਰਹੇ ਹੁੰਦੇ ਹੋ, ਤੁਹਾਨੂੰ ਲੜਾ ਰਿਹਾ ਹੁੰਦਾ ਕੋਈ ਬੰਦਾ। ਇਹੀ ਚੀਜ਼ ਪੰਜਾਬ 'ਚ ਹੋਈ ਹੈ। ਪੰਜਾਬ ਅੱਜ ਜਿੱਥੇ ਬੈਠਾ, ਜਿੱਤ ਕੇ ਆ ਗਏ, ਹੱਥ ਜੋੜਦੇ ਆ ਸਾਹਿਬ ਅੱਗੇ, ਕਿਰਪਾ। ਜੇ ਕੋਈ ਗੱਲ ਇਹ ਹੋ ਗਈ, ਉੱਥੇ ਕੁਛ ਕਿਸੇ ਚੀਜ਼ ਦੀ ਗੱਲ ਪ੍ਰੋਬਲਮ ਹੋ ਗਈ, ਗੋਲੀ ਚੱਲ ਗਈ, ਬੰਦੇ ਸ਼ਹੀਦ ਹੋ ਗਏ, ਉਹਦੇ ਬਾਅਦ ਪੰਜਾਬ ਤੁਸੀਂ ਕਹਿੰਦੇ ਬਸ ਜੂ? ਕੀ ਪੰਜਾਬ ਸ਼ਾਂਤ ਹੋ ਜੂ? ਕਦੇ ਨਹੀਂ ਹੋਣਾ। ਕਿਉਂਕਿ ਜਿਹੜਾ ਰੋਹ ਹੈ, ਜਿਹੜਾ ਸਾਡੇ ਖੂਨ 'ਚ ਹੈ, ਉਹ ਤੁਹਾਡੇ ਤੋਂ ਪਰਾਂ ਨਹੀਂ ਹੋਣਾ।
ਆਹ ਦੇਸ਼ 'ਚ ਜਿੱਥੇ ਉਸ ਚੀਜ਼ ਅੰਦੋਲਨ ਨੂੰ ਤੁਸੀਂ ਜ਼ੋਰ ਦੇ ਨਾਲ ਕਰ ਰਹੇ ਹੋ ਸਹੀ, ਪਹਿਲਾਂ ਆਪਣੇ ਘਰ 'ਚ ਵੀ ਇੱਥੇ ਵੇਖੀਏ ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ ਤੁਹਾਡੇ ਨਾਲ, ਇਹਦੇ ਤੇ ਵੀ ਨਿਗਾਹ ਮਾਰਨ ਦੀ ਲੋੜ ਹੈ। ਕੋਈ ਡਿਵੈਲਪਮੈਂਟ, ਕੋਈ ਗੱਲ, ਕੋਈ ਵੱਡੀ ਗੱਲ ਆ ਤਾਂ ਕੁਝ ਬੰਦਿਆਂ ਦਾ ਨਾਂ ਕਿਉਂ ਬੋਲਿਆ ਜਾ ਰਿਹਾ, ਇਹਦਾ ਮਤਲਬ ਅਸੀਂ ਗੁਲਾਮ ਹੋ ਗਏ ਉਹਨਾਂ ਦੇ। ਛੱਡ ਦਿਓ ਇਹ, ਬਿਲਕੁਲ ਕਿਸੇ ਦੇ ਥੱਲੇ ਲੱਗਣਾ। ਤੁਸੀਂ ਸੱਚ ਤੇ ਪਹਿਰਾ ਦਿਓ, ਜਿਹੜੀ ਗੱਲ ਸਹੀ ਆ ਉਹਨੂੰ ਸਹੀ ਕਹੋ। ਬਿਲਕੁਲ ਕਿਸੇ ਨੂੰ ਹੱਕ ਨਾ ਦਿਓ ਵੀ ਤੁਹਾਡੇ ਬਿਹਾਫ ਤੇ ਉਹ ਬਾਹਰ ਗੱਲਾਂ ਕਰਦਾ ਫਿਰ। ਕੱਲੇ ਕੱਲੇ ਬੰਦੇ ਨੂੰ ਅਗਲੇ ਟਾਰਗੇਟ ਕਰਕੇ ਖਤਮ ਕਰ ਦਿੰਦੇ ਨੇ, ਮੁੜ ਕੇ ਘਰੋਂ ਨਿਕਲਣ ਜੋਗਾ ਨਹੀਂ, ਸ਼ਰੇਲਾ ਟੁੱਟ ਜਾਂਦਾ। ਪਰ ਇਹ ਨਹੀਂ ਗੱਲ, ਕਾਇਮ ਹੋਵੋ, ਆਪਣਾ ਆਪਣਾ ਕੰਮ ਕਰੋ, ਆਪਣੀ ਆਪਣੀ ਡਿਊਟੀ ਨਿਭਾਓ। ਕਹੇ ਲੋ ਅਸੀਂ ਆਪ ਕਰਾਂਗੇ, ਸਾਨੂੰ ਤੇਰੇ ਸਲਾਹਾਂ ਦੀ ਨਹੀਂ, ਤੇਰੀਆਂ ਦੀ ਲੋੜ। 144 247 1550 ਇੱਥੇ ਦੇ ਹਾਲਾਤ ਦੇ ਨਾਲ ਨਾਲ ਪੰਜਾਬ ਦੇ ਜਿਹੜੇ ਅੱਜ ਬਾਰਡਰ ਦੇ ਹਾਲਾਤ ਨੇ ਉਹਨਾਂ ਤੱਕ ਜਿਵੇਂ ਆਪਾਂ ਪਹੁੰਚੇ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਉੱਥੇ ਦਾ ਭਵਿੱਖ ਸਵਾਰਦੇ ਇੱਥੇ ਵਾਲਾ ਵੀ ਨਾਲ ਸਵਾਰੀ। ਉੱਥੇ ਜਿਹੜਾ ਕੁਝ ਕਰ ਰਿਹਾ, ਕੋਈ ਲੱਤਾਂ ਮਲ ਰਿਹਾ, ਕੋਈ ਗੋਡੇ ਚਾੜ ਰਿਹਾ, ਕੋਈ ਸ਼ੂਗਰ ਟੈਸਟ ਕਰ ਰਿਹਾ, ਕੋਈ ਦਵਾਈਆਂ ਦੇ ਰਿਹਾ, ਕੋਈ ਅਮਰੀਕਾ ਤੋਂ ਜਾ ਕੇ ਡਾਕਟਰ ਬੈਠਾ, ਅੱਜ ਉੱਥੇ ਕੌਮ ਆਪਣੇ ਆਪ ਨੂੰ ਸ਼ਿੰਗਾਰ ਰਹੀ ਹੈ, ਆਪਣੇ ਆਪ ਨੂੰ ਬਣਾ ਰਹੀ ਹੈ, ਆਪਣੇ ਆਪ ਦੀਆਂ ਗੱਲਾਂ ਹੋ ਰਹੀਆਂ ਨੇ। ਇੱਥੇ ਵੀ ਅਸੀਂ ਨਿਕਲੀਏ, ਸਾਡੀ ਤੁਹਾਡੀ ਗੱਲ ਹੋਵੇ ਕਮਿਊਨਿਟੀ ਦੀ, ਵੀ ਇਹ ਕਮਿਊਨਿਟੀ ਕਿਸੇ ਦੇ ਕਹੇ ਤੇ ਨਹੀਂ ਕੰਮ ਕਰਦੀ, ਇਹ ਕਮਿਊਨਿਟੀ ਆਪ ਡਿਸੀਜਨ ਲੈ, ਤੁਹਾਡਾ ਪਤਾ ਲੱਗੇ। ਸਰ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿਲ ਸਾਹਿਬ, ਅੜੀ ਤੁਸੀਂ ਸਾਰੀ ਗੱਲ ਤੁਹਾਡੀ ਮੈਂ ਸੁਣੀ ਕਰਦਿਆਂ ਦੀ। ਅਸਲ ਵਿੱਚ ਨਾ ਜਿਹੜੀ ਆਪਾਂ ਨੂੰ ਜਹਿਲ ਸਵਾਣਾ ਇੱਕ ਦੂਏ ਦੇ ਨਾਲ ਜਿਆਦਾ ਲੱਤਾਂ ਉਹ ਖਿੱਚਦੀ ਆ, ਜਿੰਨੇ ਤੁਸੀਂ ਦਾਦੇ ਨਾ ਅੱਗੇ ਨੂੰ ਜਾਂਦੇ ਆ, ਉਹ ਦਾਦੀਆਂ ਲੱਤਾਂ ਤੇ ਲੋਕ ਖਿੱਚਦੇ ਆ। ਕੋਈ ਬੰਦਾ ਵੀ ਆ ਉਹਦੀਆਂ ਲੱਤਾਂ ਖਿੱਚਦੇ ਆ। ਕੋਸ਼ਿਸ਼ ਕਰਨੀ ਚਾਹੀਦੀ ਜਿਹੜੇ ਲੱਤਾਂ ਖਿੱਚਦੇ ਉਹ ਆਪਣੀ ਹਿੰਮਤ ਨਾਲ ਅੱਗੇ ਵਧਣ ਤਾਂ ਬਹੁਤ ਵਧੀਆ ਗੱਲ ਆ। ਜਿਹੜੇ ਆਪਾਂ ਕਿੰਤੂ ਪ੍ਰੰਤੂ ਕਰਦੇ ਆ ਕਿਸੇ ਦੇ ਨਾ, ਉਹ ਆਪਣੇ ਚ ਕਮੀਆਂ ਹੁੰਦੀਆਂ ਵੀ ਆਪਾਂ ਕਿੰਤੂ ਪ੍ਰੰਤੂ ਲੋਕਾਂ ਦਾ ਕਰਦੇ ਆ, ਕਿਉਂਕਿ ਪਹਿਲਾਂ ਆਪਾਂ ਦੇਖੀਏ ਵੀ ਅਸੀਂ ਕੀ ਚੀਜ਼ ਵਾ। ਅੱਗੇ ਜਿਹੜੀ ਆਪਾਂ ਗੱਲ ਕਰਦੇ ਆ ਵੀ ਬਣਾਈਏ, ਜੇ ਉਹ ਉੱਥੇ ਜਾ ਕੇ ਐਪਸੋਡ ਕਿਤੇ ਉਹਨਾਂ ਲੋਕਾਂ ਨੂੰ ਐਪਸੋਡ ਲੋੜ ਤੋਂ ਕਿਸੇ ਕੰਮ ਦੀ ਲੋੜ ਤਾਂ ਉਹਨਾਂ ਨੂੰ ਇੱਥੇ ਪੈਸਾ ਬਣਨਾ ਹੈ। ਐਪਸੋਡ ਪੈਸਾ ਤੋਂ ਜਿੱਥੇ ਉਹਨੇ ਉੱਥੇ ਬਣੂਗਾ ਉੱਥੇ ਦੇਖ ਲੈਣਗੇ। ਇਹਦੇ ਕਰਕੇ ਗਿਰਦਾ ਵੀ ਇਹ ਲੋਕ ਜਿਹੜੇ ਆ, ਤੁਸੀਂ ਮੀਡੀਆ ਦੀ ਵੀ ਗੱਲ ਕਰਦੇ ਆ ਨਾ, ਮੈਂ ਜਿਹੜਾ ਮੀਡੀਆ ਦੀ ਗੱਲ ਹੈਗੀ ਆ, ਜਿਹੜੀਆਂ ਨਿੱਕੀਆਂ ਗੱਲਾਂ ਹੁੰਦੀਆਂ ਉਹਨਾਂ ਗੱਲਾਂ ਨੂੰ ਲੈ ਕੇ ਇਹ ਜਹਿਲਤਬਾਜ਼ੀ ਨਹੀਂ ਕਦੇ ਕਰਨੀ ਚਾਹੀਦੀ। ਜਹਿਲਤਬਾਜ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਮੀਡੀਆ ਨੂੰ ਇੰਨਾ ਉੱਚਾ ਕਰ ਦਿਓ, ਤੁਹਾਨੂੰ ਲੋਕ ਜਿਹੜੇ ਆਪਣੇ ਆਪ ਹੀ ਸੁਣਨਗੇ। ਆਪਣੇ ਆਪ ਜਿਹਨਾਂ ਦੀ ਮੀਡੀਆ ਦਾ ਇੰਨਾ ਨੀਮਾ ਦਿਖਾਉਣ ਲੱਗ ਪਏ ਤਾਂ ਮੀਡੀਆ ਨੇ ਗੱਲ ਕਰਨ ਕਰੀ। ਹੁਣ ਮੈਂ ਹੀ ਗੱਲ ਕਰਦਾ ਆ, ਮੈਨੂੰ ਹੁਣ ਜੋ ਆਪਾਂ ਗੱਲ ਕਰਦੇ ਜਿੰਨੇ ਹੋ ਚਲੋ ਸਾਰੇ ਵਧੀਆ ਆ ਗੱਲ ਕਰਨੀ। ਜਿਹਦਾ ਹੁਣ ਅਸੀਂ ਕਰਨਾ ਰੋਜ਼ ਪਤਾ ਲੱਗਦਾ ਵੀ ਗੱਲ ਕੀ ਹੁੰਦੀ ਹੈ, ਕਿੱਦਾਂ ਕਿਹੜੇ ਰੇਡੀਓ ਵਿੱਚ ਕੀ ਕਰਨਾ, ਕਿੰਨੀਆਂ ਜਿੱਦਾਂ ਨਾ ਜੋ ਰੇਡੀਓ ਅੱਗੇ ਸੀ ਗਿਲ ਸਾਹਿਬ, ਉਹ ਰੇਡੀਓ ਰਹੇ ਨਹੀਂ ਹੁਣ। ਜੇ ਆਪਾਂ ਕੋਈ ਗੱਲ ਵੀ ਕਰਦੇ ਆ ਤਾਂ ਕਹਿੰਦੇ ਨਹੀਂ ਜੀ ਉਹ ਛੱਡੋ ਪਰੇ। ਉਹ ਰੇਡੀਓ ਦਾ ਜਿਹੜਾ ਬਹੁਤ ਜ਼ਿਆਦਾ ਥੱਲੇ ਨੂੰ ਲੈਣ ਦਾ, ਪਰ ਰੇਡੀਓ ਜ਼ਿਆਦਾ ਖੁੱਲ ਗਿਆ ਜ਼ਰੂਰ, ਪਰ ਜਿਹੜੇ ਇੰਨੇ ਹੋਸ਼ਾਂ ਵੀ ਜਿਹੜੀ ਗੱਲ ਕਰਨੀ ਆ ਉਹ ਗੱਲ ਸੋਚ ਸਮਝ ਕੇ ਕਿਸੇ ਦੇ ਗੱਲ ਕਰਦੇ, ਉਹਨੂੰ ਸੋਚ ਸਮਝ ਕੇ ਗੱਲ ਕਰੋ। ਤਾਂ ਲੋਕੀ ਵੀ ਜਿਹੜੇ ਗੱਲਾਂ ਕਰਦੇ ਆ ਕੇ ਦੱਸਦੇ ਆ ਜਾ ਕੇ ਆਹ ਕਰਨੀਆਂ ਨਿੱਕੀਆਂ ਗੱਲਾਂ ਨਾ ਕਰੋ। ਤੁਸੀਂ ਜਿਹੜੀ ਇੰਡੀਆ ਦੀ ਗੱਲ ਕੀਤੀ, ਇੰਡੀਆ ਨੇ ਹਿੰਦੂ ਸਿੱਖ ਮੁਸਲਮਾਨ ਦਾ ਏਕਤਾ ਦਾ ਤੁਹਾਡੇ ਸਾਹਮਣੇ ਜਵਾਬ ਦੇ ਦਿੱਤਾ ਨਾ। ਹੁਣ ਇੱਥੇ ਦੇ ਲੋਕਾਂ ਨੂੰ ਪੈਸੇ ਨਾ ਬਣਾਓ, ਆਪਾਂ ਸਾਰੇ ਇਕੱਠੇ ਹੋ ਕੇ ਰਹੀਏ, ਇਕੱਠੇ ਹੋ ਕੇ ਗੱਲਾਂ ਕਰੀਏ। ਜੇ ਕੋਈ ਗੱਲ ਫਾਲਤੂ ਕਰਦਾ ਉਹਦਾ ਵਿਰੋਧ ਕਰੀਏ। ਉਹ ਆਪਾਂ ਤਾਂ ਸਿੱਖਵਾਂ ਜਾਂ ਹਿੰਦੂ ਜਾਂ ਮੁਸਲਮਾਨ ਕੋਈ ਵੀ ਆ, ਇਹ ਨਾ ਵੀ ਉੱਠ ਕੇ ਆਪਾਂ ਜਾ ਕੇ ਤਾਂ ਜੇ ਨਿੱਕੀ ਜਿਹੀ ਗੱਲ ਉਹਦੀ ਵਿਰੋਧਤਾ ਕਰੇ। ਵਿਰੋਧਤਾ ਪਹਿਲਾਂ ਦੇਖੋ ਕਰਨੀ ਕਾਹਦੀ ਹੈ, ਗੱਲ ਕੀ ਹੋਈ ਵਿਰੋਧਤਾ ਦੀ। ਇਹਦੇ ਕਰਕੇ ਗਿਲ ਸਾਹਿਬ ਤੁਹਾਡੀ ਬਹੁਤ ਵਧੀਆ ਗੱਲ ਕਰੀ ਦੀ ਆ ਰੇਡੀਓ। ਚਲੋ ਮੈਂ ਹੁਣ ਨਾ ਟਾਈਮ ਲੱਗਦਾ, ਪਰ ਕੋਸ਼ਿਸ਼ ਕਰੀ ਜਿੰਨੀ ਕੁ ਹੋਵੇ। ਪਰ ਆਪਾਂ ਨੂੰ ਇਹ ਨਹੀਂ, ਆਪਾਂ ਤਾਂ ਇਹ ਕਹਿੰਦੇ ਵੀ ਆਪਾਂ ਨੂੰ ਇਹ ਤੁਸੀਂ ਵੀ ਸਾਡੇ ਭਰਾ ਆ, ਜੇ ਕੋਈ ਕੱਲ ਉਹ ਵੀ ਸਾਡਾ ਭਰਾ ਆ, ਆਪਾਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ ਤੇ ਵੱਧ ਤੋਂ ਵੱਧ ਉਹਦਾ ਸਤਿਕਾਰ ਕਰੀਏ। ਤਾਂ ਉਹਨੂੰ ਵੱਧ ਤੋਂ ਵੱਧ ਆਪਾਂ ਜੇ ਹੁਣ ਕਹਿੰਦਾ ਤੁਸੀਂ ਰੋਟੀ ਖਾਓਗੇ ਤਾਂ ਸਾਨੂੰ ਭਾਈ ਆ, ਜੇ ਕੋਈ ਭਰਾ ਲੱਗਦਾ ਰੋਟੀ ਖਾਓ ਸਾਨੂੰ ਭਾਈ ਆ, ਕਿਉਂਕਿ ਕੁਝ ਨਾ ਕੁਝ ਇਹ ਖਾਂਦਾ ਤਾਂ ਕੁਝ ਨਾ ਕੁਝ ਫਾਇਦਾ ਹੀ ਹੁੰਦਾ। ਜੇ ਭੁੱਖਾ ਮਰੂ ਤਾਂ ਫਾਇਦਾ ਕੀ ਹੋਊਗਾ। ਇਹਦੇ ਕਰਕੇ ਆਪਣਾ ਪਿਆਰ ਵੰਡੋ ਜਿੰਨੇ ਵੰਡ ਹੁੰਦਾ। ਓਕੇ, ਧੰਨਵਾਦ ਜੀ। ਮੈਂ ਗੱਲ ਕਰ ਰਿਹਾ ਜੀ ਇਕੱਲੇ ਮੀਡੀਆ ਦੇ ਨਹੀਂ, ਮੈਂ ਤਾਂ ਦੱਸਦਾ ਵੀ ਚੀਜ਼ਾਂ ਵਿਗੜ ਜਾ ਕਿਵੇਂ ਜਾਂਦੀਆਂ।
ਮੈਂ ਗੱਲ ਉਹ ਕਰ ਰਿਹਾ ਬਈ ਉੱਥੇ ਉਹਨੂੰ ਮੈਂ ਤੇ ਇੱਥੇ ਨੂੰ ਪੈਰਲਲ ਲੈ ਕੇ ਆਇਆ ਵੀ ਇੱਥੇ ਇਹਦੇ ਵਿੱਚ ਕੀ ਕੀ ਹੋਇਆ। ਸੈਮ ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਕਹਿੰਦੇ ਹੁੰਦੇ ਨਾ ਸਲੋ ਪੋਇਜ਼ਨ ਵੀ ਵਿਕਦੀ ਆ। ਉਹਦੇ ਲਈ ਵੇਚਣ ਵਾਲੇ ਨੇ ਬਹੁਤ ਟੈਕਟਿਕ ਵਰਤਣੀ, ਉਹਨੇ ਮਸ਼ਹੂਰੀ ਕਰਨੀ, ਉਹਨੇ ਪੈਨਲ ਬਿਠਾਣੇ, ਉਹਨੇ ਮਾਹਰ ਲੈ ਕੇ ਆ ਜਾਣੇ। ਅਗਰ ਤੁਹਾਨੂੰ ਕੋਈ ਚੀਜ਼ ਪਤਾ ਲੱਗ ਗਈ, ਕਿਉਂਕਿ ਉਹਨੇ ਇਸ ਹਿਸਾਬ ਨਾਲ ਕ੍ਰੀਏਟ ਕਰ ਦੇਣਾ ਮਾਹੌਲ, ਜਿਹੜਾ ਜਾਣਕਾਰ ਹੋ ਜਾਂਦਾ ਆ ਉਹ ਫਿਰ ਸਿੰਗਲ ਆਊਟ ਹੋਣ ਲੱਗ ਪੈਂਦਾ, ਉਹ ਚੁੱਪ ਕਰ ਜਾਂਦਾ। ਹੁਣ ਮੰਨ ਲਓ ਤੁਹਾਨੂੰ ਕਿਸੇ ਚੀਜ਼ ਦੀ ਪਤਾ ਲੱਗ ਗਿਆ, ਤੁਸੀਂ ਕਾਫੀ ਸਾਨੂੰ ਦੱਸਦੇ ਰਹਿੰਦੇ ਆ ਜ਼ਮੀਨਾਂ ਬਾਰੇ ਵੀ ਏਦਾਂ ਏਦਾਂ ਹੋ ਗਈ, ਤੁਹਾਨੂੰ ਉਸ ਚੀਜ਼ ਦਾ ਪਤਾ ਲੱਗ ਗਿਆ ਔਰ ਤੁਸੀਂ ਸਾਨੂੰ ਦੱਸਦੇ ਆ, ਕਿਉਂਕਿ ਆਲੇ ਦੁਆਲੇ ਅਜਿਹੀ ਡੈਮੋਗ੍ਰਾਫੀ ਉਹ ਸੁਣ ਰਹੀ ਹੈ। ਤੁਹਾਨੂੰ ਕਿਸੇ ਸਿਚੁਏਸ਼ਨ 'ਚ ਤੁਸੀਂ ਫਸ ਜਾਂਦੇ, ਤੁਹਾਨੂੰ ਪਤਾ ਹੁੰਦਾ ਆਹ ਚੀਜ਼ ਠੀਕ ਆ, ਪਰ ਆਲੇ ਦੁਆਲਾ ਜਿਹੜਾ ਸਰਾਊਂਡਿੰਗ ਆ ਉਹ ਨਹੀਂ ਸੁਣਨਾ ਚਾਹੁੰਦਾ। ਉਹ ਸਿਚੁਏਸ਼ਨ 'ਚ ਕੋਈ ਫਿਰ ਬੰਦਾ ਗਲਤ ਨਹੀਂ ਹੋਣਾ ਚਾਹੁੰਦਾ। ਇਹੀ ਇੱਥੇ ਦੀ ਜਿਹੜੀ ਤੁਸੀਂ ਸਰਕਾਰਾਂ ਦੀ ਗੱਲਾਂ ਕੀਤੀਆਂ ਉਹਦੇ ਵਿੱਚ ਵੀ ਇਹੀ ਚੱਕਰ ਚੱਲਦਾ, ਔਰ ਇੰਡੀਆ ਦੇ ਵਿੱਚ ਵੀ ਇਹੀ ਚੱਕਰ ਚੱਲਦਾ। ਕਿਹਨੂੰ ਨਹੀਂ ਪਤਾ ਗਿੱਲ ਸਾਹਿਬ, ਅਸੀਂ ਬੈਠੇ ਇੱਥੇ ਅੱਜ ਤੋਂ 20 ਸਾਲ 10 ਸਾਲ ਪਹਿਲਾਂ ਜਦੋਂ ਰੇਡੀਓ ਖੁੱਲੇ ਉਦੋਂ ਦੀਆਂ ਗੱਲਾਂ ਕਰਨ ਲੱਗੇ ਆ। ਉਹ ਯਾਰ ਮਾਰੇਗਾ ਲੁੱਟ ਲੈ ਖੇਤੀ ਗਈ, ਕੁਛ ਨਾ ਕੁਛ ਉੱਥੇ ਚੇਂਜਿੰਗ ਕਰਨੀ ਪਊ। ਕਦੀ ਕਿਤੇ ਉਹ ਆਪਣੇ ਚੀਫ ਮਿਨਿਸਟਰ ਉੱਠ ਕੇ ਕਿਤੇ ਜਾ ਕੇ ਗੱਲਾਂ ਕਰਦੇ ਨਹੀਂ ਸਾਨੂੰ ਕੁਛ ਚੇਂਜ ਕਰਨਾ ਪੈਣਾ, ਫਿਰ ਉਹ ਕਰਜ਼ੇ ਮਾਫ ਤੇ ਸਾਡੇ ਕਰਜ਼ੇ ਮਾਫ ਕਰੋ, ਅਸੀਂ ਮਰ ਗਏ, ਖਾਣਾ ਪੀਣ। ਮਤਲਬ ਸਿਚੁਏਸ਼ਨ ਐਸੀ ਬਣ ਚੁੱਕੀ ਸੀ ਉੱਥੇ। ਜਿਹੜੇ ਨਵੇਂ ਰਿਫਾਰਮ ਆਏ ਆ ਹੋ ਸਕਦਾ ਬਿਲਕੁਲ ਉਹ ਟਾਰਗੇਟ ਨਾ ਹੋਏ ਹੋਣਗੇ, ਪਰ ਉਹਦੇ ਤੇ ਗੱਲ ਹੀ ਨਹੀਂ ਹੋਣ ਦਿੰਦੇ। ਉਹ ਜਦੋਂ ਗੱਲ ਹੁੰਦੀ ਆ ਉਹ ਅਗਰ ਮਾਹਰ ਵੀ ਆਣ ਕੇ ਬਹਿੰਦੇ ਉਹ ਆਲੇ ਦੁਆਲੇ ਡੈਮੋਗ੍ਰਾਫੀ ਦੇਖਦੇ ਵੀ ਨਹੀਂ ਵੀ ਉਹ ਚੁੱਪ ਕਰਕੇ ਪਿੱਛੇ ਹੋ ਜਾਂਦੇ। ਜਦ ਕਿ ਮੈਂ ਆਹ ਗੱਲ ਸਾਹਿਬ ਜ਼ਰੂਰ ਕਰਨਾ ਚਾਹੂੰਗਾ ਕਿ ਆਪਣਾ APMC ਐਕਟ ਤੁਸੀਂ ਵੀ ਕਰਕੇ ਹਟੇ, ਇਹਨੇ ਸਾਨੂੰ ਅਸੀਂ ਫੀਡ ਤਾਂ ਕਰਤਾ ਸਾਰੇ ਹਿੰਦੁਸਤਾਨ ਨੂੰ, ਪੰਜਾਬ ਨੂੰ ਮਿਲਿਆ ਕੀ ਬੰਜਰ ਜ਼ਮੀਨ। ਹੁਣ 20 ਸਾਲਾਂ ਤੱਕ ਉੱਥੇ ਬਣਨਾ ਕੀ ਆ ਇਹਦਾ? ਅਗਰ ਇਹ ਰਿਹਾ ਉੱਥੇ ਐਗਰੋ ਇੰਡਸਟਰੀ ਨਹੀਂ ਆਈ ਬਿਕੋਜ਼ APMC ਐਕਟ ਸੀ। ਉਹ ਜਿਹੜੇ ਮਾਰਕਫੈਡ ਵਰਗੀਆਂ ਕੰਪਨੀਆਂ ਆਈਆਂ ਭੱਜ ਗਈਆਂ ਉੱਥੋਂ, ਕਿਉਂਕਿ ਲੋਕਾਂ ਨੇ ਬੀਜਿਆ ਹੀ ਨਹੀਂ, ਕਿਉਂਕਿ ਬਹੁਤ ਈਜ਼ੀ ਸੀ ਸਾਨੂੰ APMC ਐਕਟ ਮੰਡੀਆਂ 'ਚ ਜਾ ਕੇ ਇੱਕਦਮ ਬੀਜੀ ਜਾਂਦੇ। ਪ੍ਰੋਬਲਮ ਇਹ ਪਈ ਸਾਡੀਆਂ ਜ਼ਮੀਨਾਂ ਥੋੜੀਆਂ ਹੋ ਗਈਆਂ, APMC ਐਕਟ ਚੱਲਣੋਂ ਹਟ ਗਿਆ ਸਾਡੇ। ਆਈ ਡੋਨਟ ਨੋ ਇਹਦਾ ਹੁਣ ਕੀ ਹੋ ਸਕਦਾ ਵੀਰ ਜੀ, ਇੰਨੇ ਕਹੂੰਗਾ। ਧੰਨਵਾਦ ਜੀ। ਮਤਲਬ ਓਵਰਆਲ ਜਿਹੜਾ ਤੁਹਾਨੂੰ ਦੱਸਦਾ ਅਵੇਅਰ ਹੋਵੋ ਤੇ ਇਹ ਛੱਡ ਦਿਓ ਵੀ ਅੱਜ ਉਹਨੂੰ ਅੱਜ ਮੈਨੂੰ ਨਹੀਂ ਹੈ। ਨੋ, ਜੇ ਤੁਸੀਂ ਕਮਿਊਨਿਟੀ, ਜਦ ਅਸੀਂ ਗਰੀਬ ਸੀ ਇਸ ਦੇਸ਼ 'ਚ 100 ਸਾਲ ਪਹਿਲਾਂ ਕਿਵੇਂ ਇਕੱਠੇ ਸੀ ਅਸੀਂ? ਥੋੜਾ 1-2% ਹੋਊਗਾ, ਪਰ ਜ਼ਿਆਦਾਤਰ ਕਮਿਊਨਿਟੀ ਇਕੱਠੀ ਸੀ। ਹੁਣ ਸਦ ਉਪਯੋਗ ਦੇ ਲਈ ਜਾਂ ਚੀਜ਼ਾਂ ਡਿਵੈਲਪ ਹੋ ਗਈਆਂ ਤਾਂ ਅਸੀਂ ਰਾਹੋਂ ਪਰਾਂ ਨੂੰ ਹੋ ਗਏ। ਇਹਦੇ ਤੇ ਪਹਿਰਾ ਦੇਣ ਦੀ ਲੋੜ ਹੈ, ਬਹੁਤ ਜ਼ਿਆਦਾ ਜ਼ਰੂਰੀ। ਔਰ ਛੋਟੇ ਜਿਹੜੇ ਡਿਫਰੈਂਸਿਸ ਨੇ ਕਿਸੇ ਦੇ ਆਪਸ ਵਿੱਚ ਉਹਨੂੰ ਮੇਟ ਲਓ। ਜਿਹੜੀ ਚੀਜ਼ 'ਚ ਜਿੱਥੇ ਬੰਦਾ ਫਿੱਟ ਹੈ ਉਹਨੂੰ ਪੂਰੇ ਤਰੀਕੇ ਨਾਲ ਕਰੋ, ਜਿਹੜੀ ਕਮਿਊਨਿਟੀ ਲਈ ਹੋਵੇ ਕਰੋ ਉਸ ਨੂੰ। ਜਿਹਦੇ ਕੋਲ ਜਿਹੜੀ ਪਾਵਰ ਆ ਵਰਤੋ, ਪਰ ਸਦ ਉਪਯੋਗ ਹੋਵੇ। ਇਉਂ ਨਾ ਹੋਵੇ ਵੀ ਤੁਸੀਂ ਉਹਦੇ 'ਚੋਂ ਅਗਾ ਕੇ ਤੇ ਧਰਤੀ ਬੰਜਰ ਜਿਵੇਂ ਸੈਮ ਹੋਣੀ ਕਹਿੰਦੇ ਨੇ ਜ਼ਹਿਰੀਲੀ ਕਰ ਦੋ, ਤੇ ਫੇਰ ਜਿੱਦਣ ਮੁੱਕ ਗਿਆ ਸਾਰਾ ਕੁਛ ਉਹਦਾ ਸੰਘਰਸ਼ ਦੇ ਰਾਹ ਤੁਰੋਗੇ। ਜਾਨੂੰ ਦੇਰ ਬਹੁਤ ਹੋ ਜਾਂਦੀ ਆ। ਆਹ ਦੇਸ਼ਾਂ 'ਚ ਚੀਜ਼ਾਂ ਪੋਸੀਬਲ ਨਹੀਂ ਹੈ। ਇਹਦੇ 'ਚ ਉੱਥੇ ਨਾਲੋਂ ਵੀ ਸੌਖੀ ਹੈ ਲਿਖਤ ਪੜ੍ਹਤ ਕੋਈ ਰਿਫਾਰਮ ਕਰਾਉਣੀ। ਇੱਥੇ ਤਾਂ ਕੁਛ ਤੁਹਾਡੇ ਦਸਤਖਤ ਨੇ, ਕੁਛ ਈਮੇਲਾਂ ਨੇ, ਜਿਹੜਾ ਕੋਈ ਮਰਜ਼ੀ ਕਰ ਲਓ। ਤੇ ਨਿਗਾਹ ਰੱਖੋ, ਇਹ ਨਾ ਹੋਵੇ ਵੀ ਤੁਸੀਂ ਨਿਗਾਹ ਨਹੀਂ ਹੈ, ਤੁਹਾਡਾ ਉਹ ਕੰਮ ਨਾ ਵੀ ਹੋਵੇ ਫੇਰ ਵੀ ਨਿਗਾਹ ਰੱਖੋ ਵੀ ਮੇਰੀ ਕਮਿਊਨਿਟੀ ਨਾਲ ਰਿਲੇਟਡ ਆਹ ਕੰਮ ਹੋ ਰਿਹਾ, ਇਹਦੇ 'ਚ ਮੈਨੂੰ ਕੀ ਫਾਇਦਾ? ਮੈਂ ਦਸਤਖਤ ਕਰ ਰਿਹਾ ਕੋਈ ਚੀਜ਼ ਬਣਾਉਣ ਲਈ, ਉਹ ਕਰ ਦਿਓ ਜੀ, ਕਰ ਦਿਓ, ਲੈ ਤੁਰੋ ਤੁਸੀਂ ਆ ਨਾਲ ਦੇਖ ਸਕਦੇ ਹੀ ਕਰ ਦਿਓ, ਬਸ ਇਹ ਆਪਣੀ ਕਮਿਊਨਿਟੀ ਦਾ ਬਣ ਜਾਣਾ, ਆਹ ਚੀਜ਼ ਬਣ ਜਾਣੀ, ਬਣਾ ਲਓ। ਫਿਰ ਨਹੀਂ ਬਣਦੀ ਹੋਊਗਾ ਨਾ ਭਾਈ ਸਾਹਿਬ, ਪਹਿਲਾਂ ਦਿਓ ਸਾਨੂੰ ਕਹਿਣਾ ਕੀ ਚਾਹੁੰਦੇ ਹੋ, ਕਰਾਉਣਾ ਕੀ ਆ ਤੁਸੀਂ, ਇਹਦੇ 'ਚੋਂ ਕੀ ਹੋਊਗਾ, ਕੱਲ ਨੂੰ ਸਾਡੀ ਕੀ ਸੇ ਹੋਊ। ਜੇ ਸਾਡੇ ਦਸਤਖਤਾਂ ਨਾਲ ਤੂੰ ਕੋਈ ਆਰਗੇਨਾਈਜੇਸ਼ਨ ਬਣਾ ਰਿਹਾ, ਕੋਈ ਚੀਜ਼ ਲੈ ਰਿਹਾ, ਸਾਡੀ ਕੋਈ ਸੇ ਹੋਊ ਕੱਲ ਨੂੰ? ਤੇ ਦਸਤਖਤ ਕਰਕੇ ਤੇ ਨਾਂ ਮੇਰਾ ਲਿਖ ਕੇ ਡਰਾਈਵਿੰਗ ਲਾਇਸੈਂਸ ਰੱਖ ਕੇ ਖਤਮ। ਕੱਲ ਮੈਂ ਇੰਟਰਨ ਵਾਲਿਆਂ ਨੂੰ ਇਹੀ ਗੱਲ ਕਰਦਾ ਸੀ, ਮੈਂ ਕਿਹਾ ਬਣਨ ਤੋਂ ਬਾਅਦ ਉਹਨਾਂ ਨੇ ਪਰ ਜਿੰਨਾ ਵਧੀਆ ਮਾਡਲ ਬਣਾਇਆ ਆਨੰਦ ਆ ਗਿਆ, ਪਰ ਨਹੀਂ ਤਾਂ ਜ਼ਿਆਦਾ ਬਣਨ ਤੋਂ ਬਾਅਦ ਚੀਜ਼ਾਂ ਕਮਿਊਨਿਟੀ ਦੇ ਹੱਥੋਂ ਨਿਕਲ ਜਾਂਦੀਆਂ। ਇੱਥੇ ਹੀ ਇੱਕ ਬਹੁਤ ਦੁੱਖ ਨਾਲ ਇੱਕ ਸੂਚਨਾ ਦਿੱਤੀ ਜਾਂਦੀ ਹੈ ਕਿ ਸਾਡੇ ਬਜ਼ੁਰਗ ਹਰਜੀਤ ਸਿੰਘ ਸਿਵੀਆ ਭਾਈ ਸਾਹਿਬ, ਪਿਛਲਾ ਪਿੰਡ ਸੂਜਾਪੁਰ ਹੈ, ਨਾਲ ਬੜੈਚਾ ਹੈ, ਸੂਜਾਪੁਰ ਨਹੀਂ ਬੜੈਚ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹਰਜੀਤ ਸਿੰਘ ਸਿਵੀਆ ਡਰਾਈਵਿੰਗ ਸਕੂਲ ਵਾਲੇ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਜੀ ਸਰਦਾਰ ਗੋਬਿੰਦਰ ਸਿੰਘ ਸਵਰਗਵਾਸ ਹੋ ਗਏ ਨੇ। ਐਡਮਿੰਟਨ ਉਹਨਾਂ ਦੇ ਛੋਟੇ ਭਾਈ ਸਾਹਿਬ ਬਲਜੀਤ ਸਿੰਘ ਉਹਨਾਂ ਕੋਲ ਰਹਿੰਦੇ ਸੀ।
ਤੇ ਇਸ ਸਮੇਂ ਸਾਰਾ ਪਰਿਵਾਰ ਦੁੱਖ ਦੇ ਵਿੱਚ ਉਹਨਾਂ ਨਾਲ ਸ਼ਰੀਕ ਹੈ। ਗਰੇਵਾਲ ਪਰਿਵਾਰ, ਸਰਾਮ ਪਰਿਵਾਰ, ਗਿੱਲ ਪਰਿਵਾਰ, ਸਾਰਾ ਅਸੀਂ ਭਾਈ ਸਾਹਿਬ ਦੇ ਨਾਲ ਇਸ ਦੁੱਖ ਦੀ ਘੜੀ 'ਚ ਬਹੁਤ ਜਾਣਨ ਵਾਲੇ ਹੋਣਗੇ। ਸਿਵਿਆ ਡਰਾਈਵਿੰਗ ਸਕੂਲ ਤੇ ਸਰਦਾਰ ਹਰਜੀਤ ਸਿੰਘ ਸਿਵਿਆ, ਉਹਨਾਂ ਦਾ ਨੰਬਰ 604825 1286 ਹੈ 6048251286। ਸੋ ਪਿੱਛੇ ਨਿਗਾਹ ਰੱਖਿਓ ਜੀ, ਆਉਣ ਵਾਲੇ 2-3 ਦਿਨ ਪੂਰਾ ਅਲਰਟ ਰਹਿਣ ਦੀ ਉੱਥੇ ਲੋੜ ਹੈ। ਪ੍ਰਵੋਕ ਨਹੀਂ ਉਹਨਾਂ ਨੂੰ ਕਰਨ ਦੀ ਲੋੜ। ਤੁਹਾਡਾ ਜਿੱਥੇ ਸੁਨੇਹਾ ਜਾਂਦਾ ਵੀ ਆਪਣੇ ਵੱਲੋਂ ਜਿਹੜੇ ਟਰੈਕਟਰ ਗਏ ਨੇ ਵੀ ਸਿੱਧੇ ਜਾਓ, ਜਿੱਥੇ ਸਰਕਾਰ ਕੋਈ ਰੋਕਦੀ ਹੈ ਪਲੀਜ਼ ਧੱਕਾ ਨਾ ਕਰਿਓ। ਬਹੁਤ ਜਿਹੜਾ ਬੜਾ ਇੱਕ ਡਿਫਰੈਂਟ ਕਿਸਮ ਦਾ ਉੱਥੇ ਮਾਹੌਲ ਹੋਇਆ ਜਾਂ ਗੱਲਾਂ ਟੁੱਟ ਗਈਆਂ ਹੁਣ ਕਿ 26 ਜਨਵਰੀ ਬਹੁਤ ਵੱਡਾ ਇੱਕ ਦਿਨ ਹੈ, ਦੁਨੀਆ ਵੇਖ ਰਹੀ ਹੈ ਗਣਤੰਤਰ ਦਿਵਸ ਤੇ। ਉਹਦੇ ਵਿੱਚ ਟਰੈਕਟਰਾਂ ਦੀ ਪਰੇਡ ਸਰਕਾਰ ਇਸ ਤਰੀਕੇ ਨਾਲ ਸੋਚ ਰਹੀ ਹੈ ਵੀ ਸਾਡੀ ਬੇਇੱਜ਼ਤੀ ਆ ਬਹੁਤ ਵੱਡੀ, ਦੁਨੀਆ ਇਸ ਨੂੰ ਕਵਰ ਕਰਨ ਲਈ ਪਹੁੰਚੀ ਹੋਈ ਹੈ। ਕਿਸੇ ਚੀਫ ਗੈਸਟ ਦਾ ਨਾਂ ਜਾਣਾ ਤੇ ਇਸ ਤੇ ਪੰਜਾਬ ਦੇ ਵਿੱਚੋਂ ਜੇ ਲੱਖ ਟਰੈਕਟਰ ਉੱਥੇ ਜਾ ਵੜਿਆ 4 ਲੱਖ ਦੇ ਵਿੱਚੋਂ, ਲੱਖ ਟਰੈਕਟਰ ਤੇ 4 ਬੰਦਾ, 4 ਲੱਖ ਬੰਦਾ ਉੱਥੇ ਹੋਰ ਬਾਰਡਰ ਤੇ ਚਲੇ ਗਿਆ। ਸੇਵਾ ਵਾਲੀ ਉੱਥੇ ਵੱਟ ਕੱਢੇ ਪਏ ਆ ਜਿੰਨੀ ਸੇਵਾ ਉੱਥੇ ਹੋ ਰਹੀ। ਮੈਨੂੰ ਫੇਰ ਮੁੜ ਕੇ ਯਾਦ ਆਉਂਦਾ ਮਾਨਾ ਵਾਲਾ ਰੇਲਵੇ ਸਟੇਸ਼ਨ ਵਾਲੇ ਜੀਵਨ ਸਿੰਘ ਵਾਲਾ ਦੇ ਪਿੰਡ ਦੇ ਇੱਕ ਮਝੈਲ ਸਰਦਾਰ ਜੀ ਬੈਠੇ ਆ, ਲੋਕਾਂ ਦੇ ਗੋਡੇ ਗਿੱਟੇ ਮੋਢੇ ਸਰਵਾਈਕਲ ਜਿਉਂ ਮਲਣ ਲੱਗਿਆ, ਕਹਿੰਦਾ 2-2000 ਬੰਦਾ ਦਿਹਾੜੀ ਦਾ ਆਉਂਦਾ, ਮਲੀ ਜਾਂਦਾ ਬੈਠਾ। ਤੇ ਜਿਹੜੇ ਮੂਹਰੇ 30-40 ਬੈਠੇ ਸੀ ਕੋਈ ਵੀ ਆਪਣੇ ਪੰਜਾਬ ਦਾ ਨਹੀਂ ਸੀ। ਹਰਿਆਣੇ ਦੇ ਗਰੀਬ ਲੋਕ ਜਿਨ੍ਹਾਂ ਕੋਲ 3 ਲੱਖ ਹੈ ਨਹੀਂ ਸੀ ਗੋਡੇ ਬਦਲਾਉਣ ਲਈ, ਉਹ ਰੱਬ ਕਰ ਰਹੀ, ਕਹਿੰਦਾ ਰੱਬ ਬੈਠਾ ਸਾਡੇ ਸਾਹਮਣੇ। ਇੱਕ ਬੰਦਾ ਬੋਲ ਰਿਹਾ ਸੀ, ਦੱਸ ਰਿਹਾ ਸੀ, ਉਹ ਕਹਿੰਦਾ ਮੇਰੇ ਲਈ ਤਾਂ ਰੱਬ ਆ ਗਿਆ। ਗਰੀਬ ਲੋਕ ਜਿਹੜਾ ਪ੍ਰਸ਼ਾਦਾ ਛਕਦੇ ਨੇ ਉਹ ਕਹਿੰਦੇ ਸਰਦਾਰ ਜੀ ਜਾਇਓ ਨਾ ਇੱਥੋਂ। ਗੁਰੂ ਦੀਆਂ ਕਲਾਵਾਂ ਨੇ ਜਿਹੜੀਆਂ ਉੱਥੇ ਵਰਤ ਰਹੀਆਂ ਨੇ। ਸੋਮਵਾਰ ਨੂੰ ਆਉਣੇ ਆ ਜੀ, ਫੇਰ ਗੱਲਾਂ ਬਾਤਾਂ ਹੋਣਗੀਆਂ ਚੜ੍ਹਦੀ ਕਲਾ ਦੇ ਵਿੱਚ। ਕਲਾਵਾਂ ਚੜ੍ਹਦੀਆਂ ਨੇ। ਸਤਿੰਦਰ ਸਰਤਾਜ, ਰੱਬ ਰੱਖ।